ਸਤਿ ਸ਼੍ਰੀ ਅਕਾਲ ਜੀ। ਮੈਂ ਪਰਮਵੀਰ ਸਿੰਘ ਬਾਠ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਪ੍ਰਵਾਸ ਤੇ ਪੰਜਾਬ ਦਾ ਸੰਬੰਧ ਬੜਾ ਗੂੜਾ। ਜਦੋਂ ਪ੍ਰਵਾਸ ਹੁੰਦਾ, ਜਦੋਂ ਕੋਈ NRI ਹੁੰਦਾ ਪੰਜਾਬ ਦੇ ਵਿੱਚੋਂ, ਤਾਂ ਡਾਲਰ, ਪੌਂਡ, ਯੂਰੋ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ। ਉਹਦੇ ਨਾਲ ਕੰਸਟਰਕਸ਼ਨ ਹੁੰਦੀ ਹੈ, ਸਕੂਲ ਬਣਦੇ ਨੇ, ਸੱਭਿਆਚਾਰਕ ਮੇਲੇ ਹੁੰਦੇ ਆ, ਖੇਡਾਂ ਹੁੰਦੀਆਂ। ਬਹੁਤ ਸਾਰੇ ਪੈਸੇ ਇਨਵੈਸਟਮੈਂਟ ਪੰਜਾਬ 'ਚ ਆਈ, ਪੰਜਾਬ 'ਚ ਖੁਸ਼ਹਾਲੀ ਆਈ ਭਾਰਤ ਦੇ ਬਾਕੀ ਸੂਬਿਆਂ ਦੇ ਮੁਕਾਬਲੇ। ਪਰ ਪ੍ਰਵਾਸ ਕਈ ਤਰ੍ਹਾਂ ਦਾ ਹੋਇਆ। ਹੁਣ ਅੰਤਰਰਾਸ਼ਟਰੀ ਵਿਦਿਆਰਥੀ ਬਹੁਤ ਵੱਡੀ ਗਿਣਤੀ 'ਚ ਜਾਣ ਲੱਗੇ, ਉਹਨਾਂ ਦੇ ਮਗਰ ਮਾਂ ਪਿਓ ਜਾਣ ਲੱਗੇ, ਉਹਨਾਂ ਦੇ ਭੈਣਾਂ ਭਰਾ ਜਾਣ ਲੱਗੇ। ਉਹਦੇ ਪਿੱਛੇ ਕਾਰਨ ਕੀ ਨੇ ਕਿ ਬੱਚੇ ਜਾਂਦੇ ਕਿਉਂ ਵਿਦੇਸ਼ ਦੇ ਵਿੱਚ? ਪੰਜਾਬ 'ਚ ਵਿਧਾਨ ਸਭਾ ਦੀਆਂ ਚੋਣਾਂ ਤੇ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਕਿਉਂ ਜਾਣ ਲੱਗੇ, ਕਿਉਂ ਸਾਨੂੰ ਲੋੜ ਕਿਉਂ ਪਈ। ਉਹਦੇ ਪਿੱਛੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਅੱਜ ਆਪਾਂ ਵਿਚਾਰਨੀਆਂ ਨਹੀਂ। ਦੂਸਰੀ ਗੱਲ ਕਿ ਜਦੋਂ ਬੰਦਾ ਵਿਦੇਸ਼ ਦੇ ਵਿੱਚ ਪਹੁੰਚ ਜਾਂਦਾ, ਇੱਕ ਤਾਂ ਉੱਥੇ ਤਰੱਕੀ ਕਰਨੀ ਹੁੰਦੀ ਹੈ, ਦੂਸਰਾ ਦੇਸ਼ ਹੁੰਦਾ, ਦੂਸਰੀ ਭਾਸ਼ਾ ਹੁੰਦੀ ਹੈ, ਦੂਸਰਾ ਸੱਭਿਆਚਾਰ ਹੁੰਦਾ, ਵੱਖ-ਵੱਖ ਭਾਈਚਾਰਿਆਂ ਦੇ ਵਿੱਚ ਵਿਚਰਨਾ ਹੁੰਦਾ ਤੇ ਆਪਣੇ ਆਪ ਨੂੰ ਉਹਨਾਂ ਦੇ ਵਿੱਚ ਐਡਜਸਟ ਕਰਨਾ ਹੁੰਦਾ। ਫਿਰ ਤੀਸਰਾ ਮਸਲਾ ਆਉਂਦਾ ਤਰੱਕੀ ਤੇ ਤੋਹਮਤ। ਦੋ ਤੱਤੇ ਨੇ ਤਰੱਕੀ ਤੇ ਤੋਹਮਤ ਦੇ। ਇੱਕ ਆਪਾਂ ਤਰੱਕੀਆਂ ਕਰਦੇ ਹਾਂ ਤੇ ਸਿਰ ਮਾਣਨਾ ਉੱਚਾ ਹੁੰਦਾ, ਤੇ ਦੂਸਰੀਆਂ ਹੁੰਦੀਆਂ ਤੋਹਮਤਾਂ। ਗਲਤੀ ਕੋਈ ਵੀ ਕਰ ਸਕਦਾ, ਸਾਡੇ ਪਰਿਵਾਰਾਂ ਦੇ ਵਿੱਚ ਵੀ ਹੁੰਦੀਆਂ, ਰਿਸ਼ਤੇਦਾਰੀਆਂ 'ਚ ਵੀ ਹੁੰਦੀਆਂ, ਪਿੰਡ 'ਚ ਵੀ ਹੁੰਦੀਆਂ। ਗਲਤੀ ਜੇ ਕਿਤੇ ਹੁੰਦੀ ਵੀ ਹੈ, ਉਹ ਗਲਤੀ ਨੂੰ ਦੁੱਗਣੀ ਜਾਂ ਤਿੱਗਣੀ ਕਰਕੇ ਆਪਾਂ ਉਭਾਰਨਾ, ਜਾਂ ਉਹ ਗਲਤੀ ਦੁਬਾਰਾ ਨਾ ਹੋਵੇ ਉਹਦੇ ਲਈ ਆਪਣੀ ਕੰਟਰੀਬਿਊਸ਼ਨ ਦੇਣੀ ਹੈ। ਇਹ ਇੱਕ ਬਹੁਤ ਵੱਡਾ ਮਸਲਾ। ਪਿਛਲੇ ਦਿਨੀ ਕੈਨੇਡਾ ਦੇ ਵਿੱਚੋਂ ਖਬਰਾਂ ਗਈਆਂ ਇਸ ਤਰ੍ਹਾਂ ਦੀਆਂ ਕਿ ਅੰਤਰਰਾਸ਼ਟਰੀ ਵਿਦਿਆਰਥਣਾਂ ਜਿਹੜੀਆਂ ਖਾਸ ਤੌਰ ਦੇ ਉੱਤੇ ਪੰਜਾਬ ਤੋਂ ਆਈਆਂ, ਕਿ ਉਹ ਇੱਕ ਐਸੇ ਕੰਮ ਦੇ ਵਿੱਚ, ਉਹਨਾਂ ਦੇ ਵਿੱਚੋਂ ਕੁਝ ਐਸੇ ਕੰਮ 'ਚ ਲੱਗ ਗਈਆਂ ਕਿ ਸਿਰ ਸ਼ਰਮਨਾ ਨੀਵਾਂ ਹੁੰਦਾ। ਇਹ ਖਬਰਾਂ ਗਈਆਂ, ਮੈਂ ਫੇਰ ਕਹਿਣਾ। ਜਦੋਂ ਖਬਰਾਂ ਗਈਆਂ ਤਾਂ ਮਾਪੇ ਚਿੰਤਾ ਦੇ ਵਿੱਚ ਪਏ। ਉਹ ਮਾਪੇ ਜਿਨ੍ਹਾਂ ਦੀਆਂ ਬੱਚੀਆਂ ਕੈਨੇਡਾ ਦੇ ਵਿੱਚ ਪੜ੍ਹ ਰਹੀਆਂ ਨੇ, ਉਹ ਮਾਪੇ ਚਿੰਤਾ ਦੇ ਵਿੱਚ ਪਏ ਜਿਨ੍ਹਾਂ ਦੀਆਂ ਬੱਚੀਆਂ ਨੇ ਕੈਨੇਡਾ ਪੜ੍ਹਨ ਦੇ ਲਈ ਆਉਣਾ ਹੈ। ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਖਬਰਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਇਹਨਾਂ ਨੂੰ ਕਿਸ ਤਰੀਕੇ ਪੇਸ਼ ਕੀਤਾ ਗਿਆ। ਦੋਨੋਂ ਪੱਖ ਜ਼ਰੂਰੀ ਨੇ, ਕਿਉਂਕਿ ਉਹਦੇ ਤੋਂ ਬਾਅਦ ਦੂਸਰਾ ਪੱਖ ਸਾਹਮਣੇ ਨਹੀਂ ਆਇਆ। ਤੇ ਅੱਜ ਅਸੀਂ ਇਸੇ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਅਸਲ ਸੱਚਾਈ ਜਿਹੜੀ ਆ ਉਹ ਸਾਹਮਣੇ ਆ ਸਕੇ। ਮਾਪੇ ਡਰਨ ਨਾ, ਜੇ ਬੱਚੇ ਵੀ ਇੱਥੇ ਆਉਂਦੇ ਆ, ਬੱਚੀਆਂ ਵੀ ਇੱਥੇ ਆਉਂਦੀਆਂ, ਉਹਨਾਂ ਨੂੰ ਅਸਲ ਸਥਿਤੀ ਦਾ ਪਤਾ ਹੋਵੇ। ਚੁਣੌਤੀਆਂ ਬਹੁਤ ਹੁੰਦੀਆਂ, ਕੋਈ ਇਹਦੇ ਵਿੱਚ ਸ਼ੱਕ ਨਹੀਂ। ਕਿਤੇ ਕਿਤੇ ਗਲਤੀ ਵੀ ਹੋ ਸਕਦੀ ਹੈ, ਕੋਈ ਇਹਦੇ ਵਿੱਚ ਸ਼ੱਕ ਨਹੀਂ। ਗਲਤੀ ਪੰਜਾਬ 'ਚ ਰਹਿੰਦਿਆਂ ਵੀ ਹੋ ਸਕਦੀ ਹੈ। ਪਰ ਸਾਡਾ ਸਾਰਿਆਂ ਦਾ ਸਭ ਤੋਂ ਵੱਡਾ ਫਰਜ਼ ਇਹ ਨਹੀਂ ਬਣਦਾ ਕਿ ਅਸੀਂ ਕਿਸੇ ਨੂੰ ਛੱਜ 'ਚ ਪਾ ਕੇ ਛੱਟੀਏ। ਸਾਡਾ ਫਰਜ਼ ਸਾਰਿਆਂ ਦਾ ਇਹ ਬਣਦਾ ਕਿ ਅਸੀਂ ਇੱਦਾਂ ਦਾ ਉਸਾਰੂ ਮਾਹੌਲ ਪੈਦਾ ਕਰ ਦਈਏ ਕਿ ਕੋਈ ਵੀ ਬੰਦਾ ਉਹ ਗਲਤ ਰਾਹੇ ਜਾਵੇ ਹੀ ਨਾ। ਉਹਨੂੰ ਪਤਾ ਹੋਵੇ ਕਿ ਰਸਤਾ ਗਲਤ ਹੈ ਜਾਂ ਸਹੀ ਹੈ। ਤੇ ਸਭ ਤੋਂ ਵੱਡੀ ਗੱਲ ਕਿ ਜੇ 0.1% ਕੋਈ ਗਲਤ ਰਾਹੇ ਪੈ ਗਿਆ ਤੇ ਉਹਨੂੰ ਅਸੀਂ 10% ਕਰਕੇ ਦੱਸਣਾ, ਜਾਂ ਉਹਨਾਂ ਨੂੰ ਵੀ ਸਿੱਧੇ ਰਾਹੇ ਤੇ ਲਿਆਉਣ ਦੀ ਕੋਸ਼ਿਸ਼ ਕਰਨੀ ਹੈ। ਅੱਜ 4 ਸ਼ਖਸੀਅਤਾਂ ਮੈਂ ਆਖਾਂਗਾ ਸਾਡੇ ਵਿਚਾਲੇ ਆ। 50-50% ਦੀ ਰੇਸ਼ੋ ਹੈ। 2 ਨੌਜਵਾਨ ਨੇ, 2 ਮੁਟਿਆਰਾਂ ਨੇ। ਇਹ ਚਾਰੋਂ ਇੰਟਰਨੈਸ਼ਨਲ ਸਟੂਡੈਂਟਸ ਦੇ ਤੌਰ ਦੇ ਉੱਤੇ ਕੈਨੇਡਾ 'ਚ ਆਏ, ਆਪਣੀਆਂ ਪੜ੍ਹਾਈਆਂ ਇੱਥੇ ਆ ਕੇ ਪਿਛਲੇ ਕੁਝ ਵਰ੍ਹਿਆਂ 'ਚ ਮੁਕੰਮਲ ਕੀਤੀਆਂ। 2 ਇਹਨਾਂ ਦੇ ਵਿੱਚੋਂ ਪੂਰੇ ਪੱਕੇ ਨੇ ਤੇ 2 ਪੱਕੇ ਹੋਣ ਵਾਲੇ ਨੇ। ਸੋ ਇਹਨਾਂ ਨੇ ਪੂਰਾ ਉਹ ਤਜਰਬਾ ਦੇਖਿਆ ਕਿ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਤੇ ਅੰਤਰਰਾਸ਼ਟਰੀ ਵਿਦਿਆਰਥਣ ਦੇ ਤੌਰ ਤੇ ਜਦੋਂ ਕੈਨੇਡਾ ਦੇ ਵਿੱਚ ਪੈਰ ਪਾਇਆ ਜਾਂਦਾ, ਔਕੜਾਂ ਕਿਹੜੀਆਂ ਹੁੰਦੀਆਂ, ਸਮਝਦਾਰੀ ਕਿਹੜੀ ਧਿਆਨ 'ਚ ਰੱਖਣੀ ਆ। ਤੇ ਸਭ ਤੋਂ ਵੱਡੀ ਗੱਲ ਕਿ ਜਦੋਂ ਖਬਰਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਛੱਜ 'ਚ ਪਾ ਕੇ ਛੱਟਿਆ ਜਾਂਦਾ ਤਾਂ ਫਿਰ ਦਿਲ ਦੇ ਉੱਤੇ ਬੀਤਦੀ ਕੀ ਹੈ, ਅਸਲ ਉਹ ਕਹਾਣੀ ਕੀ ਹੈ, ਸੱਚਾਈ ਕੀ ਹੈ, ਅਸੀਂ ਅੱਜ ਉਹ ਪਤਾ ਲਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਪਹਿਲਾਂ ਜਾਣ ਪਹਿਚਾਣ ਬਹੁਤ ਜ਼ਰੂਰੀ ਹੈ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਨਾਮ ਜੀ ਆਪਣਾ ਦੱਸਿਓ। ਮੇਰਾ ਨਾਮ ਜਸਕਰਨ ਸਿੰਘ ਬੈਨੀਪਾਲ ਹੈ। ਠੀਕ ਹੈ ਜੀ। ਜਸਕਰਨ ਜੀ, ਕਿਹੜੀ ਸੰਸਥਾ ਦੇ ਨਾਲ ਜੁੜੇ ਹੋ ਤੇ ਪੜ੍ਹਾਈ ਕਾਹਦੀ ਕੀਤੀ ਇੱਥੇ ਆ ਕੇ? ਹਾਂਜੀ, ਅਸੀਂ ਨੇ ਇੱਕ ਇੰਟਰਨੈਸ਼ਨਲ ਸਟੂਡੈਂਟ ਆਰਗੇਨਾਈਜੇਸ਼ਨ ਬਣਾਈ ਸੀਗੀ ਸਤੰਬਰ 2019 ਦੇ ਵਿੱਚ। ਸਾਡੀ ਆਰਗੇਨਾਈਜੇਸ਼ਨ ਦਾ ਨਾਮ ਹੈ ਟੀਮ ਵੀ ਕੇਅਰ। ਅਸੀਂ 5 ਜਣੇ ਨੇ, ਜਸ਼ਨਦੀਪ ਬਰਾੜ, ਗੁਰਲੀਨ ਸਿੱਧੂ, ਪਵਿੱਤਰ ਸਿੱਧੂ, ਅਰਵਿੰਦਰ ਕੰਗ ਤੇ ਮੈਂ। ਅਸੀਂ 5 ਜਣੇ ਨੇ ਸਤੰਬਰ 2019 ਦੇ ਵਿੱਚ ਆਰਗੇਨਾਈਜੇਸ਼ਨ ਪਹਿਲਾਂ BC ਤੋਂ ਸ਼ੁਰੂ ਕੀਤੀ ਸੀ। ਹੁਣ ਅਸੀਂ ਆਲ ਓਵਰ ਕੈਨੇਡਾ ਦੇ ਵਿੱਚ ਕੰਮ ਕਰਦੇ ਹਾਂ। ਠੀਕ ਹੈ ਜੀ। ਪੜ੍ਹਾਈ ਇੱਥੇ ਮੁਕੰਮਲ ਕੀਤੀ ਜੀ? ਹਾਂਜੀ, ਮੈਂ ਆਪਣੀ ਪੜ੍ਹਾਈ ਇੱਥੇ ਲੰਗਾਰਾ ਕਾਲਜ ਦੇ ਵਿੱਚ ਖਤਮ ਕੀਤੀ ਸੀ 2018 ਦੇ ਵਿੱਚ। ਠੀਕ ਹੈ ਜੀ, ਸਫਲਤਾਪੂਰਵਕ? ਬਿਲਕੁਲ ਜੀ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਨਵਪ੍ਰੀਤ ਕੌਰ ਹੈ ਜੀ। ਪੜ੍ਹਾਈ ਮੁਕੰਮਲ ਹੋ ਗਈ? ਹਾਂਜੀ, ਮੁਕੰਮਲ ਹੋ ਗਿਆ। ਠੀਕ ਹੈ ਜੀ। ਤੇ ਕਿੰਨਾ ਚਿਰ ਹੋ ਗਿਆ ਇੱਥੇ ਆਇਆਂ ਨੂੰ? 6 ਇਅਰਸ ਹੋ ਚੁੱਕੇ ਨੇ। ਹਾਂਜੀ, 6 ਸਾਲ ਹੋ ਗਏ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਜੀ? ਗੁਰਲੀਨ ਕੌਰ। ਗੁਰਲੀਨ ਜੀ, ਪੜ੍ਹਾਈ ਮੁਕੰਮਲ ਹੋ ਗਈ ਤੁਹਾਡੀ? ਹਾਂਜੀ ਠੀਕ ਹੈ ਜੀ। ਹਾਂਜੀ। ਕਿੰਨਾ ਚਿਰ ਹੋ ਗਿਆ? 6 ਸਾਲ ਹੋ ਗਏ ਜੀ ਮੈਨੂੰ ਇੱਥੇ। ਹਾਂਜੀ। ਠੀਕ ਹੈ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕੀ ਸ਼ੁਭ ਨਾਮ ਜੀ? ਜਸ਼ਨਦੀਪ ਸਿੰਘ ਜੀ। ਠੀਕ ਹੈ ਜੀ। ਜਸ਼ਨਦੀਪ ਜੀ, ਪੜ੍ਹਾਈ ਮੁਕੰਮਲ ਹੈ? ਪੜ੍ਹਾਈ ਮੁਕੰਮਲ ਹੈ ਜੀ। 2016 ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਆਇਆ ਸੀ। 18 ਚ ਨਿਬੜ ਗਈ। ਹੁਣ ਸੁੱਖ ਨਾਲ ਪੱਕੇ ਵੀ ਆ। ਠੀਕ ਹੈ ਜੀ। ਮੈਂ ਹੁਣ ਦੁਬਾਰਾ ਤੋਂ ਨਾ ਉਧਰਲੇ ਪਾਸੇ ਆਉਣਾ, ਜਦੋਂ ਖੇਤ ਵਾਹੀਦਾ ਤੇ ਇੱਦਾਂ ਘੁੰਮ ਘੁੰਮ ਕੇ ਆਉਣਾ ਪੈਂਦਾ।
ਅੱਛਾ, ਸਭ ਤੋਂ ਪਹਿਲਾਂ ਤੁਸੀਂ ਦੱਸਿਓ ਕਿ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਆਏ, ਜਦੋਂ ਕੈਨੇਡਾ ਦੇ ਵਿੱਚੋਂ ਖਬਰਾਂ ਆਈਆਂ ਨਾ, ਉਹ ਟੋਰਾਂਟੋ ਵਾਲੇ ਪਾਸਿਓਂ ਬੜੀ ਹੈਰਾਨੀ ਜੀ ਹੋਈ, ਝਟਕਾ ਲੱਗਿਆ, ਦੋ ਤਰ੍ਹਾਂ ਦਾ ਝਟਕਾ ਲੱਗਾ ਕਿ ਜੇ ਸੱਚੀ ਮੁੱਚੀ ਚਾਹੇ ਉਹ ਇੱਕ ਬੱਚਾ, ਦੋ ਬੱਚੇ ਜਾਂ ਤਿੰਨ ਬੱਚੇ ਨੇ, ਜੇ ਇਸ ਕੰਮ ਦੇ ਵਿੱਚ ਉਹਨਾਂ ਨੂੰ ਜਾਣਾ ਪਿਆ ਜਾਂ ਕੋਈ ਮਿਸਯੂਜ਼ ਕਰ ਰਿਹਾ ਤਾਂ ਕਿੱਡੀ ਮਾੜੀ ਗੱਲ ਹੈ, ਉਹ ਮਜਬੂਰੀ ਕੀ ਹੈ। ਦੂਸਰੀ ਗੱਲ ਕਿ ਜੇ ਇਦਾਂ ਦੀ ਕਹਾਣੀ ਕੋਈ ਨਹੀਂ ਜਾਂ ਥੋੜ੍ਹੀ ਕਹਾਣੀਆਂ ਨੂੰ ਵੱਡੀ ਕਰਕੇ ਦੱਸਿਆ ਜਾ ਰਿਹਾ, ਉਹ ਉਦੋਂ ਵੀ ਦੁਖਦਾਇਕ ਪਹਿਲੂ ਆ, ਕਿਉਂਕਿ ਭਾਈਚਾਰਾ ਤਾਂ ਫਿਰ ਆਪਣਾ ਹੀ ਹੁੰਦਾ। ਜਦੋਂ ਉਹ ਸਾਰਾ ਕੁਝ ਸੁਣਿਆ ਸੀ ਤਾਂ ਮਹਿਸੂਸ ਕੀ ਹੋਇਆ ਤੇ ਅਸਲ ਤੱਥ ਖੋਜਣ ਦੀ ਕੋਸ਼ਿਸ਼ ਕੀਤੀ ਇੱਕ ਜਥੇਬੰਦੀ ਦੇ ਨੁਮਾਇੰਦੇ ਦੇ ਤੌਰ ਤੇ? ਹਾਂਜੀ ਬਾਈ ਜੀ, ਆਪਾਂ ਗੱਲ ਕਰਾਂਗੇ ਖਬਰ ਦੀ, ਹੈ ਨਾ। ਜਦੋਂ ਖਬਰ ਆਉਂਦੀ ਆ, ਖਬਰ ਛਾਪਣ ਵਾਲੇ ਪਹਿਲਾਂ ਤਾਂ ਮੈਗਜ਼ੀਨ ਦੀ, ਦ ਕੈਨੇਡੀਅਨ ਬਾਜ਼ਾਰ ਨਾਮ ਦੇ ਮੈਗਜ਼ੀਨ ਦੇ ਵਿੱਚੋਂ ਖਬਰ ਆਈ ਸੀਗੀ, ਜਿਹਦੇ ਵਿੱਚ ਕਿਹਾ ਵੀ ਜਿਹੜਾ ਸੈਕਸ ਟ੍ਰੈਫਿਕਿੰਗ ਦਾ ਰੈਕਟ ਆ, ਹੈ ਨਾ, ਉਹ ਬਰੈਂਪਟਨ ਤੋਂ ਲੈ ਕੇ GTA ਤੱਕ ਸਪਰੈਡ ਹੋ ਰਿਹਾ। ਮਤਲਬ ਇਸ ਤਰੀਕੇ ਦੇ ਨਾਲ ਪਰਸੀਵ ਕੀਤੀ ਗਈ ਸੀਗੀ ਖਬਰ ਵੀ ਬਹੁਤ ਜ਼ਿਆਦਾ ਫੈਲਾਅ ਦੇ ਵਿੱਚ ਇਹ ਚੀਜ਼ ਵੱਧ ਰਹੀ ਹੈ, ਜਿਹਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਖਬਰ, ਉਹ ਖਬਰ ਪੜ੍ਹਨ ਵਾਲਾ ਵੀ ਬੰਦਾ ਐਂ ਲੱਗਦਾ ਵੀ ਪੰਜਾਬੀ ਕੁੜੀਆਂ ਜਿਹੜੀਆਂ ਪੰਜਾਬ ਤੋਂ ਆ ਕੇ ਕੈਨੇਡਾ ਦੇ ਵਿੱਚ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਕੰਮ ਕਰਦੀਆਂ ਨੇ ਜਾਂ ਰਹਿੰਦੀਆਂ ਨੇ, ਉਹਨਾਂ ਤੋਂ ਆਪਦੇ ਜਿਹੜੇ ਖਰਚੇ ਵਾਸਤੇ ਪੈਸੇ ਨੇ ਉਹ ਪੂਰੇ ਨਹੀਂ ਹੁੰਦੇ ਹੈਗੇ, ਜਿਹਦੇ ਕਰਕੇ ਉਹ ਪ੍ਰੋਸਟੀਟਿਊਸ਼ਨ, ਹਿਊਮਨ ਟ੍ਰੈਫਿਕਿੰਗ, ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਜਾਂਦੀਆਂ ਨੇ। ਅਤੇ ਜਿਹੜੀਆਂ ਕੁੜੀਆਂ ਆਲਰੇਡੀ ਉਸ ਚੀਜ਼ ਦੇ ਵਿੱਚ ਇੰਡਲਜ ਨੇ, ਉਹ ਨਵੀਆਂ ਆਉਂਦੀਆਂ ਕੁੜੀਆਂ ਨੂੰ ਇਸ ਚੀਜ਼ ਦੇ ਵਿੱਚ ਪਾਉਂਦੀਆਂ ਨੇ ਕਿ ਹਾਂ ਤੁਸੀਂ ਵੀ ਪ੍ਰੋਸਟੀਟਿਊਸ਼ਨ ਕਰਨ ਲੱਗ ਜਾਓ, ਦੇਹ ਵਪਾਰ ਕਰਨ ਲੱਗ ਜਾਓ, ਸੌਖਾ ਤਰੀਕਾ ਇਹ ਜਿਹੜਾ ਕਮਾਈ ਕਰਨ ਦਾ। ਹੁਣ ਉਹ ਖਬਰ ਪੜ੍ਹ ਕੇ ਇੰਟਰਨੈਸ਼ਨਲ ਸਟੂਡੈਂਟ ਕੁੜੀਆਂ ਦੇ ਵਿੱਚ, ਸਾਡੇ ਵਿੱਚ, ਜਾਂ ਆਲ ਓਵਰ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਕੀ ਚੀਜ਼ ਹੋਈ, ਹੈ ਨਾ। ਪਹਿਲੇ ਨੰਬਰ ਦੇ ਉੱਤੇ ਤਾਂ ਜਦੋਂ ਉਹ ਖਬਰ ਪੜ੍ਹੀ, ਅਸੀਂ ਸਾਰਿਆਂ ਨੇ ਜਦੋਂ ਖਬਰ ਪੜ੍ਹੀ, ਇੱਕ ਤਰ੍ਹਾਂ ਨਾਲ ਸ਼ੌਕ ਲੱਗਿਆ ਵੀ, ਕਿਉਂਕਿ ਅਸੀਂ ਇਹੋ ਜਿਹੇ ਕਿਸੇ ਵੀ ਇੰਟਰਨੈਸ਼ਨਲ ਸਟੂਡੈਂਟ ਨੂੰ ਨਹੀਂ ਜਾਣਦੇ ਜਿਹੜਾ ਹਾਰਡ ਵਰਕ ਛੱਡ ਕੇ ਸੌਖੇ ਤਰੀਕੇ ਦੇ ਨਾਲ ਪੈਸੇ ਕਮਾਵੇ, ਸੌਖੇ ਤਰੀਕੇ ਦੇ ਨਾਲ ਸੋਚੇ ਵੀ ਅਸੀਂ ਹਾਂ ਸਾਨੂੰ ਇਹ ਕੰਮ ਮਿਲਦਾ, ਅਸੀਂ ਇਸ ਕੰਮ ਦੇ ਵਿੱਚ ਜਾਈਏ। ਕਿਉਂਕਿ ਉਹਦੇ ਵਿੱਚ ਖਬਰ 'ਚ ਕੀ ਲਿਖਿਆ ਹੋਇਆ ਸੀਗਾ ਨਾ, ਖਬਰ 'ਚ ਲਿਖਿਆ ਹੋਇਆ ਕਿ ਕੁੜੀਆਂ ਨੇ ਆਪਦਾ ਜਿਹੜਾ ਰੈਂਟ ਆ ਉਹ ਪੇ ਕਰਨ ਵਾਸਤੇ ਆਪਦੇ ਜਿਹੜੇ ਹੋਮ ਓਨਰ ਨੇ ਉਹਨਾਂ ਦੇ ਨਾਲ ਕੰਪਰੋਮਾਈਜ਼ ਕੀਤਾ। ਬਹੁਤ ਕੁੜੀਆਂ ਐਵੇਂ ਕਰਦੀਆਂ ਨੇ। ਉਹਦੇ 'ਚ ਲਿਖਿਆ ਹੋਇਆ ਸੈਡਲੀ ਇਹ ਕੁੜੀਆਂ ਨੂੰ ਕਰਨਾ ਪੈਂਦਾ ਕਿਉਂਕਿ ਉਹਨਾਂ ਦੇ ਕੋਲ ਕਮਾਈ ਦੇ ਹੋਰ ਸਾਧਨ ਨਹੀਂ ਹੈਗੇ। ਜਦ ਕਿ ਅਸਲ ਤਰੀਕੇ ਦੇ ਨਾਲ ਜੇ ਦੇਖਿਆ ਜਾਵੇ ਅਸਲ ਚੀਜ਼ ਕੀ ਆ, ਕੋਵਿਡ ਦੌਰਾਨ ਕੁੜੀਆਂ ਨੇ 2-2, 3-3 ਸ਼ਿਫਟਾਂ ਵੀ ਕੀਤੀਆਂ ਨੇ, ਇੱਕ ਦਿਨ ਦੇ ਵਿੱਚ 18-18 ਘੰਟੇ ਕੰਮ ਕੀਤਾ। ਕੁੜੀਆਂ 2-2 ਘੰਟੇ ਕਲਾਸ ਹੁੰਦੀ ਸੀ ਜਿਹੜੀ ਆਨਲਾਈਨ, ਉਹ ਆਪਦੇ ਕੰਮ ਦੇ ਵਿੱਚ ਬ੍ਰੇਕ ਲੈ ਕੇ ਬਾਕੀ ਦਾ ਟਾਈਮ ਫਿਰ ਕੰਮ ਕਰਦੀਆਂ ਸੀਗੀਆਂ। ਪਹਿਲਾਂ ਵੀ ਕਲਾਸ ਤੋਂ ਪਹਿਲਾਂ ਕੰਮ, ਕਲਾਸ ਤੋਂ ਬਾਅਦ ਵੀ ਕੰਮ। ਉਹਨਾਂ ਦੀ GPA ਦੇਖੀ ਜਾਵੇ, ਉਹਨਾਂ ਦੀ GPA ਵੀ ਸੁਧਰੀ ਆ। ਹੁਣ ਇਹਦਾ ਜਿਵੇਂ ਤੁਸੀਂ ਨੇ ਗੱਲ ਕੀਤੀ ਸੀਗੀ ਵੀ ਇੰਪੈਕਟ ਕੀ ਪਿਆ, ਇੰਪੈਕਟ ਐਵੇਂ ਦੀ ਗੱਲ ਹੋਈ ਵੀ ਜਦੋਂ ਕਿਸੇ ਮੁੰਡੇ ਨਾਲ ਵੀ ਜੇ ਆਪਾਂ ਗੱਲ ਕਰਦੇ ਸੀਗੇ ਨਾ, ਪਿੰਡ ਪੰਜਾਬ ਕਿਸੇ ਨਾਲ ਗੱਲ ਕਰਦੇ ਹਾਂ, ਉਹਨਾਂ ਦਾ ਇਹ ਰਿਐਕਸ਼ਨ ਸੀਗਾ ਵੀ ਅਸੀਂ ਕੈਨੇਡਾ ਦੀ ਕੁੜੀ ਦੇ ਨਾਲ ਵਿਆਹ ਨਹੀਂ ਕਰਾਉਣਾ ਹੈਗਾ, ਕਿਉਂਕਿ ਇਸ ਤਰੀਕੇ ਦੇ ਨਾਲ, ਇਸ ਲੈਵਲ ਦੇ ਨਾਲ ਪਰਸੀਵ ਕੀਤਾ ਗਿਆ ਉਹਨੂੰ। ਬਾਅਦ ਦੇ ਵਿੱਚ ਕੁਛ ਇਨਫਲੂਐਂਸਰਾਂ ਵੱਲੋਂ ਸਭ ਤੋਂ ਪਹਿਲਾਂ ਤਾਂ ਜਿਹੜਾ ਅਖਬਾਰ, ਜਿਹੜਾ ਆਨਲਾਈਨ ਅਖਬਾਰ ਆ, ਉਹ ਕਿਸੇ ਇਹ ਨਹੀਂ ਹੈਗਾ ਵੀ ਕਿਸੇ ਤਰੀਕੇ ਦੇ ਨਾਲ ਕੋਈ ਇਹੋ ਜਿਹਾ ਪੋਰਟਲ ਹੋਵੇ ਜਿਹੜਾ ਔਥੈਂਟਿਕ ਹੋਵੇ, ਹੈ ਨਾ। ਦੂਜੇ ਨੰਬਰ 'ਤੇ ਇਨਵੈਸਟੀਗੇਟਿਵ ਜਿਹੜੇ ਜਰਨਲਿਜ਼ਮ ਦੇ ਨਾਮ ਹੇਠਾਂ ਇੱਕ ਰਿਪੋਰਟ ਛਾਪੀ ਗਈ, ਉਸ ਰਿਪੋਰਟਰ ਨੇ ਆਪਦਾ ਨਾਮ ਤੱਕ ਨਹੀਂ ਉੱਥੇ ਕਿਤੇ ਮੈਂਸ਼ਨ ਕੀਤਾ, ਉਸ ਚੀਜ਼ ਨੂੰ ਓਨ ਵੀ ਨਹੀਂ ਕੀਤਾ ਹੈਗਾ। ਤੀਜਾ, ਜਿਹੜੀ ਉੱਥੋਂ ਦੀ ਸੰਸਥਾ, ਜਿਹੜਾ ਵਿਮਨ ਸੈਂਟਰ ਆ ਉੱਥੋਂ ਦਾ, ਉਹ ਵਿਮਨ ਸੈਂਟਰ ਦੇ ਇਹ ਲਿਖਿਆ ਹੋਇਆ ਮੈਨੀ ਆਫ ਦਾ ਸਟੂਡੈਂਟਸ ਇੰਡਲਜ ਇਨ ਦੋਜ਼ ਐਕਟੀਵਿਟੀਜ਼, ਮੈਨੀ ਆਫ ਦਾ ਇੰਟਰਨੈਸ਼ਨਲ ਸਟੂਡੈਂਟਸ ਸਪੈਸੀਫਿਕਲੀ ਫਰੋਮ ਇੰਡੀਆ, ਕਮਿੰਗ ਫਰੋਮ ਪੰਜਾਬ, ਇੰਡੀਆ, ਪੰਜਾਬ, ਇਹੋ ਜਿਹੇ ਅੱਖਰ ਜਿਹੜੇ ਵਾਰ-ਵਾਰ ਵਰਤੇ ਗਏ, ਹੈ ਨਾ। ਮੈਨੀ, ਕੁਆਇਟ ਆ ਫਿਊ, ਨਿਊਮਰਸ ਨੰਬਰ, ਉਹ ਬਿਨਾਂ ਕਿਸੇ ਤੱਥ ਤੋਂ, ਬਿਨਾਂ ਕਿਸੇ ਫੈਕਟ ਤੋਂ, ਹੈ ਨਾ, ਉਵੇਂ ਕਿਸੇ ਨੇ ਕਹਿਤਾ ਅਤੇ ਅਗਲੇ ਨੇ ਛਾਪਣ ਵਾਲੇ ਨੇ ਛਾਪਤੀ। ਉਸ ਤੋਂ ਬਾਅਦ ਕੀ ਹੋਇਆ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੁਛ ਕੁ ਜਿਹੜੇ ਇਨਫਲੂਐਂਸਰ ਨੇ, ਉਹਨਾਂ ਦੀ ਫੇਸਬੁੱਕ ਦੀ ਵੀਡੀਓਜ਼ ਨੇ, ਜਿਹੜੇ ਪੇਰੈਂਟਸ ਦੇਖਦੇ ਨੇ, ਉਹਨਾਂ ਦੀ ਫੇਸਬੁੱਕ ਦੀਆਂ ਜਿਹੜੀਆਂ ਵੀਡੀਓਜ਼ ਨੇ, ਪਿੰਡਾਂ ਦੇ ਲੋਕ ਦੇਖਦੇ ਨੇ, ਉਹ ਕੁੜੀਆਂ ਦੇ ਮਾਪਿਓ, ਕੁੜੀਆਂ ਦੇ ਘਰ-ਬਾਰ ਵਾਲੇ, ਉਹਨਾਂ ਦੇ ਰਿਸ਼ਤੇਦਾਰ ਦੇਖਦੇ ਨੇ, ਜਿਹੜੀਆਂ ਕੁੜੀਆਂ ਇੱਥੇ ਪੜ੍ਹਨ ਆਈਆਂ ਹੋਈਆਂ ਨੇ। ਉਹਨਾਂ ਨੇ ਅੱਗੇ ਜਾ ਕੇ ਇਸ ਚੀਜ਼ ਨੂੰ ਬਿਨਾਂ ਕਿਸੇ ਪੜਚੋਲ ਤੋਂ ਅੱਗੇ ਫੈਲਾਤਾ, ਅਤੇ ਜਿਨ੍ਹਾਂ ਨੇ ਦੇਖੀ ਹੈ ਗਾਹਾਂ ਵੀਡੀਓ, ਉਹਨਾਂ ਨੂੰ ਲੱਗਿਆ ਵੀ ਹਾਂ ਸਾਰੀਆਂ ਕੁੜੀਆਂ ਇਹੀ ਕੰਮ ਕਰਦੀਆਂ ਨੇ ਜੀ। ਸੋ ਜੇ ਆਪਾਂ ਇਸ ਚੀਜ਼ ਦੀ ਗੱਲ ਕਰੀਏ, ਫੈਕਟ ਦੀ ਆਪਾਂ ਗੱਲ ਕਰੀਏ, ਜਿਵੇਂ ਤੁਸੀਂ ਗੱਲ ਕੀਤੀ 0.1%, ਹੈ ਨਾ। ਹੁਣ ਇਸ ਟਾਈਮ ਦੇ ਉੱਤੇ ਕੈਨੇਡਾ ਦੇ ਵਿੱਚ 5,31,000 ਸਟੂਡੈਂਟ ਨੇ ਜਿਹੜੇ ਸਟੱਡੀ ਪਰਮਿਟ ਦੇ ਉੱਤੇ ਪੜ੍ਹ ਰਹੇ ਨੇ ਹਰੇਕ ਸਾਲ ਦੇ ਵਿੱਚ। ਉਹਨਾਂ ਦੇ ਵਿੱਚ ਪੰਜਾਬ ਤੋਂ ਵੀ ਨੇ, ਉਹਨਾਂ ਦੇ ਵਿੱਚ ਇੰਡੀਆ ਦੇ ਹੋਰ ਵੱਖ-ਵੱਖ ਖਿੱਤਿਆਂ ਤੋਂ ਵੀ ਨੇ, ਉਹਨਾਂ ਦੇ ਵਿੱਚ ਚੀਨ ਤੋਂ, ਬ੍ਰਾਜ਼ੀਲ ਤੋਂ, ਸਾਰੇ ਪਾਸਿਓਂ ਨੇ। ਚਲੋ ਆਪਾਂ ਮੰਨ ਲੈਂਦੇ ਹਾਂ ਵੀ 50% ਉਹਨਾਂ ਦੇ ਵਿੱਚੋਂ ਇੰਡੀਆ ਤੋਂ ਨੇ, 5 ਲੱਖ ਦੇ ਵਿੱਚੋਂ 2.5 ਲੱਖ ਹੋ ਗਏ, 0.1% ਉਹਦਾ ਵੀ 2500 ਬਣਦਾ, ਅਤੇ 2500 ਜਾਣੀਆਂ ਇਸ ਕੰਮ ਦੇ ਵਿੱਚ ਹੋਣਗੀਆਂ, ਤਾਂ ਵੀ ਬੰਦਾ ਫਿਰ ਵੀ ਐਂ ਨਹੀਂ ਨਾ ਕਹਿ ਸਕਦਾ ਹੈਗਾ ਵੀ ਮੈਨੀ ਆਫ ਦਾ ਸਟੂਡੈਂਟਸ। ਸੋ ਉਹ ਚੀਜ਼ ਆ ਜੀ, ਜਿਹੜੀ ਇਹ ਸਾਰੇ ਦਾ ਸਾਰਾ ਵਰਤਾਰਾ, ਇਹ ਸਾਰੇ ਦਾ ਸਾਰਾ ਵਰਤਾਰਾ ਇੱਕ ਸਟੀਰੀਓਟਾਈਪਿੰਗ ਵੱਲ ਲੈ ਗਿਆ ਵੀ ਇੰਡੀਅਨ ਇੰਟਰਨੈਸ਼ਨਲ ਸਟੂਡੈਂਟਸ ਸਪੈਸੀਫਿਕਲੀ ਫਰੋਮ ਪੰਜਾਬ, ਉਹ ਜਿਹੜੀਆਂ ਕੁੜੀਆਂ ਨੇ ਉਹ ਸੈਕਸ ਟ੍ਰੈਫਿਕਿੰਗ ਦੇ ਵਿੱਚ ਜਾਂ ਪ੍ਰੋਸਟੀਟਿਊਸ਼ਨ ਦੇ ਵਿੱਚ ਜਾਂਦੀਆਂ ਨੇ ਜੀ। ਮੈਨੂੰ ਇੱਕ ਗੱਲ ਦੱਸਿਓ ਕਿ ਤੁਸੀਂ ਇਹ ਬੜਾ ਚੰਗੇ ਤਰੀਕੇ ਖੋਜਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਕੀ ਇਹ ਕੰਮ
ਦਾਅਵੇ ਨਾਲ ਕਿਹਾ ਜਾ ਸਕਦਾ ਕਿ ਕੋਈ ਵੀ ਬੰਦਾ ਇਹਦੇ ਵਿੱਚ ਇਨਵੋਲਵ ਨਹੀਂ ਹੋਏਗਾ, ਜਾਂ ਫਿਰ ਉਹਨਾਂ ਦੀ ਮਨਸ਼ਾ ਕੀ ਹੋਏਗੀ? ਦੂਸਰੀ ਗੱਲ ਇਹ ਹੈ ਕਿ ਇਸ ਸਾਰੀ ਪ੍ਰਕਿਰਿਆ ਦੇ ਵਿੱਚੋਂ, ਕਿਉਂਕਿ ਤੁਸੀਂ ਜਿਹਦਾ 2500 ਦਾ ਨੰਬਰ ਕੱਢ ਕੇ ਦੱਸਿਆ, ਉਹ ਤਾਂ ਨੰਬਰ ਬਹੁਤ ਵੱਡਾ ਹੈ, ਇੱਦਾਂ ਸੰਭਵ ਨਹੀਂ ਹੈ। ਹੁਣ ਲੱਗਦਾ ਕੀ ਹੈ ਕਿ ਕਿਉਂ ਕੀਤਾ ਗਿਆ ਹੋਊਗਾ? ਇਹਦੇ ਪਿੱਛੇ ਕਾਰਨ ਕੀ ਹੋਣਗੇ? ਕਿਉਂਕਿ ਆਪਣਾ ਹੀ ਭਾਈਚਾਰਾ ਨਾ, ਅਸੀਂ ਆਪਣੇ ਆਪ ਨੂੰ ਤਾਂ ਬਦਨਾਮ ਨਹੀਂ ਕਦੇ ਕਰ ਸਕਦੇ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਪੰਜਾਬੀਆਂ ਦੀ ਗੱਲ ਕਰਦੇ ਹਾਂ ਜੀ। ਪੰਜਾਬੀਆਂ ਨੇ ਮੱਲਾਂ ਮਾਰੀਆਂ, ਪੰਜਾਬੀਆਂ ਨੇ ਉੱਥੇ ਡਾਂਗ ਖੜਕਾਈ, ਪੰਜਾਬੀਆਂ ਨੇ ਉੱਥੇ ਇਸ ਖੇਤਰ ਦੇ ਵਿੱਚ ਬੱਲੇ ਬੱਲੇ ਕਰਾਤੀ। ਹੁਣ ਆਪਣੇ ਬੰਦੇ ਆਪਣੇ ਆਪ ਨੂੰ ਉੱਦੀ ਥੋੜ੍ਹੀ ਬਦਨਾਮ ਕਰ ਸਕਦੇ। ਕਾਰਨ ਕੀ ਹੋਊਗਾ ਪਿੱਛੇ? ਜੀ, ਜਿਹੜਾ ਇੱਕ ਨਾ ਸੈਂਸੇਸ਼ਨਲਾਈਜੇਸ਼ਨ ਜਾਂ TRP ਦਾ ਜਿਹੜਾ ਕੰਮ ਆ, ਅੱਗੇ ਹੁੰਦਾ ਸੀਗਾ ਕਿ TV ਚੈਨਲ ਜਿਹੜੇ ਅੱਜ ਤੋਂ ਹੁਣ ਤੋਂ ਜੇ 10 ਕੁ ਸਾਲ ਪਹਿਲਾਂ ਦੀ ਆਪਾਂ ਗੱਲ ਕਰੀਏ, ਵੀ ਜਿਹੜੇ ਨਿਊਜ਼ ਰਿਪੋਰਟਰ ਵੱਧ ਸੈਂਸੇਸ਼ਨਲਾਈਜ਼ ਖਬਰ ਲੈ ਕੇ ਆਉਂਦੇ ਨੇ, ਲੋਕ ਉਹਨਾਂ ਦੀ ਖਬਰ ਸੁਣਦੇ ਸੀਗੇ, ਲੋਕ ਉਹਨਾਂ ਦੀ ਖਬਰ ਦੇ ਉੱਤੇ ਕ੍ਰੈਡੀਬਿਲਿਟੀ ਵਾਲਾ ਯਕੀਨ ਕਰਦੇ ਸੀ ਵੀ ਇਹ ਬੰਦੇ ਨੇ ਜਿਹੜੀ ਗੱਲ ਕਹਿਤੀ ਉਹ ਸਹੀ ਆ ਜਮਾਂ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਵੀ 0.1% ਆਪਾਂ ਇੱਕ ਮਾਈਨਰ ਜਿਹਾ ਨੰਬਰ ਲੈ ਲੈਂਦੇ ਹਾਂ, ਇਸ ਖੇਤਰ 'ਚ ਵੀ ਆਪਾਂ 0.1% ਨੰਬਰ ਲੈ ਲੈਂਦੇ ਹਾਂ। ਕੁਛ ਕੁ ਬੰਦੇ ਨੇ ਜਿਹੜੇ ਆਪਦੀ TRP, ਆਪਦੇ ਆਪ ਨੂੰ ਸੈਂਸੇਸ਼ਨਲਾਈਜ਼ ਕਰਨ ਵਾਸਤੇ ਉਹ ਆਪਣੇ ਨਿਊਜ਼ ਚੈਨਲ, ਆਪਣੇ ਔਨਲਾਈਨ ਪੋਰਟਲ, ਚਾਹੇ ਉਹ ਆਪਦਾ ਚਾਹੇ ਉਹਨਾਂ ਦਾ ਫੇਸਬੁੱਕ ਪਲੇਟਫਾਰਮ ਆ, ਚਾਹੇ ਕੁਛ ਵੀ ਆ, ਉਹ ਜਿਹੜੀ ਵੀ ਖਬਰ ਆਉਂਦੀ ਆ ਉਹ ਖਬਰ ਨਾਲ ਦੀ ਨਾਲ ਪਾ ਦਿੰਦੇ ਨੇ, ਹੈ ਨਾ। ਉਹ ਖਬਰ ਨਾਲ ਦੀ ਨਾਲ ਅੱਗੇ ਪਬਲਿਸ਼ ਕਰ ਦਿੰਦੇ ਨੇ। ਇੰਟਰਨੈਸ਼ਨਲ ਸਟੂਡੈਂਟਸ, ਜਦੋਂ ਆਪਾਂ ਕੈਨੇਡਾ ਦੇ ਵਿੱਚ ਗੱਲ ਕਰਦੇ ਹਾਂ, ਇੱਕ ਹੌਟ ਸਪੌਟ ਇਸ ਤਰੀਕੇ ਦੇ ਨਾਲ ਰਹਿੰਦਾ ਵੀ ਗੱਲ ਸੁਣਦੀ ਸਾਰੇ ਲੋਕਾਂ ਦੇ ਕੰਨ ਖੜੇ ਹੋ ਜਾਂਦੇ ਨੇ। ਜਦੋਂ ਆਪਾਂ ਇੱਥੇ ਦੀ ਗੱਲ ਕਰਦੇ ਹਾਂ, ਇੱਥੇ ਕੋਈ ਟਾਕ ਸ਼ੋਅ ਰੱਖਿਆ ਹੋਵੇ ਜੇ ਕਿਸੇ ਰੇਡੀਓ ਚੈਨਲ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ, ਉਹਦੇ 'ਤੇ ਜੇ ਆਪਾਂ ਕਹੀਏ ਨਾ, ਬਾਕੀ ਸਾਰੇ ਚੈਨਲਾਂ, ਬਾਕੀ ਸਾਰੇ ਜਿਹੜੇ ਟਾਕ ਸ਼ੋਅ ਨੇ ਉਹਦੇ 'ਤੇ ਉਨੀਆਂ ਕਾਲਾਂ ਨਹੀਂ ਆਉਂਦੀਆਂ ਹੈਗੀਆਂ ਜਿੰਨੀਆਂ ਸਿਰਫ ਤੋਂ ਸਿਰਫ ਉਸ ਕਾਲ ਉਹਦੇ 'ਚ ਆ ਜਾਂਦੀਆਂ ਨੇ, ਉਸ ਸ਼ੋਅ ਦੇ ਵਿੱਚ ਆ ਜਾਂਦੀਆਂ ਨੇ। ਆਉਂਦੀਆਂ ਕੀ ਨੇ? ਇਹਨਾਂ ਨੇ ਜੀ ਗੰਦ ਪਾਤਾ, ਇਹ ਸਲੀਪਰ ਪਾ ਕੇ ਤੁਰੇ ਫਿਰਦੇ ਨੇ, ਇਹਨਾਂ ਨੇ ਫਲਾਣਾ ਕਰਤਾ, ਧਕਾਣਾ ਕਰਤਾ। ਸਾਨੂੰ ਇਹ ਗੱਲ ਮੰਨਣੀ ਪੈਣੀ ਆ ਵੀ ਇੰਟਰਨੈਸ਼ਨਲ ਸਟੂਡੈਂਟ ਨੇ ਜਿਹੜੇ, ਉਹ ਕੈਨੇਡਾ ਦੇ ਵਿੱਚ ਪੰਜਾਬੀਆਂ ਦਾ ਆਉਣ ਵਾਲਾ ਭਵਿੱਖ ਨੇ। ਉਹਨਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਹੋਰ ਨੇ। ਉਹਨਾਂ ਦੀਆਂ ਮੁਸ਼ਕਲਾਂ ਵਰਕ ਐਕਸਪਲੋਇਟੇਸ਼ਨ, ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਮੈਂਟਲ ਹੈਲਥ ਨੂੰ ਲੈ ਕੇ ਹੈਗੀਆਂ ਚੀਜ਼ਾਂ, ਉਹਨਾਂ ਦੀਆਂ ਮੁਸ਼ਕਲਾਂ ਨੇ ਕਰੀਅਰ ਕਿਵੇਂ ਬਣਾਉਣੇ ਨੇ, ਉਹਨਾਂ ਦੀਆਂ ਮੁਸ਼ਕਲਾਂ ਇਹ ਨੇ ਵੀ ਅਸੀਂ PR ਕਿਵੇਂ ਲੈਣੀ ਆ। ਉਹਨਾਂ ਨੂੰ ਜਦੋਂ ਇਹੋ ਜਿਹੀ ਚੀਜ਼ ਦੇ ਵਿੱਚ, ਜਦੋਂ ਇੰਟਰਨੈਸ਼ਨਲ ਸਟੂਡੈਂਟ ਤਬਕਾ ਜਿਹੜਾ ਆਪਦੇ ਧੀਆਂ ਪੁੱਤਾਂ ਵਰਗੇ ਹੁੰਦੇ ਨੇ ਸਾਰਿਆਂ ਦੇ, ਜਦੋਂ ਉਹਨਾਂ ਨੂੰ ਇਹੋ ਜਿਹੀ ਚੀਜ਼ ਦੇ ਵਿੱਚ, ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਬਲੇਮ ਗੇਮ ਜਿਹੀ ਦੇ ਵਿੱਚ ਪਾਇਆ ਜਾਂਦਾ, ਉਹ ਹੋਰ ਰਿੜਕਾ ਪੈ ਜਾਂਦਾ ਹੁੰਦਾ। ਉਹ ਪਾਉਣ ਵਾਲੇ ਕੌਣ ਨੇ? ਉਹੀ 0.1% ਜਿਨ੍ਹਾਂ ਨੇ ਸਿਰਫ ਤੇ ਸਿਰਫ ਆਪਦੀ TRP ਲੈਣੀ ਆ। ਬਾਕੀ ਜਿੰਨੇ ਬੰਦੇ ਨੇ ਉਹ ਵਹਾ ਦੇ ਵਿੱਚ ਬਹਿ ਜਾਂਦੇ ਨੇ ਉਹਦੇ ਨਾਲ। ਮੈਂ ਤੁਹਾਡੇ ਕੋਲ ਦੁਬਾਰਾ ਆਉਣਾ ਕਿ ਕੀ ਤੁਸੀਂ ਉਹਨਾਂ ਦੇ ਨਾਲ ਸੰਪਰਕ ਕੀਤਾ ਕਿ ਨਹੀਂ ਕੀਤਾ। ਮੈਂ ਇੱਕ ਵਾਰੀ ਉੱਧਰਲੇ ਪਾਸਿਓਂ ਅੱਗੇ ਹੋ ਆਵਾਂ। ਮੈਂ ਤੁਹਾਡੇ ਕੋਲ ਹੁਣ ਇਸ ਕਰਕੇ ਆਇਆ ਕਿ ਤੁਸੀਂ ਆਪਣੀ ਪੜ੍ਹਾਈ ਮੁਕੰਮਲ ਕੀਤੀ ਹੈ। ਮੈਂ ਪੱਤਰਕਾਰ ਹਾਂ, ਜੇ ਸਾਡੇ ਪੱਤਰਕਾਰਾਂ ਦੇ ਉੱਤੇ ਕੋਈ ਦੋਸ਼ ਲੱਗੂਗਾ ਤਾਂ ਮੈਨੂੰ ਦੁੱਖ ਆਊਗਾ। ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ ਸੀ ਜਦੋਂ ਇਹ ਖਬਰ ਆਈ? ਬਹੁਤ ਜਿੱਦਾਂ ਸ਼ੌਕ ਲੱਗਿਆ ਸੀ ਨਾ, ਕਿਉਂਕਿ ਸਾਡੇ ਸਰਕਲ ਦੇ ਵਿੱਚ ਮੈਨੂੰ 6 ਸਾਲ ਹੋ ਗਏ ਨੇ ਇੱਥੇ ਨਾ, ਤਾਂ ਬਹੁਤ ਸਾਰੇ ਬੱਚੇ ਜਾਂਦੇ ਨੇ, ਨਾਲ ਦੀਆਂ ਮੇਰੇ ਫਰੈਂਡਸ ਨੇ, ਕੋਵਰਕਰਸ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਏ ਨੇ। ਮੇਰੇ ਰਿਸ਼ਤੇ ਵਿੱਚ ਕੋਈ ਵੀ ਬੱਚਾ ਇਹ ਚੀਜ਼ ਦੇ ਵਿੱਚ ਇਨਵੋਲਵ ਹੀ ਨਹੀਂ ਸੀਗਾ। ਸੋ ਜਦੋਂ ਇਹਨਾਂ ਨੇ ਇੱਦਾਂ ਕਿਹਾ ਕਿ ਮੈਨੀ ਆਫ ਦ ਸਟੂਡੈਂਟਸ ਆਰ ਲਾਈਕ ਇੱਦਾਂ ਇਨਵੋਲਵ, ਇੰਟਰਨੈਸ਼ਨਲ ਗਰਲਸ ਨੇ ਸਪੈਸ਼ਲੀ। ਮੈਂ ਸਟੋਰ ਮੈਨੇਜਰ 'ਤੇ ਕੰਮ ਕੀਤਾ, ਮੇਰੇ ਅੰਡਰ ਕਈ ਗਰਲਸ ਕੰਮ ਕਰਦੀਆਂ ਰਹੀਆਂ ਨੇ, ਹੈ ਨਾ। ਤਾਂ ਸਟੂਡੈਂਟਸ ਦੇ ਹੋ ਕੇ ਵੀ ਉਹ ਕਈ ਘੰਟੇ ਕੰਮ 'ਤੇ ਕਰਦੇ ਸੀ, ਇਹਦੇ ਫੀਸ ਅਫੋਰਡ ਕਰਦੇ ਸੀ, ਇਹਦਾ ਰੈਂਟ ਕੱਢਦੇ ਸੀ, ਸਾਰਾ ਕੁਛ ਕਰਦੇ ਸੀਗੇ। ਜਿਹੜਾ ਬੰਦਾ ਹਾਰਡ ਵਰਕ ਕਰਨਾ ਚਾਹੁੰਦਾ, ਮੈਨੂੰ ਨਹੀਂ ਲੱਗਦਾ ਕਿ ਉਹ ਬੰਦੇ ਨੂੰ ਕਦੇ ਲੋੜ ਪਏਗੀ ਇਹ ਚੀਜ਼ ਦੀ, ਹੈ ਨਾ। ਤਾਂ ਕਦੇ ਕਿਸੇ ਨੇ ਕੀਤਾ ਹੀ ਨਹੀਂ ਸੀਗਾ। ਸੋ ਮਤਲਬ ਕਿ ਆਪਣੇ ਨੋਨ ਦੇ ਵਿੱਚ ਕੋਈ ਪਤਾ ਨਹੀਂ ਸੀਗਾ, ਤਾਂ ਸ਼ੌਕ ਲੱਗਿਆ ਕਿ ਕਿੱਦਾਂ ਇਹਨੂੰ ਇਹ ਚੀਜ਼ ਨੂੰ, ਟੌਪਿਕ ਨੂੰ ਹਾਈਲਾਈਟ ਕੀਤਾ ਜਾਂਦਾ ਹੈ, ਕੀਤਾ ਜਾ ਰਿਹਾ। ਅਤੇ ਇੰਸਟੈਡ ਆਫ ਕਿ ਉਹਨਾਂ ਨੂੰ ਸੈਲੀਬ੍ਰੇਟ ਕਰਨ ਦੀ ਜਗ੍ਹਾ 'ਤੇ ਕੋਈ ਇੰਨੇ ਬੱਚੇ ਹਾਰਡ ਵਰਕ ਕਰ ਰਹੇ ਨੇ, ਆਪਦਾ ਭਵਿੱਖ ਬਣਾ ਰਹੇ ਨੇ, ਕੈਰੀਅਰ ਬਣਾ ਰਹੇ ਨੇ ਕੈਨੇਡਾ ਦੇ ਵਿੱਚ ਆ ਕੇ, ਆਪਦੀਆਂ ਫੈਮਲੀਜ਼ ਤੋਂ ਦੂਰ ਹੋ ਕੇ, ਉਹ ਚੀਜ਼ ਨੂੰ ਅੱਗੇ ਲਿਆਂਦਾ ਹੀ ਨਹੀਂ ਗਿਆ ਕਿ ਉਹ ਇੰਨਾ ਜ਼ਿਆਦਾ ਆਪਦੇ ਕੈਰੀਅਰ ਦੇ ਲਈ ਸਟਰਗਲ ਕਰ ਰਹੇ ਨੇ, ਆਪਦੇ ਆਪ ਨੂੰ ਬਾਕੀਆਂ ਨਾਲ ਰੀਚ ਆਊਟ ਕਰ ਰਹੇ ਨੇ ਕਿ ਆਪਦਾ ਕੈਰੀਅਰ ਬਣਾਈਏ, ਆਪਦੇ ਆਪ ਨੂੰ ਸੈੱਟ ਕਰੀਏ, ਆਪਦੀਆਂ ਫੈਮਲੀਜ਼ ਨੂੰ, ਹੈ ਨਾ। ਉਹ ਚੀਜ਼ ਨੂੰ ਦੇਖ ਕੇ ਬਹੁਤ ਦੁੱਖ ਹੋਇਆ ਕਿ ਇੰਸਟੈਡ ਆਫ ਉਹਨਾਂ ਨੂੰ ਸੈਲੀਬ੍ਰੇਟ ਕਰਨ ਦੀ ਜਗ੍ਹਾ 'ਤੇ ਉਹਨੂੰ ਡੀਫੇਮ ਕੀਤਾ ਜਾ ਰਿਹਾ ਹੈ, ਸਪੈਸ਼ਲੀ ਕਿ ਵੂਮਨਸ ਨੂੰ, ਕਿਉਂਕਿ ਉਹਨਾਂ ਦੇ ਆਲਰੇਡੀ ਮਤਲਬ ਕਿ ਆਈ ਡੋਂਟ ਨੋ ਕਿ ਉਹਨਾਂ ਦੇ ਮਨ ਦੇ ਵਿੱਚ ਕੀ ਆਇਆ, ਹੈ ਨਾ। ਪਰ ਉਹ ਚੀਜ਼ ਨੂੰ ਸੈਲੀਬ੍ਰੇਟ ਕੀਤਾ ਜਾਣਾ ਚਾਹੀਦਾ ਸੀ। ਉਹਨਾਂ ਨੂੰ ਸਗੋਂ ਪ੍ਰਾਊਡ ਫੀਲ ਕਰਨਾ ਚਾਹੀਦਾ ਸੀ ਕਿ ਸਾਡੀ ਪੰਜਾਬ ਦੀਆਂ ਧੀਆਂ ਇੱਥੇ ਆ ਕੇ ਕਿੰਨਾ ਕੁਛ ਅਚੀਵ ਕਰ ਰਹੀਆਂ ਨੇ। ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਕਿ ਬਹੁਤ ਵਧੀਆ ਜੌਬਸ ਦੇ ਵਿੱਚ ਲੱਗੀਆਂ ਹੋਈਆਂ ਨੇ, ਨਾ। ਤਾਂ ਉਹ ਚੀਜ਼ ਨੂੰ ਮੈਨੂੰ ਲੱਗਦਾ ਸੀ ਕਿ ਉਹ ਚੀਜ਼ ਨੂੰ ਥੋੜ੍ਹਾ ਅੱਗੇ ਲੈ ਕੇ ਆਉਣਾ ਚਾਹੀਦਾ ਸੀਗਾ, ਆਪਣੀ ਪੰਜਾਬੀ ਕਮਿਊਨਿਟੀ ਨੂੰ, ਕਿ ਪ੍ਰਾਊਡ ਫੀਲ ਕਰਨਾ ਚਾਹੀਦਾ ਸੀਗਾ। ਮੇਰਾ ਅਗਲਾ ਸਵਾਲ ਤੁਹਾਡੇ ਲਈ ਹੈ ਕਿ ਜਦੋਂ ਬੱਚੀ ਉਹ ਕੋਈ ਇੱਥੇ ਆਉਂਦੀ ਹੈ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ, ਕੋਈ ਆਪਣੇ ਪਿੰਡ ਦੇ ਵਿੱਚੋਂ ਆਉਂਦੇ ਆ, ਬੱਚੀ ਨੂੰ ਮੈਂਟਲੀ ਕਿੰਨਾ ਕੁ ਪ੍ਰਪੇਅਰ ਹੋਣਾ ਚਾਹੀਦਾ? ਕਿਉਂਕਿ ਤੁਸੀਂ ਮੁਸ਼ਕਲਾਂ ਵੀ ਗਿਣ ਦਿੱਤੀਆਂ ਕਿ ਇੱਥੇ ਕਰੀਅਰ ਵੀ ਬਣਾਉਣਾ, ਇੱਥੇ ਕੰਮ ਵੀ ਕਰਨਾ, ਇੱਥੇ ਸਟੱਡੀ ਕੰਪਲੀਟ ਕਰਨੀ ਹੈ। ਹੋ ਸਕਦਾ ਕਈ
ਗਲਤ ਦਿਮਾਗ ਵਾਲੇ ਲੋਕ ਵੀ ਹੋਣ ਜਿਹੜੇ ਕਿ ਮਜਬੂਰੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨ, ਜਾਂ ਉਹਨਾਂ ਨੂੰ ਪਤਾ ਹੁੰਦਾ ਕਿ ਇਹਦੀ ਦੁੱਖ ਦੀ ਰਾਹ ਕਿੱਥੇ ਹੱਥ ਕਿੱਥੇ ਰੱਖਣਾ ਹੈ ਨਾ, ਤੇ ਉਸ ਚੀਜ਼ ਤੋਂ ਬਚਣ ਦੇ ਲਈ ਤੁਸੀਂ ਪੇਰੈਂਟਸ ਜਿਹੜੇ ਨੇ ਕੀ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਕਿ ਘਬਰਾਓ ਨਾ, ਇੱਥੇ ਸੇਫ ਆ ਮਾਹੌਲ, ਤੇ ਆਪਣੀਆਂ ਬੱਚੀਆਂ ਨੂੰ ਮਾਨਸਿਕ ਤੌਰ ਦੇ ਉੱਤੇ ਇਹਨਾਂ ਚੀਜ਼ਾਂ ਦੀ ਤਿਆਰ ਕਰਕੇ ਭੇਜੋ? ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਹਾਂਜੀ, ਸਪੈਸ਼ਲੀ ਪੰਜਾਬ ਦੇ ਵਿੱਚ ਜਿੰਨੇ ਵੀ ਪੇਰੈਂਟਸ ਨੇ, ਮੈਨੂੰ ਉਹਨਾਂ ਨੂੰ ਕਿ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਇੱਥੇ ਬਿਲਕੁਲ ਸੇਫ ਆ। ਜੇ ਤੁਸੀਂ, ਤੁਹਾਡਾ ਬੱਚਾ ਸਹੀ ਹੈ, ਤੁਹਾਨੂੰ ਆਪਦੇ ਬੱਚੇ 'ਤੇ ਯਕੀਨ ਹੈਗਾ ਆ, ਤਾਂ ਬਿਨਾਂ ਮਤਲਬ ਕਿ ਕਿਸੇ ਇੱਦਾਂ ਦੇ ਸ਼ੰਕਾ ਦੇ ਵਿੱਚ ਪਏ ਤੁਸੀਂ ਉਹਨਾਂ 'ਤੇ ਭਰੋਸਾ ਕਰ ਸਕਦੇ ਹੋ। ਇੱਥੇ ਕੋਈ ਵੀ ਇੱਦਾਂ ਨਹੀਂ ਹੈਗਾ ਕਿ ਕੋਈ ਧੱਕੇ ਨਾਲ ਤੁਹਾਨੂੰ ਉਹ ਚੀਜ਼ਾਂ ਦੇ ਵਿੱਚ ਪਾਏਗਾ, ਅਨਲੈਸ ਕਿ ਤੁਸੀਂ ਆਪਦੇ ਆਪ ਤੁਹਾਡੇ ਮਨ ਦੇ ਵਿੱਚ ਹੈਗਾ ਹੈ ਨਾ, ਤੇ ਉਹ ਆਪਦੇ ਆਪ 'ਤੇ ਹੁੰਦਾ ਕਿ ਤੁਸੀਂ ਮਿਹਨਤ ਕਰਕੇ ਖਾਣਾ ਚਾਹੁੰਦੇ ਹੋ ਕਿ ਤੁਸੀਂ ਇਸ ਚੀਜ਼ਾਂ ਦੇ ਵਿੱਚ ਪਾ ਕੇ ਖਾਣਾ ਚਾਹੁੰਦੇ ਹੋ, ਹੈ ਨਾ। ਤੇ ਇਹ ਸਾਰੀਆਂ ਚੀਜ਼ਾਂ ਕਿਸੇ ਵੀ ਕਮਿਊਨਿਟੀ ਵਿੱਚ ਹੋ ਸਕਦੀਆਂ ਨੇ, ਹਰੇਕ ਕਮਿਊਨਿਟੀ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਨੇ, ਹੈ ਨਾ। ਤਾਂ ਤੁਸੀਂ ਇੱਕ ਪਰਟੀਕੂਲਰ ਕਮਿਊਨਿਟੀ ਨੂੰ ਟਾਰਗੇਟ ਕਰਕੇ ਨਹੀਂ ਕਹਿ ਸਕਦੇ ਇਹਨਾਂ ਵੀ ਇੰਟਰਨੈਸ਼ਨਲ ਸਟੂਡੈਂਟਸ ਹੀ ਇੱਦਾਂ ਨੇ, ਇਹਨਾਂ ਸਟੀਰੀਓਟਾਈਪ ਨਹੀਂ ਤੁਸੀਂ ਡਿਵੈਲਪ ਕਰ ਸਕਦੇ ਇਹ ਚੀਜ਼ 'ਤੇ। ਇੱਕ ਮੈਨੂੰ ਹੋਰ ਦੱਸਿਓ ਕਿ ਤੁਸੀਂ ਐਜ਼ ਏ ਸਟੂਡੈਂਟ ਆਏ, ਪੜ੍ਹਾਈ ਆਪਣੀ ਮੁਕੰਮਲ ਕੀਤੀ, ਜੇ ਕੋਈ ਬੱਚੀ ਮਿਹਨਤ ਕਰਦੀ ਹੈ ਤਾਂ ਆਪਣਾ ਖਰਚਾ ਤਾਂ ਚੱਕ ਸਕਦੀ ਹੈ ਨਾ, ਇੰਨਾ ਕੁ ਤਾਂ ਕੰਮ ਧੰਦੇ ਦੀ ਆਸ ਹੁੰਦੀ, ਅਸੀਂ ਇੰਨੇ ਕੁ ਜੋਗੇ ਤਾਂ ਪੰਜਾਬੀ ਹੁੰਨੇ ਹੀ ਆ। ਬੇਸ਼ੱਕ ਮਤਲਬ ਕਿ ਕੰਮ ਆਪਦਾ ਖਰਚਾ ਵੀ ਚੱਕ ਸਕਦੇ, ਸਗੋਂ ਥੋੜ੍ਹੀਆਂ ਬਹੁਤੀਆਂ ਤੁਸੀਂ ਸੇਵਿੰਗ ਵੀ ਕਰ ਸਕਦੇ ਜੇ ਤੁਸੀਂ ਵਧੀਆ ਜੋਬ ਲੱਗ ਸਕਦੇ ਹੋ ਨਾ। ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਇੱਦਾਂ ਦੀ, ਜੇ ਤੁਸੀਂ ਮਿਹਨਤ ਕਰ ਰਹੇ ਹੋ ਉਹਦੇ ਆਵਰਸ 20 ਆਵਰਸ ਵੀ ਐਟਲੀਸਟ ਜੇ ਤੁਸੀਂ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਇੱਦਾਂ ਭੁੱਖੇ ਨਹੀਂ ਮਰ ਸਕਦੇ ਇੱਥੇ ਆ ਕੇ, ਹੈ ਨਾ। ਤੁਸੀਂ ਆਪਦਾ ਵਧੀਆ ਗੁਜ਼ਾਰਾ ਕਰ ਸਕਦੇ ਹੋ, ਰੋਟੀ ਪਾਣੀ ਵਧੀਆ ਚਲਾ ਸਕਦੇ ਹੋ, ਇਹਦੇ ਵਿੱਚ ਇੱਦਾਂ ਦੀ ਕੋਈ ਮੁਸ਼ਕਿਲ ਨਹੀਂ ਆਉਂਦੀ ਗੀ। ਗੁਰਲੀਨ, 2 ਸਾਲ ਪਹਿਲਾਂ ਵੀ ਤੁਹਾਡੇ ਨਾਲ ਗੱਲ ਹੋਈ ਸੀ, ਤੇ ਅੱਜ 2 ਸਾਲ ਬਾਅਦ ਮੈਨੂੰ ਨਹੀਂ ਸੀ ਪਤਾ ਕਿ ਜਦੋਂ ਦੂਸਰੀ ਵਾਰ ਗੱਲ ਹੋਣੀ ਆ ਤਾਂ ਇਸ ਟੌਪਿਕ ਤੇ ਗੱਲ ਹੋਣੀ ਹੈ ਨਾ, ਪਰ ਬਾਈ ਚਾਂਸ ਚਲੋ ਇਸ ਟੌਪਿਕ ਤੇ ਗੱਲ ਕਰਨੀ ਪੈ ਰਹੀ ਹੈ। ਤੁਹਾਨੂੰ ਵੀ 6 ਸਾਲ ਦਾ ਸਮਾਂ ਹੋ ਗਿਆ, ਪੰਜਾਬੀ ਕੁੜੀਆਂ ਪੜ੍ਹਨ ਆਉਂਦੀਆਂ ਨੇ, ਅਸੀਂ ਕਹਿੰਦੇ ਆ ਕਿ ਕੋਈ ਇੱਕਾ ਦੁੱਕਾ ਕੇਸ ਹੋਏਗਾ ਵੀ, ਅਸੀਂ ਸਹੁੰ ਨਹੀਂ ਖਾਂਦੇ ਕਿ ਨਹੀਂ ਹੋਏਗਾ। ਤੁਸੀਂ ਕੁੜੀਆਂ ਦੀ ਸਟਰਗਲ ਕਿੱਦਾਂ ਦੀ ਦੇਖੀ ਹੈ? ਕੀ 2-4 ਐਗਜ਼ਾਮਪਲਾਂ ਦੇ ਸਕਦੇ ਹੋ, ਕੋਈ ਕਹਾਣੀਆਂ ਸਾਂਝੀਆਂ ਕਰ ਸਕਦੇ ਹੋ ਕਿ ਇੱਥੇ ਜਦੋਂ ਅੰਤਰਰਾਸ਼ਟਰੀ ਵਿਦਿਆਰਥਣ ਦੇ ਤੌਰ ਦੇ ਉੱਤੇ ਲੜਕੀਆਂ ਆਉਂਦੀਆਂ ਕਿੰਨੀ ਮਿਹਨਤ ਕਰਦੀਆਂ ਨੇ, ਮੁੜ ਕੇ ਸਫਲ ਹੁੰਦੀਆਂ, ਕਿੱਦਾਂ ਪੜ੍ਹਦੀਆਂ, ਕਿੰਨਾ ਕੁ ਸੌਂਦੀਆਂ, ਕਿੱਦਾਂ ਦਾ ਖਾਂਦੀਆਂ? ਜਦੋਂ ਇੱਥੇ ਕੁੜੀਆਂ ਆਉਂਦੀਆਂ, ਆਪਾਂ ਰੀਸੈਂਟਲੀ ਕੇਸਿਸ ਇੱਕ ਦੇਖੇ ਸੀਗੇ ਕਿ ਜਿਹੜੀਆਂ ਵਿਆਹ ਕੇ ਕੁੜੀਆਂ ਆਉਂਦੀਆਂ, ਸਪੈਸ਼ਲੀ ਜੇ ਮੈਂ ਉਹਨਾਂ ਦੀ, ਹੁਣ ਪਿਛਲੇ ਟਾਈਮ ਦੇ ਵਿੱਚ ਕਾਫੀ ਉੱਦਾਂ ਦੇ ਕੇਸਿਸ ਆਉਂਦੇ ਸੀ, ਤਾਂ ਮੈਂ ਜੇ ਸਪੈਸ਼ਲੀ ਉਹਨਾਂ ਦੀ ਗੱਲ ਕਰਾਂ, ਉਹੋ ਜਿਹੀਆਂ ਸਟੋਰੀਜ਼ ਜੇ ਤੁਸੀਂ ਲੈ ਕੇ ਆਓਗੇ ਤੁਹਾਡੇ ਕੋਲ ਹਜ਼ਾਰਾਂ ਸਟੋਰੀਜ਼ ਐਵੇਂ ਦੀਆਂ ਹੋਣਗੀਆਂ। ਜਦੋਂ ਕਿ ਕੁੜੀ ਦੀ ਉਮਰ ਕੋਈ 20-21 ਸਾਲ ਹੁੰਦੀ ਆ, ਇੱਥੇ ਆ ਕੇ ਉਹਨੇ ਆਪਦੀ ਸਟੱਡੀ ਵੀ ਕਰਨੀ ਆ, ਉਹਨੇ ਕੰਮ 'ਤੇ ਵੀ ਜਾਣਾ, ਉਹਨੇ ਆਪਦੇ ਸਹੁਰੀ ਫੈਮਿਲੀ ਦੀ ਵੀ ਟੇਕ ਕੇਅਰ ਕਰਨੀ ਆ, ਉਹਨੇ ਆਪਦੇ ਪੇਕਿਆਂ ਦੀ ਫੈਮਿਲੀ ਨਾਲ ਵੀ ਗੱਲ ਕਰਨੀ ਆ, ਹਸਬੈਂਡ ਨਾਲ ਵੀ ਗੱਲ ਕਰਨੀ ਆ, ਘਰ ਦਾ ਕੰਮ ਵੀ ਕਰਨਾ। ਐਂਡ ਹਜ਼ਾਰਾਂ ਕੀ ਲੱਖਾਂ ਇਹੋ ਜਿਹੀਆਂ ਕੁੜੀਆਂ ਜਿਹੜਾ ਕਿ ਉਹ ਐਵਰੀ ਡੇ ਰੋਜ਼ ਸਵੇਰੇ ਉੱਠ ਕੇ ਰਾਤ ਤੱਕ ਉਹ ਇਹ ਚੀਜ਼ਾਂ ਕਰਦੀਆਂ। ਜੇ ਮੈਂ ਸਕਸੈਸ ਸਟੋਰੀਜ਼ ਦੀ ਗੱਲ ਕਰਾਂ, ਅਸੀਂ ਰੀਸੈਂਟਲੀ ਜਦੋਂ ਇਹ ਕੇਸ ਆਇਆ ਸੀਗਾ ਤਾਂ ਟੀਮ ਵੀ ਕੇਅਰ ਦੇ ਵਿੱਚ ਅਸੀਂ ਇਹਨੂੰ ਚੈਲੰਜ ਕਰਨ ਦੇ ਲਈ ਅਸੀਂ 10 ਸਕਸੈਸ ਸਟੋਰੀਜ਼ ਲੈ ਕੇ ਆਏ ਸੀਗੇ, ਜਿਹੜੀਆਂ ਕੁੜੀਆਂ ਨੇ ਵਿਲਿੰਗਲੀ ਸਾਨੂੰ ਆਪਦੀਆਂ ਸਟੋਰੀਜ਼ ਦੱਸੀਆਂ ਸੀ। ਉਹਨਾਂ ਦੇ ਵਿੱਚ ਇੱਕ ਕੁੜੀ ਆ ਅਮਨਪ੍ਰੀਤ ਕੌਰ, ਟੋਰਾਂਟੋ ਤੋਂ ਹੈਗੀ ਆ, ਉਹ ਫਿਜ਼ੀਕਲੀ ਚੈਲੰਜ ਸੀਗੀ, ਵੀਲ ਚੇਅਰ 'ਤੇ ਉਹ ਕੈਨੇਡਾ ਆਏ ਸੀਗੇ। ਅਸੀਂ ਬਹੁਤ ਵਾਰੀ ਉਹਨਾਂ ਦੀ ਸਟੋਰੀ ਦੱਸੀ ਬਿਕੋਜ਼ ਉਹ ਇੰਨੀ ਕੁ ਇੰਸਪਾਇਰਿੰਗ ਸਟੋਰੀ ਆ ਉਹਨਾਂ ਦੀ। ਵੀਲ ਚੇਅਰ 'ਤੇ ਇੱਥੇ ਆਏ ਸੀਗੇ, ਜਦੋਂ ਆਏ, ਯੂਜਲੀ ਜਦੋਂ ਸਟੂਡੈਂਟ ਆਉਂਦੇ ਆ ਤਾਂ ਲੇਬਰ ਜੋਬਸ ਹੁੰਦੀਆਂ, ਜਿਵੇਂ ਟੋਰਾਂਟੋ ਦੇ ਵਿੱਚ ਬੇਸਿਕਲੀ ਫੈਕਟਰੀਜ਼ ਦੇ ਵਿੱਚ ਜੋਬਸ ਹੁੰਦੀਆਂ। ਸਾਰਿਆਂ ਨੇ ਉਹਨੂੰ ਕਿਹਾ ਸੀਗਾ ਕਿ ਤੇਰੇ ਤੋਂ ਜੋਬ ਨਹੀਂ ਹੋਣੀ, ਤੂੰ ਵੀਲ ਚੇਅਰ 'ਤੇ ਆ, ਤੈਨੂੰ ਕੋਈ ਜੋਬ ਨਹੀਂ ਇੱਦਾਂ ਦੀ ਮਿਲਣੀ, ਤੂੰ ਵਾਪਸ ਪਿੰਡ ਮੁੜ ਜਾ। ਬਟ ਉਹਨਾਂ ਦੀ ਵਿਲਿੰਗ ਪਾਵਰ ਇੰਨੀ ਕੁ ਜ਼ਿਆਦਾ ਸਟਰੋਂਗ ਸੀਗੀ, ਉਹਨਾਂ ਨੇ ਕਿਹਾ ਕਿ ਮੈਂ ਇੱਥੇ ਰਹੂੰਗੀ, ਇੱਥੇ ਮੈਂ ਜੋਬ ਲੱਭੂੰਗੀ। ਰਾਈਟ ਨਾ ਉਹ HR ਕੰਪਨੀ ਦੇ ਵਿੱਚ ਕਿਤੇ ਕੰਮ ਕਰਦੇ ਆ, ਉੱਥੇ ਇੱਕ ਬੜੀ ਵਧੀਆ ਪੋਜੀਸ਼ਨ 'ਤੇ ਹੈਗੇ ਆ ਉਹ। ਹੋਰ ਸਟੋਰੀ ਜੇ ਮੈਂ ਇੱਕ ਦੱਸਾਂ, ਇੱਥੇ ਸਰੀ ਤੋਂ ਇੱਕ ਮੇਰੇ ਨੋਨ ਨੇ, ਉਹ ਮੈਰਿਜ ਕਰਾ ਕੇ ਇੱਥੇ ਆਏ ਸੀਗੇ। ਇੱਥੇ ਆ ਕੇ ਉਹਨੂੰ ਪਤਾ ਚੱਲਿਆ ਸ਼ੀ ਵਾਜ਼ ਪ੍ਰੈਗਨੈਂਟ। ਥਰੂ ਆਊਟ ਪ੍ਰੈਗਨੈਂਸੀ ਉਹਨਾਂ ਨੇ ਇਕੱਲੇ ਉਹ ਗੋ ਥਰੂ ਕੀਤਾ। ਉਹਨਾਂ ਦਾ ਬੇਟਾ ਸਾਲ ਦਾ ਹੋ ਗਿਆ, ਡਿਊ ਟੂ ਫਾਈਲਸ ਐਂਡ ਸਟੱਫ ਉਹ 1 ਸਾਲ ਤੱਕ ਉਹਨਾਂ ਦਾ ਹਸਬੈਂਡ ਇੱਥੇ ਨਹੀਂ ਸੀਗਾ। ਉਹ ਆਪਦਾ ਘਰ ਵੀ ਮੈਨੇਜ ਕਰ ਰਹੇ ਸੀ, ਆਪਦੇ ਬੱਚੇ ਨੂੰ ਵੀ ਸੰਭਾਲ ਰਹੇ ਸੀ। ਉਸ ਤੋਂ ਬਾਅਦ ਸਾਲ ਦੀ ਮੈਟਰਨਿਟੀ ਖਤਮ ਹੋਣ ਤੋਂ ਬਾਅਦ ਉਹ ਕੰਮ ਵੀ ਕਰ ਰਹੇ ਸੀਗੇ। ਇਹੋ ਜਿਹੀਆਂ ਕਿੰਨੀਆਂ ਹੀ ਸਟੋਰੀਜ਼ ਹੋਣਗੀਆਂ ਜਿੱਥੇ ਜਿਹੜੀਆਂ ਕੁੜੀਆਂ ਇੱਥੋਂ ਦੀਆਂ ਇੰਟਰਨੈਸ਼ਨਲ ਸਟੂਡੈਂਟ ਕੁੜੀਆਂ ਆਉਂਦੀਆਂ, ਉਹ ਆਪਦਾ ਕੰਮ ਕਰਕੇ, ਮਿਹਨਤ ਕਰਕੇ ਉਹ ਆਪਦੀ ਇੱਥੇ ਲਾਈਫ ਸੈੱਟ ਕਰਦੀਆਂ। ਜੀ ਗੁਰਲੀਨ, ਇੱਕ ਚੀਜ਼ ਹੋਰ ਦੱਸਿਓ ਕਿ ਜਦੋਂ ਇਹ ਪਤਾ ਲੱਗਿਆ ਸੀ, ਹੋ ਸਕਦਾ ਬਹੁਤ ਸਾਰੇ ਲੋਕਾਂ ਨੇ ਕਿਹਾ ਹੋਵੇ ਕਿ ਭਾਈ ਇਹ ਖਬਰ ਇੱਦਾਂ ਨਹੀਂ ਸੀ ਫੈਲਾਉਣੀ ਚਾਹੀਦੀ, ਕਿਉਂਕਿ ਆਪਣੇ ਕੋਲ ਇੱਕ ਬਹੁਤ ਸੋਲਿਡ ਜਿਹਾ ਰੀਜ਼ਨ ਹੁੰਦਾ ਕਿ ਕੋਈ ਸਮੱਸਿਆ ਆ ਗਈ। ਮੰਨ ਲਓ ਕਿ ਮੈਨੂੰ ਬੁਖਾਰ ਚੜ੍ਹ ਗਿਆ, ਮੈਂ ਦਵਾਈ ਲੈਣੀ ਆ, ਮੈਂ ਬੁਖਾਰ ਨੂੰ ਡਬਲ ਥੋੜ੍ਹੀ ਕਰਨਾ ਹੈ। ਜੇ ਅਸੀਂ ਗੁਆਂਢੀਆਂ ਨੂੰ ਵੀ ਪੁੱਛਦੇ ਹਾਂ, ਉਹ ਵੀ ਓੜ-ਪੋੜ ਦੱਸਦੇ ਆ, ਕੋਈ ਨਾ ਕੋਈ ਆਪਣੇ ਕਲਚਰ ਦੇ ਵਿੱਚ ਹੈ। ਇਹ ਖਬਰ ਜਿਸ ਤਰੀਕੇ ਫੈਲੀ, ਉਹ ਬਹੁਤ ਜ਼ਿਆਦਾ ਅਜੀਬੋ-ਗਰੀਬ ਜਿਹਾ ਮਾਹੌਲ ਸੀ ਕਿ ਬਿਨਾਂ ਕੋਈ ਤੱਥ ਜਾਣਿਆ ਪੰਜਾਬ ਦੇ ਵਿੱਚ, ਕਿਉਂਕਿ ਸਾਨੂੰ ਲੋਹੜੇ ਦੇ ਫੋਨ ਆਏ ਜੀ, ਉੱਥੇ ਫਿਰ ਇੱਦਾਂ ਹੁੰਦਾ, ਉੱਥੇ ਫਿਰ ਅਸੀਂ ਬੱਚੀ ਆਪਣੀ ਨੂੰ ਭੇਜੀਏ, ਫਿਰ ਕਿੱਥੇ ਭੇਜੀਏ, ਸੁਰੱਖਿਆ ਕਿੱਥੇ ਹੈ?
ਕੀ ਤੁਹਾਡੇ ਨਾਲ ਵੀ ਪੰਜਾਬ ਦੇ ਵਿੱਚੋਂ ਸੰਪਰਕ ਕੋਈ ਹੋ ਸਕਦਾ? ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚੋਂ ਕਿਸੇ ਬੱਚੀ ਨੇ ਆਉਣਾ ਹੋਵੇ, ਆਂਢ ਗੁਆਂਢ ਦੇ ਵਿੱਚੋਂ ਆਉਣਾ ਹੋਵੇ, ਜਿਹੜਾ ਪਹਿਲਾਂ ਬੱਚਾ ਗਿਆ ਹੁੰਦਾ ਉਹਨੂੰ ਹੀ ਪੁੱਛਦੇ ਆ ਸਾਰੇ, ਕੋਈ ਇਦਾਂ ਦਾ ਰਿਐਕਸ਼ਨ ਤਾਂ ਨਹੀਂ ਆਇਆ ਦੂਸਰੇ ਪਾਸੇ? ਇੱਕ ਅਸੀਂ ਹਮੇਸ਼ਾ ਇਸ ਗੱਲ ਤੇ ਹੱਸਦੇ ਹੁੰਦੇ ਹਾਂ ਕਿ ਇੱਥੇ ਕੋਈ ਵੀ ਨਿਊਜ਼ ਆਉਂਦੀ ਹੈ ਕੈਨੇਡਾ ਦੇ ਵਿੱਚ, ਸਾਨੂੰ ਬਾਅਦ ਚ ਪਤਾ ਚੱਲਦੀ ਹੈ, ਸਾਡੇ ਮਾਪਿਓ ਨੂੰ ਪਹਿਲਾਂ ਪਤਾ ਹੁੰਦੀ ਹੈ। ਉਹ ਸਾਨੂੰ ਫੋਨ ਤੇ ਗੱਲ ਦੱਸਦੇ ਹੁੰਦੇ ਆ ਕਿ ਓਕੇ ਤੁਹਾਡੇ ਆ ਇਮੀਗ੍ਰੇਸ਼ਨ ਪ੍ਰੋਗਰਾਮ ਆ ਰਿਹਾ, ਅਸੀਂ ਖਬਰ ਦੇਖੀ ਸੀਗੀ ਇੱਦਾਂ ਕਰਕੇ। ਸੋ ਕੋਈ ਵੀ ਨਿਊਜ਼ ਇਹੋ ਜਿਹੀ ਇੰਟਰਨੈਸ਼ਨਲ ਸਟੂਡੈਂਟ ਦੀ, ਕੋਈ ਵੀ ਕੈਨੇਡਾ ਦੀ ਖਬਰ ਹੁੰਦੀ ਆ, ਉਹ ਇੰਡੀਆ ਦੇ ਵਿੱਚ ਸਾਰਿਆਂ ਨਾਲੋਂ, ਪੰਜਾਬ ਦੇ ਵਿੱਚ ਸਾਰਿਆਂ ਨਾਲੋਂ ਵੱਧ ਫੈਲਦੀ ਆ। ਜਦੋਂ ਆਹ ਖਬਰ ਵੀ ਆਈ ਸੀਗੀ, ਮੇਰੇ ਘਰੋਂ ਫੋਨ ਆਇਆ ਸੀ, ਸਾਨੂੰ ਇੰਨੇ ਕੁ ਨੋਨ ਦੇ ਫੋਨ ਆ ਰਹੇ ਸੀ ਵੀ ਓਕੇ ਤੁਸੀਂ ਦੇਖੀ ਆ ਵੀ ਆਹ ਵਾਲੀ ਖਬਰ ਆਈ ਹੈ ਕਿ ਇੱਦਾਂ ਦੀ ਗੱਲ ਹੋ ਰਹੀ ਆ, ਤੁਸੀਂ ਵੀ ਐਵੇਂ ਦਾ ਕੁਝ ਦੇਖਦੇ ਹੋ। ਜਿਵੇਂ ਉਹ ਰਿਪੋਰਟ ਦੇ ਵਿੱਚ ਪਰਟੀਕੂਲਰ ਲਿਖਿਆ ਸੀਗਾ ਕਿ ਕਾਰਨਰਸ ਤੇ ਕੁੜੀਆਂ ਖੜੀਆਂ ਹੁੰਦੀਆਂ ਐਵੇਂ ਕਰਕੇ, ਤਾਂ ਉਹ ਇੱਕ ਸਾਰਾ ਕੁਝ ਸੁਣ ਕੇ ਇੱਕ ਵਾਰੀ ਇਹ ਲੱਗ ਰਿਹਾ ਸੀ ਵੀ ਕੁਝ ਵੀ ਲਿਖਦੇ ਆ ਤੇ ਮਤਲਬ ਇੰਡੀਆ ਦੇ ਵਿੱਚ ਲੋਕਾਂ ਨੂੰ, ਕਿਉਂਕਿ ਉਹ ਉਹੀ ਬਿਲੀਵ ਕਰਦੇ ਆ ਜੋ ਉਹ ਪੜ੍ਹਦੇ ਆ, ਕਿਉਂਕਿ ਉਹਨਾਂ ਨੇ ਅੱਖੀਂ ਨਹੀਂ ਦੇਖਿਆ ਹੁੰਦਾ ਕੁਝ ਵੀ ਚੀਜ਼, ਤਾਂ ਉਹ ਪੜ੍ਹ ਕੇ ਇੱਕਦਮ ਐਂ ਲੱਗ ਰਿਹਾ, ਉਹਨਾਂ ਤੋਂ ਸੁਣ ਕੇ ਇੱਦਾਂ ਲੱਗ ਰਿਹਾ ਸੀਗਾ ਵੀ ਇਹ ਕੁਝ ਵੀ ਲਿਖਤਾ ਇਹਨਾਂ ਨੇ, ਵੀ ਜੋ ਚੀਜ਼ਾਂ ਰਿਐਲਿਟੀ ਦੇ ਵਿੱਚ ਆਪਾਂ ਇੱਥੇ ਰਹਿ ਰਹੇ ਹਾਂ ਕਦੇ ਵੀ ਨਹੀਂ ਉਹ ਚੀਜ਼ਾਂ ਦੇਖੀਆਂ, ਵੀ ਕਾਰਨਰ ਸ਼ਾਪ 'ਤੇ ਕੁੜੀਆਂ ਖੜੀਆਂ ਹੋਣ ਐਵੇਂ ਦਾ ਕਰਕੇ। ਮਾਂ ਪਿਓ ਦੇ ਵਿੱਚ ਜਿਹੜਾ ਉਹ ਮਤਲਬ ਇਸ਼ੂ ਉਹਨਾਂ ਨੂੰ ਲੱਗ ਰਿਹਾ ਸੀ, ਜੋ ਉਹਨਾਂ ਨੂੰ ਸਟਰੈਸ ਹੋ ਰਹੀ ਸੀ ਉਹ ਚੀਜ਼ ਦੇਖ ਕੇ, ਜਿਹੜੇ ਰੀਸੈਂਟਲੀ ਕੁੜੀਆਂ ਆਈਆਂ ਉਹਨਾਂ ਦੇ ਮਾਂ ਪਿਓ ਨੂੰ ਜ਼ਿਆਦਾ ਉਹ ਲੱਗ ਰਿਹਾ ਸੀ, ਜ਼ਿਆਦਾ ਟੈਨਸ਼ਨ ਦੇ ਵਿੱਚ ਸੀਗੇ। ਬਿਕੋਜ਼ ਜਿਵੇਂ ਅਸੀਂ ਮਾਂ ਪਿਓ ਨਾਲ ਗੱਲ ਕਰਦੇ ਹਾਂ, ਉਹ ਆ ਕੇ ਦੇਖ ਵੀ ਚੁੱਕੇ ਆ ਇੱਥੇ, ਇੱਕ ਵਾਰੀ ਆ ਚੁੱਕੇ ਆ, ਜਾਂ ਜਿਨ੍ਹਾਂ ਦੇ ਵੀ ਮਾਂ ਪਿਓ ਆ ਚੁੱਕੇ ਆ ਉਹਨਾਂ ਨੇ ਇੱਥੋਂ ਦਾ ਮਾਹੌਲ ਦੇਖ ਲਿਆ। ਜਿਨ੍ਹਾਂ ਦੇ ਪੇਰੈਂਟਸ ਨੇ ਹਲੇ ਰੀਸੈਂਟਲੀ ਭੇਜੀਆਂ 5-6 ਮਹੀਨੇ ਹੋਏ ਆ, ਉਹਨਾਂ ਦੇ ਵਿੱਚ ਇੰਨਾ ਕੁ ਡਰ ਬੈਠ ਗਿਆ ਸੀ ਉਸ ਚੀਜ਼ ਨੂੰ ਲੈ ਕੇ ਵੀ ਐਵੇਂ ਦਾ ਮਾਹੌਲ ਆ, ਕਿਤੇ ਸਾਡੀ ਕੁੜੀ ਨਾ ਉਸ ਚੀਜ਼ ਦੇ ਵਿੱਚ ਫਸ ਜਾਵੇ, ਸਾਡੇ ਬੱਚੀ ਨੂੰ ਨਾ ਕੋਈ ਪ੍ਰੋਬਲਮ ਆ ਜੇ। ਸੋ ਬੜਾ ਹੀ ਡਰ ਦਾ ਮਾਹੌਲ ਬਣ ਗਿਆ ਸੀ ਰਿਪੋਰਟ ਆਉਣ ਦੇ ਨਾਲ ਹੀ। ਜੀ ਗੁਰਲੀਨ, ਇੱਕ ਮੈਨੂੰ ਹੋਰ ਜ਼ਰੂਰ ਦੱਸਿਓ ਕਿ ਹੋ ਸਕਦਾ ਹੈ ਕਿ ਜੋ ਤੁਸੀਂ ਸਟੱਡੀ ਲਿਆਈ ਸੀ ਜਾਂ ਤੁਹਾਡੇ ਆਲੇ ਦੁਆਲੇ ਕੋਈ ਨਾ ਕੋਈ ਬੱਚੀਆਂ ਇੱਦਾਂ ਦੀਆਂ ਹੋਣਗੀਆਂ, ਕਦੇ ਪੈਸੇ ਘੱਟ ਜਾਂਦੇ ਆ, ਰੈਂਟ ਦੇਣਾ ਹੈ, ਰੋਟੀ ਖਾਣੀ, ਕਿਰਾਇਆ ਦੇਣਾ ਹੈ, ਫੀਸਾਂ ਭਰਨੀਆਂ। ਸਾਡੀਆਂ ਜਿਹੜੀਆਂ ਬੱਚੀਆਂ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਕਿਤੇ ਵੀ ਪੜ੍ਹਨ ਜਾਣ ਨੂੰ ਤਿਆਰ ਨੇ, ਜੇ ਕਦੇ ਇੱਦਾਂ ਦੀ ਸਿਚੁਏਸ਼ਨ ਆਉਂਦੀ ਵੀ ਹੈ, ਕਈ ਵਾਰੀ ਪਿੱਛੇ ਪਰਿਵਾਰਾਂ ਦੇ ਵਿੱਚ ਹੀ ਕੋਈ ਔਕੜ ਆ ਜਾਂਦੀ ਹੈ, ਕਈ ਵਾਰੀ ਅਸੀਂ ਰੁਪਈਏ ਧੇਲੇ ਫੜ ਕੇ ਆਏ ਹੁੰਦੇ ਹਾਂ, ਉਦੋਂ ਸਾਡੀਆਂ ਬੱਚੀਆਂ ਨੂੰ ਕਿੰਨਾ ਕੁ ਮੈਂਟਲੀ ਸਟਰੋਂਗ ਰਹਿਣਾ ਚਾਹੀਦਾ, ਜਾਂ ਕੀ ਕਦਮ ਜਿਹੜੇ ਚੁੱਕਣੇ ਚਾਹੀਦੇ ਆ ਕਿ ਭਾਈ ਅਸੀਂ ਡਟੇ ਰਹਿਣਾ ਹੈ, ਸਾਲ 2 ਸਾਲ ਦੀ ਗੱਲ ਹੈ, ਆਪੇ ਸਭ ਕੁਝ ਠੀਕ ਹੋ ਜਾਣਾ? ਜਦੋਂ ਵੀ ਕੋਈ ਕੁੜੀਆਂ ਇੱਥੇ ਆਉਂਦੀਆਂ, ਸਪੈਸ਼ਲੀ +2 ਤੋਂ ਬਾਅਦ ਇੱਥੇ ਆਉਂਦੀਆਂ, ਤਾਂ ਉਹਨਾਂ ਦੀ ਏਜ 18-19 ਸਾਲ ਹੁੰਦੀ ਆ। ਉਦੋਂ ਤੱਕ ਉਹ ਇੰਡੀਆ ਤਾਂ ਆਫਕੋਰਸ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਨਹੀਂ ਹੁੰਦੀਆਂ, ਘਰਦਿਆਂ ਤੋਂ ਹੀ ਪੈਸੇ ਲੈਂਦੀਆਂ। ਇੱਥੇ ਆਉਣੇ ਉਹਨਾਂ ਨੂੰ ਮੈਂ ਇੱਕ ਚੀਜ਼ ਸਾਰਿਆਂ ਨੂੰ ਕਹਿਣਾ ਚਾਹੂੰਗੀ ਕਿ ਇੱਕ ਡਰੀਮੀ ਕੈਨੇਡਾ ਦੇ ਬਾਰੇ ਜਿਹੜਾ ਆਪਾਂ ਸੋਚ ਕੇ ਆਉਣਾ ਵੀ ਬਹੁਤ ਸੋਹਣਾ ਕਰਕੇ, ਬਹੁਤ ਵਧੀਆ, ਬਹੁਤ ਸੋਹਣੀ ਕੰਟਰੀ ਆ, ਬਹੁਤ ਜ਼ਿਆਦਾ ਓਪਰਚੁਨਿਟੀਜ਼ ਆ, ਬਟ ਉਹਦੇ ਨਾਲ ਆਪਾਂ ਨੂੰ ਇੱਥੇ ਇਹ ਮੈਂਟਲੀ ਪ੍ਰੀਪੇਅਰ ਹੋ ਕੇ ਆਉਣਾ ਪੈਂਦਾ ਕਿ ਆਪਣੇ ਕੀ ਖਰਚੇ ਨੇ, ਮੰਥਲੀ ਐਕਸਪੈਂਸਿਸ ਆਪਣੇ ਕੀ ਨੇ, 20 ਘੰਟੇ ਕੰਮ ਕਰਕੇ ਆਪਾਂ ਨੂੰ ਕਿੰਨੇ ਪੈਸੇ ਬਣਦੇ ਆ, ਆਪਣੀ ਫੀਸ ਦਾ ਕੀ ਇੰਤਜ਼ਾਮ ਆ। 1 ਸਾਲ ਦੀ ਫੀਸ ਉਹ ਆਲਰੇਡੀ ਭਰ ਕੇ ਆਉਂਦੇ ਆ। ਜੇ ਤੁਸੀਂ ਸਮਰ ਦੇ ਵਿੱਚ, ਜੇ ਤੁਸੀਂ ਫੁੱਲ ਟਾਈਮ ਕੰਮ ਕਰਦੇ ਹੋ, ਤੁਸੀਂ ਆਪਦੀ ਫੀਸ ਕੱਢ ਲੈਂਦੇ ਹੋ। ਆਲਦੋ ਥੋੜ੍ਹਾ ਜਿਹਾ ਹਾਰਡ ਹੁੰਦਾ, ਤੁਹਾਡੇ ਲਈ ਸਟਰਗਲ ਹੁੰਦਾ, ਤੁਸੀਂ ਸੇਵਿੰਗਸ ਕਰਨੀਆਂ ਹੁੰਦੀਆਂ, ਆਪਦੇ ਜਿਹੜੇ ਐਕਸਟਰਾ ਐਕਸਪੈਂਸਿਸ ਹੁੰਦੇ ਆ ਉਹਨਾਂ ਨੂੰ ਰੋਕ ਕੇ, ਹੱਥ ਘੁੱਟ ਕੇ ਚੱਲਣਾ ਪੈਂਦਾ ਤੁਹਾਨੂੰ। ਬਟ ਉਹਦੇ ਲਈ ਤੁਹਾਨੂੰ ਪਹਿਲਾਂ ਪ੍ਰੀਪੇਅਰ ਕਰਕੇ ਆਉਣਾ ਪੈਂਦਾ, ਕਿਉਂਕਿ ਜੇ ਤੁਸੀਂ ਪਹਿਲੇ 6-7 ਮਹੀਨੇ ਤੁਸੀਂ ਇਹ ਸੋਚਦੇ ਹੋ ਕਿ ਕੋਈ ਨਾ ਹੋ ਜੂ, ਆਪੇ ਹੋ ਜੂ, ਆਪੇ ਨਹੀਂ ਹੁੰਦਾ। ਸੋ ਤੁਹਾਨੂੰ ਕਰਨਾ ਪੈਂਦਾ, ਤੁਹਾਨੂੰ ਉਹ ਸੇਵਿੰਗਸ ਸਟਾਰਟਿੰਗ ਤੋਂ ਡੇ 1 ਤੋਂ ਸੋਚ ਕੇ ਚੱਲਣਾ ਪੈਂਦਾ, ਬਟ ਜਾਂ ਤੁਸੀਂ ਕਰ ਸਕਦੇ ਹੋ ਆਫਕੋਰਸ। ਹਾਂਜੀ, ਠੀਕ ਹੈ ਜੀ। ਮੈਂ ਤੁਹਾਡੇ ਦੁਆਰਾ ਵੀ ਆਉਣਾ ਅਜੇ, ਹੋ ਸਕਦਾ ਤੁਹਾਨੂੰ ਥੋੜ੍ਹਾ ਜਿਹਾ ਔਖਾ ਲੱਗੇ, ਠੀਕ ਹੈ ਜੀ। ਬਹੁਤੀਆਂ ਵੀਡੀਓਜ਼ ਇੱਦਾਂ ਦੀਆਂ, ਅਸੀਂ ਘੱਟ ਹੀ ਵੀਡੀਓਜ਼ ਇੱਦਾਂ ਦੀਆਂ ਦੇਖੀਆਂ, ਕਿਉਂਕਿ ਸੋਸ਼ਲ ਮੀਡੀਆ 'ਤੇ ਆਉਂਦੀਆਂ ਨਹੀਂ ਕਿ ਸਟੂਡੈਂਟ ਕੰਮ ਕਰਦੇ ਆ ਜਾਂ ਔਖੇ ਰਹਿੰਦੇ ਆ। ਹਾਂ, ਬੇਸਮੈਂਟ ਦੇ ਵਿੱਚ ਖਲਾਰਾ ਪਿਆ, ਬਹੁਤ ਸਾਰੇ ਪਰਿਵਾਰਾਂ ਦੇ ਇਹ ਰੋਸੇ ਹੁੰਦੇ ਆ ਜੀ, ਬੇਸਮੈਂਟ ਖਰਾਬ ਕਰਕੇ ਚਲੇ ਗਏ, ਅੱਧਾ ਸਮਾਨ ਵਿੱਚੇ ਛੱਡ ਗਏ, ਪੀਜ਼ੇ ਵਾਲੇ ਡੱਬੇ ਉੱਥੋਂ ਹੀ ਲੱਭੇ। ਫਿਰ ਹੁੰਦਾ ਜੀ ਆਹ ਦੇਖੋ ਜੀ, ਗੱਡੀਆਂ ਜਿਹੜੀਆਂ ਨੇ ਕਿੱਦਾਂ ਹੌਰਨ ਵਜਾਉਂਦੇ ਜਾਂਦੇ ਆ ਜਾਂ ਮਿਊਜ਼ਿਕ ਲਾਇਆ, ਉਲਾਂਭੇ ਬੜੇ ਹੁੰਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਿਰ। ਉਹਨਾਂ ਉਲਾਂਭਿਆਂ ਨੂੰ ਦੂਰ ਕਿੱਦਾਂ ਕੀਤਾ ਜਾ ਸਕਦਾ? ਦੂਸਰੀ ਗੱਲ ਹੈ ਕਿ ਇਹ ਜਿਹੜਾ ਕੇਸ ਵੀ ਆਇਆ ਸੀ ਟੋਰਾਂਟੋ ਵਾਲੇ ਪਾਸਿਓਂ ਕਿ ਜਿਸਮਾਨੀ ਸ਼ੋਸ਼ਣ ਹੁੰਦਾ ਹੈ ਜਾਂ ਪੈਸੇ ਧੇਲੇ ਇਕੱਠੇ ਕਰਨ ਦੇ ਲਈ ਇੱਦਾਂ ਦੇ ਕੰਮ ਕੀਤੇ ਜਾਂਦੇ, ਕੀ ਇਸ ਖਬਰ ਨੂੰ ਸੁਣ ਕੇ ਭਾਈਚਾਰੇ 'ਚੋਂ ਜਿੱਦਾਂ ਦਾ ਰਿਐਕਸ਼ਨ ਆਇਆ, ਉਹਦੇ ਤੋਂ ਤੁਹਾਨੂੰ ਕੀ ਲੱਗਾ ਕਿ ਉਹ ਮਸਲਾ ਹੱਲ ਹੋਣ ਵਾਲਾ ਰਿਐਕਸ਼ਨ ਹੈ ਕਿ ਉਹਨੂੰ ਛੱਜ 'ਚ ਪਾ ਕੇ ਛੱਡਣ ਵਾਲਾ? ਦੋਨੋਂ ਪਾਸੇ ਹੈ ਜੀ। ਸਭ ਤੋਂ ਪਹਿਲਾਂ ਤਾਂ ਆਪਾਂ ਜਿਹਨੂੰ ਓਵਰਆਲ ਤੁਹਾਨੂੰ ਮੈਂ ਗੱਲ ਦੱਸਦਾ, ਜਦੋਂ ਅਸੀਂ 2019 'ਚ ਸ਼ੁਰੂ ਹੋਏ ਹਾਂ, ਮੈਂ 18 ਦੇ ਵਿੱਚ ਪੜ੍ਹਾਈ ਮੁਕਾਈ ਆਪਣੀ, ਹੈ ਨਾ। 18 ਦੇ ਵਿੱਚ ਮੈਂ ਇੱਥੇ ਕਾਲਜ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਸਰਵ ਕੀਤਾ 1 ਸਾਲ। ਉਦੋਂ ਮੇਰਾ ਪਹਿਲੀ ਵਾਰੀ ਵਾਹ ਪਿਆ। ਮੇਰਾ ਉਸ ਤੋਂ ਪਹਿਲਾਂ ਕਦੇ ਵੀ ਮੈਂ ਮਤਲਬ ਕੋਈ ਇਸ ਤਰੀਕੇ ਦਾ ਲੀਡਰ ਦੇ ਤੌਰ ਦੇ ਉੱਤੇ ਕਹਿ ਲਓ ਅੱਗੇ ਵੱਧ ਕੇ ਕਿਤੇ ਕੰਮ ਨਹੀਂ ਕੀਤਾ ਸੀਗਾ, ਹੈ ਨਾ। ਨਾ ਕੋਈ ਸਿਆਸਤ ਦੇ ਵਿੱਚ ਪੰਜਾਬ 'ਚ ਪਿੱਛੇ, ਨਾ ਕਿਤੇ ਹੋਰ। ਜਦੋਂ ਉੱਥੇ ਮੈਨੂੰ ਸਮੱਸਿਆਵਾਂ ਦਾ ਸਾਨੂੰ ਪਤਾ ਲੱਗਿਆ ਤਾਂ ਸਾਨੂੰ ਲੱਗਿਆ ਵੀ ਸਾਨੂੰ ਕਿਤੋਂ ਸ਼ੁਰੂ ਕਰਨਾ ਚਾਹੀਦਾ। ਅਸੀਂ ਇੱਕ ਛੋਟਾ ਜਿਹਾ ਫੇਸਬੁੱਕ ਗਰੁੱਪ ਸ਼ੁਰੂ ਕੀਤਾ ਸੀ, ਅਤੇ ਜਿਵੇਂ ਸਾਡਾ ਨਾਮ ਹੈ ਟੀਮ ਵੀ ਕੇਅਰ, ਇਹ ਨਾਮ ਵੀ ਇੱਥੋਂ ਪਿਆ, ਵੀ ਕੇਅਰ, ਸਾਨੂੰ ਪਰਵਾਹ ਹੈ। ਸਾਨੂੰ ਪਰਵਾਹ ਸੀਗੀ ਉਸ ਸਮੇਂ, ਇਹ ਸਮੱਸਿਆ ਹੁੰਦੀ ਸੀਗੀ ਜੇ ਕੋਈ ਬੇਸਮੈਂਟ ਲੈਣ ਜਾਂਦਾ ਸੀਗਾ ਉਹਨੂੰ ਕਹਿ ਕੇ ਬਾਹਰ ਕਰ ਦਿੱਤਾ ਜਾਂਦਾ ਸੀਗਾ ਵੀ ਤੂੰ ਤਾਂ ਸਟੂਡੈਂਟ ਹੈ। ਮੇਰੇ ਨਾਲ ਖੁਦ ਨਾ ਹੋਇਆ ਇਹ, ਮੈਂ ਆਪਣੀ ਸਕੀ ਮਾਸੀ ਦੀ ਕੁੜੀ ਨਾਲ ਬੇਸਮੈਂਟ ਲੈਣ ਗਿਆ ਅਤੇ ਉਹ ਕਹਿੰਦੇ ਕਿ ਸਾਨੂੰ ਨਹੀਂ ਪਤਾ ਤੇਰੀ ਮਾਸੀ ਦੀ ਕੁੜੀ ਹੈ, ਹੁਣ ਇਹ ਤੋਂ ਵੱਧ ਮੈਂ ਦੱਸੋ ਕੀ ਕਰ ਸਕਦਾ। ਸੋ ਇਸ ਲਈ ਅਸੀਂ ਸ਼ੁਰੂ ਹੋਏ ਵੀ ਕੇਅਰ। ਜਦੋਂ ਸਾਡੀ ਟੀਮ ਬਣ ਗਈ ਆਲ ਅਕਰੋਸ ਕੈਨੇਡਾ, ਫਿਰ ਅਸੀਂ ਟੀਮ ਵੀ ਕੇਅਰ ਦਾ ਨਾਮ ਆ ਜਿਹੜਾ ਉਹ ਕਰ ਲਿਆ।
ਸਮੱਸਿਆਵਾਂ ਸਾਰਿਆਂ ਨੂੰ ਆਉਂਦੀਆਂ ਨੇ। ਇਹਦੇ ਵਿੱਚ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਵੀ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਇਸ ਤਰੀਕੇ ਦੀਆਂ ਜਿਹੜੀਆਂ ਵੀਡੀਓ ਨੇ ਉਹ ਬਾਹਰ ਆਉਂਦੀਆਂ ਨੇ। ਹੁਣ ਅਸੀਂ ਇਹ ਨਹੀਂ ਕਹਿੰਦੇ ਵੀ ਸਾਰੇ ਇੱਕੋ ਸਹੀ ਨੇ, ਕੁਛ % ਹੋਊਗੀ, ਪਰ ਉਹ ਕਿੰਨੀ ਆ, ਉਹ 0.001% ਹੋਊ, ਹੈ ਨਾ। ਦੂਜੀ ਗੱਲ ਇਹ ਹੁੰਦੀ ਹੈ ਜਦੋਂ ਇੱਕ ਵੀਡੀਓ ਆ ਗਈ, ਹੁਣ ਆਪਾਂ ਇੱਥੇ ਗੱਲ ਕਰ ਰਹੇ ਹਾਂ, ਆਪਣੇ ਇੱਕ ਪੱਖ ਤੁਹਾਡਾ ਹੋਊਗਾ, ਇੱਕ ਪੱਖ ਮੇਰਾ ਹੋਊਗਾ, ਤੁਸੀਂ ਆਪਣੀ ਜਗ੍ਹਾ ਸਹੀ ਹੋ, ਮੈਂ ਆਪਣੀ ਜਗ੍ਹਾ ਸਹੀ ਹਾਂ। ਹੁਣ ਜਦੋਂ ਅਸੀਂ ਵੀਡੀਓ ਦੇਖਦੇ ਹਾਂ ਵੀ ਸਮਾਨ ਖਿਲਾਰਤਾ, ਉਹ ਕਰਕੇ ਚਲੇ ਗਏ, ਉਸ ਤੋਂ ਪਹਿਲਾਂ ਕੀ ਹੋਇਆ, ਹੋ ਸਕਦਾ ਮਾਲਕ ਨੇ ਉਹਨਾਂ ਨੂੰ ਡਿਪੋਜ਼ਿਟ ਮੋੜਨ ਤੋਂ ਮਨਾ ਕਰਤਾ ਹੋਵੇ। ਸਾਨੂੰ ਨਿੱਤ ਕੇਸ ਆਉਂਦੇ ਆ ਵੀ ਜਿਹਦੇ ਵਿੱਚ ਕਿਹਾ ਜਾਂਦਾ ਕਿ ਮੈਂ ਟਾਈਮਲੀ ਉਹਨਾਂ ਨੂੰ ਕਿਹਾ ਕਿ ਮੈਂ ਬੇਸਮੈਂਟ ਛੱਡਣੀ ਆ, ਉਹ ਕਹਿੰਦੇ ਕੋਈ ਨਾ, ਤੂੰ ਇੰਨਾ ਖਰਾਬ ਕੀਤਾ, ਮੈਂ ਡਿਪੋਜ਼ਿਟ ਨਹੀਂ ਮੋੜਨਾ। ਹੁਣ ਇੱਕ ਸੱਚਾ ਹੋਊਗਾ, ਇੱਕ ਝੂਠਾ ਹੋਊਗਾ, ਹੈ ਨਾ। ਤਾਂ ਇੱਕ ਪਾਸੇ ਦੀ ਕਹਾਣੀ ਹੁੰਦੀ ਹੈ, ਸਾਨੂੰ ਉਹਦੇ ਤੋਂ ਜੱਜ ਬਣ ਕੇ ਇੱਕ ਪਾਸੜ ਹੋ ਕੇ ਜਿਹੜਾ ਨਹੀਂ ਬੈਠਣਾ ਚਾਹੀਦਾ। ਹੁਣ ਗੱਲ ਕਰਦੇ ਵੀ ਜਿਹੜਾ ਇਹਦੇ 'ਤੇ ਰਿਐਕਸ਼ਨ ਆਇਆ, ਦੋਨੇ ਪਾਸੇ ਦਾ ਆਇਆ। ਬਹੁਤ ਬੰਦਿਆਂ ਨੇ ਹੌਸਲਾ ਵੀ ਦਿੱਤਾ, ਪਰ ਦੂਜੇ ਪਾਸੇ ਅਸੀਂ ਕਈ ਵਾਰੀ ਇਹੋ ਜਿਹਾ ਵੀ ਆਇਆ ਵੀ ਇਹਨਾਂ ਨੂੰ ਤਾਂ ਕੱਢ ਹੀ ਦੇਣਾ ਚਾਹੀਦਾ ਇੱਥੋਂ। ਇਹ ਬੜੇ ਲੰਬੇ ਸਮੇਂ ਦਿੱਤੇ ਨਾ। ਪਰ ਮੈਂ ਤੁਹਾਨੂੰ ਫਿਰ ਦੱਸਦਾ ਵੀ 2019 ਜਦੋਂ ਅਸੀਂ ਸ਼ੁਰੂ ਹੋਏ ਹਾਂ, ਇੱਥੇ ਬੈਂਕਟ ਹਾਲ ਦੇ ਵਿੱਚ ਪ੍ਰੋਗਰਾਮ ਹੋਇਆ ਸੀਗਾ ਵੀ ਇਹਨਾਂ ਨੂੰ ਡਿਪੋਰਟ ਕਰ ਦਿਓ। ਅਸੀਂ ਉੱਥੋਂ ਤੁਰੇ ਹੋਏ ਅੱਜ ਇੱਥੋਂ ਤੱਕ ਆਏ ਹਾਂ ਵੀ ਕੋਈ ਕਵੇ, ਹੈ ਨਾ। ਇੱਕ ਗੱਲ ਸਾਨੂੰ ਸਾਰਿਆਂ ਨੂੰ ਬੜੀ ਕਲੀਅਰਲੀ ਸਮਝ ਲੈਣੀ ਚਾਹੀਦੀ ਹੈ, ਚਾਹੇ ਅਸੀਂ ਕੈਨੇਡਾ 'ਚ ਰਹਿੰਦੇ ਹਾਂ, ਚਾਹੇ ਅਸੀਂ ਪੰਜਾਬ 'ਚ ਹਾਂ, ਅਤੇ ਸਾਡੀ ਚਾਹਵਾਨ ਆ ਵੀ ਅਸੀਂ ਬਾਹਰ ਜਾਣਾ, ਜਾਂ ਕੋਈ ਮਾਪੇ ਆ ਵੀ ਜਿਹੜੇ ਅਸੀਂ ਆਪਣੇ ਬੱਚੇ ਨੂੰ ਬਾਹਰ ਭੇਜਣਾ। ਕੈਨੇਡਾ ਦੀ ਇਮੀਗ੍ਰੇਸ਼ਨ ਹੁੰਦੀ ਰਹਿਣੀ ਹੈ, ਇੱਥੋਂ ਦੀ ਲੋੜ ਹੈ। ਅਸੀਂ ਸਿਰਫ ਇਹਦੇ ਵਿੱਚ ਇਹ ਦੇਖਣਾ ਵੀ ਸਾਡਾ ਬੱਚਾ ਜਾਂ ਅਸੀਂ ਕਿਵੇਂ ਫਿੱਟ ਬੈਠ ਸਕਦੇ ਹਾਂ, ਆਪਣਾ ਸਕਿੱਲ ਕਿਵੇਂ ਡਿਵੈਲਪ ਕਰ ਸਕਦੇ ਹਾਂ, ਆਪਣੀ ਕਰੀਅਰ ਕਿਵੇਂ ਡਿਵੈਲਪ ਕਰ ਸਕਦੇ ਹਾਂ, ਹੈ ਨਾ। ਜਿਹੜੇ ਵੀ ਕੋਈ ਗਲਤ ਕਰਦਾ ਕਿਤੇ, ਉਹਨੂੰ ਭੰਡੋ। ਜੇ ਮੰਨ ਕੇ ਚਲੋ ਵੀ ਕੋਈ ਕਿਸੇ ਨੂੰ ਅਸੀਂ ਚੋਰੀ ਕਰਦੇ ਨੂੰ ਵੇਖਦੇ ਹਾਂ, ਕਿਤੇ ਲੜਦੇ ਨੂੰ ਵੇਖਦੇ ਹਾਂ, ਲਾਅ ਆਫ ਦੀ ਲੈਂਡ ਦੇ ਮੁਤਾਬਕ ਉਹਦੇ 'ਤੇ ਜੋ ਵੀ ਬਣਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ, ਅਤੇ ਉਹਨੂੰ ਡਿਫੈਂਡ ਨਹੀਂ ਕੀਤਾ ਜਾ ਸਕਦਾ। ਪਰ ਦੂਜੇ ਹੱਥ ਜਿਵੇਂ ਕਹਿੰਦੇ ਨਾ, ਏਕਤਾ ਦੇ ਵਿੱਚ ਬਲ ਹੈ। ਅਸੀਂ ਉਹਨੇ ਕਿਸਾਨੀ ਮੋਰਚੇ ਦੇ ਵਿੱਚ ਦੇਖਿਆ, ਅਸੀਂ ਏਕਤਾ ਦੇ ਵਿੱਚ ਰਹੇ, ਬਾਹਰ ਪੰਜਾਬ 'ਚ ਵੀ ਅਸੀਂ ਜਿੱਤ ਪ੍ਰਾਪਤ ਕੀਤੀ। ਹੁਣ ਮੈਂ ਇੱਕ ਚੀਜ਼ ਹਮੇਸ਼ਾ ਮੈਂ ਸੋਚਦਾ ਹੁੰਦਾ ਵੀ ਜੇ ਅਸੀਂ ਅੱਜ ਤੋਂ 5 ਜਾਂ 10 ਸਾਲ ਪਿੱਛੇ ਚਲੇ ਜਾਈਏ ਨਾ, ਇੱਥੇ ਅੰਤਰਰਾਸ਼ਟਰੀ ਵਿਦਿਆਰਥੀ ਪੰਜਾਬ ਤੋਂ ਇੰਨੇ ਜ਼ਿਆਦਾ ਨਹੀਂ ਆਉਂਦੇ ਸੀਗੇ। ਉਸ ਸਮੇਂ ਜੇ ਮੰਨ ਕੇ ਚਲੋ ਮੈਂ ਕਿਸੇ ਕਾਲਜ ਦੀ ਇੱਕ ਐਗਜ਼ਾਮਪਲ ਲਵਾਂ ਵੀ ਜੇ ਉੱਥੇ 1000 ਵਿਦਿਆਰਥੀ ਪੜ੍ਹਦਾ, ਤਾਂ ਉਹਦੇ 'ਚ ਪੰਜਾਬੀ ਮੂਲ ਦੇ 10, 15, 50 ਵਿਦਿਆਰਥੀ ਹੋਣਗੇ। ਜਦੋਂ ਅੰਤਰਰਾਸ਼ਟਰੀ ਵਿਦਿਆਰਥੀ ਆਉਣੇ ਸ਼ੁਰੂ ਹੋਏ, ਪੰਜਾਬ ਤੋਂ ਆਉਣੇ ਸ਼ੁਰੂ ਹੋਏ, ਤਾਂ ਉਹ ਜਿਹੜੀ ਸੰਖਿਆ ਵੱਧ ਕੇ ਜੇ ਬਾਹਲੀ ਨਹੀਂ ਤਾਂ 100 ਦੇ ਪਿੱਛੇ 200, 250 ਹੋ ਗਈ ਹੈ। ਹੁਣ ਉੱਥੇ ਇਹ ਕਹਿਣ ਦੀ ਬਜਾਏ ਵੀ ਜਿਹੜੇ ਆ ਰਹੇ ਇਹਨਾਂ ਨੂੰ ਪਿੱਛੇ ਮੋੜ ਦਿਓ, ਅਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਸਾਡੇ ਭਾਈਚਾਰੇ ਦੇ ਇੰਨੇ ਬੱਚੇ ਇੱਥੇ ਪੜ੍ਹ ਰਹੇ ਆ, ਸਾਡੇ ਤੁਸੀਂ ਆਹ ਸਬਜੈਕਟ ਕਿਉਂ ਨਹੀਂ ਪੜ੍ਹਾਉਂਦੇ? ਅਸੀਂ ਕਾਲਜ ਯੂਨੀਵਰਸਿਟੀਆਂ ਦੇ ਨਾਲ ਪ੍ਰੈਸ਼ਰ ਗਰੁੱਪ ਬਣ ਕੇ ਜਾਂ ਐਡਵੋਕੇਸੀ ਕਰਕੇ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ? ਹੋਊਗਾ ਕਦੋਂ? ਜਦੋਂ ਏਕਤਾ 'ਚ ਹੋਊਗਾ। ਜਦੋਂ ਇੱਕ ਗਰੁੱਪ ਖੜ੍ਹ ਕੇ ਤੈਅ ਕਹੀ ਜਾਂਦਾ ਵੀ ਇਹਨਾਂ ਨੂੰ ਬਾਹਰ ਕੱਢ ਦਿਓ, ਦੂਜਾ ਗਰੁੱਪ ਕੀ ਕਰੂਗਾ ਉਹਦੇ ਵਿੱਚ, ਹੈ ਨਾ। ਤਾਂ ਸਾਨੂੰ ਉੱਥੇ ਇਸ ਚੀਜ਼ ਨੂੰ ਸਮਝਣ ਦੀ ਲੋੜ ਆ ਵੀ ਅਸੀਂ ਇੱਕ ਪਾਸੇ ਨਾ ਤੁਰੀਏ। ਜਿਹੜਾ ਖਰਾਬ ਆ ਉਹਨੂੰ ਅਸੀਂ ਰੱਜ ਕੇ ਕਹੀਏ ਵੀ ਹਾਂ, ਇਹਨੂੰ ਜੋ ਵੀ ਲਾਅ ਆਫ ਦੀ ਲੈਂਡ ਆ, ਜੋ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ, ਪਰ ਅਸੀਂ ਖੁਦ ਜੱਜ ਨਾ ਬਣੀਏ, ਮਿਲ ਕੇ ਚੱਲੀਏ ਸਾਰੇ ਜਾਣੇ, ਫੇਰ ਹੀ ਇਹਦੇ ਵਿੱਚ ਹੱਲ ਹੈ। ਠੀਕ ਹੈ ਜੀ, ਮੈਂ ਕੋਸ਼ਿਸ਼ ਕਰਦਾ ਇੱਕ ਵਾਰੀ ਦੁਬਾਰਾ ਤੁਹਾਡੇ ਵਾਲੇ ਪਾਸੇ ਆਵਾਂ। ਸੋ ਟੀਮ ਵੀ ਕੇਅਰ ਦੇ ਕਰਤਾ ਧਰਤਾ ਮੈਂਬਰ ਜੋ ਮਰਜ਼ੀ ਕਹਿ ਲਓ, ਇਹ 4 ਜਣੇ ਇੱਥੇ ਖੜੇ ਨੇ, ਅਤੇ ਜਦੋਂ ਚਾਰੇ ਜਣੇ ਇੱਥੇ ਖੜੇ ਨੇ ਤਾਂ ਇਹਨਾਂ ਨੇ ਆਪੋ ਆਪਣੇ ਢੰਗ ਤਰੀਕੇ ਦੇ ਨਾਲ ਉਹ ਜਿਹੜੀ ਕਹਾਣੀ ਸਾਹਮਣੇ ਆਈ ਸੀ ਉਹ ਦੱਸੀ। ਦੇਖੋ ਇੱਕ ਗੱਲ ਬੜੀ ਕਲੀਅਰ ਹੈ, ਅਸੀਂ ਘਰੋਂ ਕਿਸੇ ਨੂੰ ਧੱਕਾ ਨਹੀਂ ਮਾਰਦੇ। ਕੋਈ ਨਿੱਕਾ ਨਿਆਣਾ ਨਸ਼ੇ 'ਤੇ ਲੱਗ ਜਾਏ, ਕੋਈ ਬਜ਼ੁਰਗ ਬੰਦਾ ਇੱਕ ਵਾਰੀ ਗਲਤ ਰਾਹੇ ਤੁਰ ਪੈਂਦਾ, ਅਸੀਂ ਧੱਕਾ ਥੋੜ੍ਹੀ ਮਾਰਦੇ, ਅਸੀਂ ਉਹਨੂੰ ਸੁਧਾਰਦੇ ਹਾਂ। ਜੇ ਕਿਤੇ ਕੋਈ ਗਲਤੀ ਦੀਦੀ ਹੈ, ਜੇ ਕਿਤੇ ਕੋਈ ਕਮੀ ਪੇਸ਼ੀ, ਕੋਈ ਮਜਬੂਰੀ ਹੈ ਜਾਂ ਕੁਛ ਵੀ ਹੈ, ਅਸੀਂ ਉਹਨੂੰ ਦਰੁਸਤ ਕਿੱਦਾਂ ਕਰਨਾ ਹੈ। ਬਾਬੇ ਨਾਨਕ ਦੇ ਦੇਸ਼ੋਂ ਆਏ ਹਾਂ, ਬਾਬੇ ਨਾਨਕ ਦੀ ਧਰਤੀ ਤੋਂ ਆਏ ਹਾਂ, ਅਤੇ ਫਿਲਾਸਫੀ ਤਾਂ ਫਿਰ ਉਹੀ ਚਾਹੀਦੀ ਆ ਨਾ ਕਿ ਆਪਾਂ ਗਲਤ ਰਸਤੇ ਤੋਂ ਸਹੀ ਰਸਤੇ 'ਤੇ ਆਉਣਾ। ਹਾਂ, ਜੇ ਇਕੱਲਾ ਆਪਾਂ ਛੱਜ ਫੜ ਕੇ ਤੁਰੇ ਫਿਰਾਂਗੇ ਤਾਂ ਥੋੜ੍ਹਾ ਜਿਹਾ ਔਖਾ ਹੋ ਜਾਊਗਾ। ਬਹੁਤ ਸਾਰੇ ਜਗ੍ਹਾ ਦੇ ਉੱਤੇ ਹੋ ਸਕਦਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਕੀਤਾ ਹੋਇਆ ਵਿਵਹਾਰ ਕਿਸੇ ਨੂੰ ਪਸੰਦ ਨਾ ਆਵੇ। ਹੋ ਸਕਦਾ ਬਹੁਤ ਸਾਰੇ ਲੋਕ ਇੱਦਾਂ ਵੀ ਕਹਿਣ ਜੀ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ, ਸਮਝਦੇ ਨਹੀਂ। ਪਰ ਪੱਥਰ ਦੇ ਉੱਤੇ 1 ਵਾਰ 2 ਵਾਰ 3 ਵਾਰ 4 ਵਾਰ ਥੋੜ੍ਹੀ ਮਾਰਾਂਗੇ, ਤਰੇੜ ਹੌਲੀ ਹੌਲੀ ਆਊਗੀ। ਯਤਨ ਤਾਂ ਕਰਨੇ ਪੈਣੇ ਆ। ਇਹ ਜਿੱਦਾਂ ਕੋਵਿਡ ਦੇ ਨਾਲ ਰਹਿਣਾ ਪੈਣਾ, ਇੱਦਾਂ ਹੀ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਰਹਿਣਾ ਪੈਣਾ। ਹੋ ਸਕਦਾ ਇਹਨਾਂ ਨੂੰ ਕੋਈ ਪਹਿਲੇ ਪਸੰਦ ਨਾ ਹੋਣ, ਪਹਿਲਿਆਂ ਨੂੰ ਇਹ ਪਸੰਦ ਨਾ ਹੋਣ। ਇਹ ਨਵੇਂ ਤੇ ਪੁਰਾਣੇ ਵਾਲਾ ਖਾਕਾ ਜਦੋਂ ਇੱਧਰ ਉੱਧਰ ਕਰਾਂਗੇ, ਦਰੁਸਤ ਫੇਰ ਹੋਣਾ ਕੰਮ। ਤੁਹਾਡੀਆਂ ਟਿੱਪਣੀਆਂ ਬਹੁਤ ਸਾਰੀਆਂ ਆਉਣਗੀਆਂ, ਹੋ ਸਕਦਾ ਤੁਹਾਡੇ ਆਪੋ ਆਪਣੇ ਸੁਝਾਅ ਜਾਂ ਵਿਚਾਰ ਹੋਣ, ਪਰ ਪ੍ਰੋਗਰਾਮ ਕਰਨ ਦਾ ਮਕਸਦ ਇਹ ਸੀ ਕਿ ਲੱਖਾਂ ਲੋਕ ਪੰਜਾਬ 'ਚ ਬੈਠੇ ਨੇ ਜਿਨ੍ਹਾਂ ਦੇ ਟੱਬਰ ਦੇ ਜੀ ਇੱਥੇ ਆ, ਲੱਖਾਂ ਲੋਕ ਇੱਥੇ ਬੈਠੇ ਨੇ ਜਿਨ੍ਹਾਂ ਨੇ ਹੋਰ ਜੀ ਇੱਧਰਲੇ ਪਾਸੇ ਸੱਦਣੇ ਨੇ। ਉਹਨਾਂ ਦੇ ਸਾਰਿਆਂ ਦੇ ਪਰਿਵਾਰਾਂ ਦੇ ਜੀ ਕੀ ਸੋਚਦੇ ਇਸ ਘਟਨਾ ਤੋਂ ਬਾਅਦ, ਇਹ ਵੱਡਾ ਮਸਲਾ ਹੈ। ਜੇ ਕਿਤੇ ਕੋਈ ਗੱਲ ਨਹੁੰ 'ਤੇ ਪਾਉਣ ਜੋਗੀ ਵੀ ਹੈਗੀ ਆ, ਆਪਾਂ ਤਾਂ ਮਸਲਾ ਹੱਲ ਕਰਨ ਵਾਲੇ ਪਾਸੇ ਤੁਰੀਏ। ਵੱਡੀ ਕਮਿਊਨਿਟੀ ਹੈ, ਸਾਰੀ ਦੁਨੀਆ ਦੇ ਉੱਤੇ ਆਪਾਂ ਲੰਗਰ ਲਾ ਦਈਦੇ ਆ। ਆਪਣੇ ਬੱਚੇ ਨੇ, ਉਹਨਾਂ ਨੂੰ ਬੁੱਕਲ ਦੇ ਵਿੱਚ ਲੈ ਕੇ ਤੁਰਨ ਦੀ ਜਿਹੜੀ ਉਹ ਲੋੜ ਤਾਂ ਮਹਿਸੂਸ ਹੋਣੀ ਹੈ। ਤੁਹਾਡੇ ਕੋਲ ਆਉਣਾ ਜੀ, ਮੈਂ ਖਬਰ ਤਾਂ ਆ ਗਈ ਸੀ, ਤੁਸੀਂ ਇਲਜ਼ਾਮ ਵੀ ਵੱਡੇ ਵੱਡੇ ਲਾਤੇ ਜੀ, ਇਹਨੇ ਵੀ ਗਲਤ ਕਿਹਾ, ਉਹਨੇ ਵੀ ਗਲਤ ਕਿਹਾ। ਇਹਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਮਾੜੀ ਮੋਟੀ? ਜੀ ਬਿਲਕੁਲ। ਅਸੀਂ ਜਿਹੜੇ ਮਿਸਿਸ ਸੁੰਦਰ ਸਿੰਘ ਨੇ ਉਹਨਾਂ ਦੇ ਨਾਲ ਫੋਨ ਦੇ ਉੱਤੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਉਹ ਕੌਣ ਨੇ ਜੀ? ਜਿਨ੍ਹਾਂ ਨੇ ਇਸ ਰਿਪੋਰਟ ਦੇ ਵਿੱਚ ਐਲਸਪੋਰਥ ਵਿਮਨ ਸੈਂਟਰ ਆ
ਟੋਰਾਂਟੋ ਤੋਂ, ਉਹਨਾਂ ਨੇ ਇਸ ਰਿਪੋਰਟ ਦੇ ਵਿੱਚ ਆਪਦਾ ਜਿਹੜੀ ਬਿਆਨ ਦਿੱਤੇ ਨੇ। ਕੈਨੇਡੀਅਨ ਬਾਜ਼ਾਰ, ਉਸ ਤੋਂ ਬਾਅਦ ਜਿਹੜੇ ਆਪਣੇ ਪੰਜਾਬੀ ਪੋਰਟਲ ਨੇ ਉਹਨਾਂ ਸਾਰਿਆਂ ਦੇ ਉੱਤੇ, ਤੇ ਜਿਹੜੇ ਮੈਂ ਪਹਿਲਾਂ ਗੱਲ ਕਰਕੇ ਹਟਿਆ ਫੇਸਬੁੱਕ ਲਾਈਵ, ਉਹਨਾਂ ਸਾਰਿਆਂ ਦੇ ਉੱਤੇ ਉਹਨਾਂ ਦੀ ਇੰਨ ਬਿੰਨ ਕਹੀ ਹੋਈ ਗੱਲ ਜਿਹੜੀ ਉਹ ਦੁਹਰਾਈ ਗਈ ਆ ਵਾਰ-ਵਾਰ। ਜਿਹੜੇ ਮੈਂ ਕਹਿ ਰਿਹਾ ਵੀ ਮੈਨੀ ਆਫ ਦਾ ਸਟੂਡੈਂਟਸ ਜਾਂ ਜਿਹੜੇ ਨਿਊਮਰਸ ਨੰਬਰ ਆਫ ਦਾ ਸਟੂਡੈਂਟਸ ਕਹੇ ਗਏ ਨੇ, ਇਹ ਉਹਨਾਂ ਦੇ ਆਪਦੇ ਅਲਫਾਜ਼ ਨੇ। ਮਿਸਿਸ ਸੁੰਦਰ ਸਿੰਘ ਉਹਨਾਂ ਦਾ ਨਾਮ ਆ ਜੀ। ਸੋ ਅਸੀਂ ਉਹਨਾਂ ਨੂੰ ਫੋਨ ਦੇ ਉੱਤੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਹਿਲਾਂ, ਜਦੋਂ ਇਹ ਖਬਰ ਆਈ ਆ ਉਦੋਂ ਇੰਡੀਆ ਗਏ ਹੋਏ ਸੀਗੇ। ਉਸ ਤੋਂ ਬਾਅਦ ਜਿਵੇਂ ਉਹ ਇੰਡੀਆ ਤੋਂ ਵਾਪਸ ਆਏ, ਫਿਰ ਐਵੇਂ ਇੱਕ ਰੇਡੀਓ ਸ਼ੋਅ ਦੇ ਉੱਤੇ ਉਹਨਾਂ ਦੇ ਨਾਲ ਫੋਨ ਦੇ ਉੱਤੇ ਗੱਲ ਹੋਈ ਸੀਗੀ। ਸੋ ਉਹਨਾਂ ਤੋਂ ਸਵਾਲ ਪੁੱਛੇ ਗਏ ਸੀ ਵੀ ਜਿਹੜੀ ਉਹ ਰਿਪੋਰਟ ਦੀ ਗੱਲ ਕਰ ਰਹੇ ਨੇ, ਕੀ ਉਹ ਰਿਪੋਰਟ ਪਬਲਿਕ ਕਰਨਗੇ? ਉਹਨਾਂ ਨੇ ਕਿਹਾ ਵੀ ਰਿਪੋਰਟ ਨਹੀਂ ਪਬਲਿਕ ਕਰ ਸਕਦੇ ਹੈਗੇ। ਫਿਰ ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜੀ ਰਿਪੋਰਟ ਦੇ ਵਿੱਚ ਉਹ ਕਹਿੰਦੇ ਨੇ ਵੀ ਸਾਡੇ ਕੋਲੇ ਨੰਬਰ ਵੱਧ ਰਹੇ ਨੇ, ਸਾਡੇ ਕੋਲੇ ਕੇਸ ਆਏ ਨੇ, ਕੀ ਉਹ ਸਾਨੂੰ ਨੰਬਰ ਦੱਸ ਸਕਦੇ ਨੇ ਕਿੰਨੇ ਕੇਸ ਆਏ ਨੇ? ਕੀ ਉਹ ਸਾਨੂੰ ਦੱਸ ਸਕਦੇ ਨੇ ਵੀ ਜਿਹੜੀ ਕੁੜੀ ਦੀ ਜਾਂ ਜਿਹੜੀ ਕੁੜੀਆਂ ਦੀ ਉਹ ਗੱਲ ਕਰ ਰਹੇ ਨੇ, ਉਹ ਕੁੜੀਆਂ ਕਿੱਥੋਂ ਨੇ, ਕਿਵੇਂ, ਮਤਲਬ ਵੀ ਉਹਨਾਂ ਦੀ ਪਹਿਚਾਣ ਨਾ ਦੱਸਣ, ਪਰ ਸਾਨੂੰ ਐਟਲੀਸਟ ਉਹਨਾਂ ਦਾ ਮੂਲ ਦੱਸ ਦੇਣ ਵੀ ਉਹ ਕਿਸ ਬਿਨਾਹ ਦੇ ਉੱਤੇ ਕਹਿ ਰਹੇ ਨੇ ਵੀ ਉਹ ਇੰਟਰਨੈਸ਼ਨਲ ਸਟੂਡੈਂਟ ਨੇ, ਪੰਜਾਬੀ ਨੇ। ਅਤੇ ਉਹਨਾਂ ਦੇ ਵੱਲੋਂ ਸਾਰੇ ਪਾਸਿਓਂ ਗੱਲ ਗੋਲ ਸੀਗੀ, ਕੋਈ ਐਵੇਂ ਪੁਸ਼ਟੀ ਗੱਲ ਵਾਲੀ ਜਿਹੜੀ ਇੱਕ ਪ੍ਰੋਪਰ ਗੱਲ ਹੁੰਦੀ ਹੈ ਨਾ, ਵੀ ਉਹ ਉਹਨਾਂ ਵੱਲੋਂ ਕਹੀ ਨਹੀਂ ਗਈ ਕਦੇ ਵੀ ਸਾਡੇ ਕੋਲ ਇੰਨਾ ਨੰਬਰ ਆ, ਇੰਨੇ ਵੱਧ ਗਏ ਜਾਂ ਇੰਨੇ ਹੋਏ ਹੈ ਨਾ। ਉਹ ਜਦੋਂ ਉਹ ਕਹਿੰਦੇ ਸੀ ਵੀ ਸਾਨੂੰ ਹੋਰ ਕੁੜੀਆਂ ਨੇ ਸਟੋਰੀ ਸ਼ੇਅਰ ਕੀਤੀ ਆ। ਜਦੋਂ ਉਹਨਾਂ ਨੂੰ ਪੁੱਛਿਆ ਵੀ ਕੁੜੀ ਦਾ ਜਿਹੜੀ ਕੁੜੀ ਨੇ ਸਟੋਰੀ ਸ਼ੇਅਰ ਕੀਤੀ, ਉਹਨੇ ਕੀ ਕਿਹਾ? ਉਹਨੇ ਕਿਹਾ ਬਹੁਤ ਜ਼ਿਆਦਾ ਕੁੜੀਆਂ ਨੇ ਜਿਹੜੀਆਂ ਇਸ ਐਕਟੀਵਿਟੀ 'ਚ ਇੰਡਲਜ ਹੋ ਰਹੀਆਂ ਨੇ। ਸੋ ਬਹੁਤ ਜ਼ਿਆਦਾ, ਮੈਂ ਨਹੀਂ, ਕੁਆਇਟ ਆ ਫਿਊ, ਫਿਰ ਵਾਰ-ਵਾਰ ਉਹੀ ਚੀਜ਼ ਰਿਪੀਟ ਹੋ ਰਹੀ ਸੀ। ਕੋਈ ਪ੍ਰੋਪਰ ਉਹਨਾਂ ਦੀ ਗੱਲ ਨਹੀਂ ਆਈ ਹੈਗੀ ਸਾਡੇ ਕੋਲ। ਠੀਕ ਹੈ ਜੀ। ਤਾਂ ਹੁਣ ਮਸਲਾ ਨਿਬੇੜੀਏ ਕਿੱਥੇ? ਇੱਕ ਜਾਣੀ ਤੁਹਾਨੂੰ ਲੱਗਦਾ ਹੈ ਕਿ ਹੋ ਸਕਦਾ ਕੋਈ ਮਜਬੂਰੀ ਕਿਤੇ ਆ ਵੀ ਗਈ ਹੋਵੇ, ਹੁਣ ਫਿਰ ਆਪਾਂ ਇਹਨੂੰ ਨਿਬੇੜਨਾ ਕਿੱਥੇ ਕਿ ਜੇ ਕਿਤੇ ਮਜਬੂਰੀ ਆਉਂਦੀ ਹੈ, ਜਾਂ ਆਪਾਂ ਮਾਨਸਿਕ ਤੌਰ ਦੇ ਉੱਤੇ ਕਿੱਦਾਂ ਦੀ ਤਿਆਰੀ ਰੱਖੀਏ ਕਿ ਦੁਬਾਰਾ ਕਦੇ ਇੱਦਾਂ ਦੇ ਕੇਸ ਖਬਰ ਕੋਈ ਨਿਕਲੇ ਹੀ ਨਾ, ਤੁਹਾਨੂੰ ਕਿਤੇ ਡਿਬੇਟ ਕਰਨੀ ਨਾ ਪਵੇ, ਇੱਦਾਂ ਪ੍ਰੋਗਰਾਮ ਦੇ ਉੱਤੇ ਆਉਣਾ ਹੀ ਨਾ ਪਵੇ ਜੀ। ਸੋ ਮੈਂ ਜੜ 'ਚ ਜੇ ਜਾਵਾਂ ਹੈ ਨਾ, ਪ੍ਰੋਬਲਮ ਦੀ ਜੜ ਦੇ ਵਿੱਚ ਪ੍ਰੋਬਲਮ ਇੱਕ ਖਬਰ ਤੋਂ ਆਉਂਦੀ ਆ ਜਿਹੜੀ ਅਗਸਤ ਦੇ ਵਿੱਚ ਆਈ ਸੀਗੀ। ਅਗਸਤ ਦੇ ਵਿੱਚ ਬਰੈਂਪਟਨ ਦੇ 3 ਮੁੰਡੇ ਸੀ ਜਿਹੜੇ ਉਹ ਬਰੈਂਪਟਨ ਪੀਲ ਪੁਲਿਸ ਵੱਲੋਂ ਚਾਰਜ ਕੀਤੇ ਗਏ ਸੀਗੇ, ਕਿਉਂਕਿ ਉਹਨਾਂ ਨੇ 18 ਸਾਲਾਂ ਦੀ ਇੱਕ ਕੁੜੀ ਨੂੰ ਆਪਦੇ ਘਰੇ ਰੱਖਿਆ ਸੀ, ਆਪਦੇ ਘਰੇ ਜਾਂ ਕਿਸੇ ਜਗ੍ਹਾ ਦੇ ਉੱਤੇ ਕਿਡਨੈਪ ਕਰਕੇ ਰੱਖਿਆ ਸੀ, ਜਿਹਨੂੰ ਕੁੱਟਦੇ ਮਾਰਦੇ ਵੀ ਸੀ, ਉਹਨੂੰ ਉਹ ਪ੍ਰੋਸਟੀਟਿਊਸ਼ਨ 'ਚ ਪਾਉਣਾ ਵੀ ਚਾਹੁੰਦੇ ਸੀਗੇ। ਪਰ ਨਾ ਤਾਂ ਬਰੈਂਪਟਨ ਪੀਲ ਪੁਲਿਸ ਵੱਲੋਂ ਕਿਹਾ ਗਿਆ, ਨਾ ਕਿਸੇ ਹੋਰ ਬੰਦੇ ਵੱਲੋਂ ਦੱਸਿਆ ਗਿਆ ਵੀ ਉਹ 18 ਸਾਲਾਂ ਦੀ ਜਿਹੜੀ ਕੁੜੀ ਸੀ ਉਹ ਪੰਜਾਬੀ ਸੀ, ਇੰਡੀਅਨ ਸੀ, ਜਾਂ ਜੋ ਵੀ ਸੀ। ਇਨਸਾਨੀਅਤ ਨਾਤੇ ਉਹ ਕੁੜੀ ਸੀਗੀ, ਅਤੇ ਜਿਹੜੇ ਮੁੰਡਿਆਂ ਨੇ ਉਹ ਕੁੜੀ ਫੜੀ ਹੋਈ ਸੀ, ਉਹ 3 ਮੁੰਡੇ ਨਾਮ ਤੋਂ ਪੰਜਾਬੀ ਪਤਾ ਲੱਗਦੇ ਸੀਗੇ। ਕਿਸੇ ਦਾ ਨਾਮ ਮਿਲਾ ਸ਼ਾਇਦ ਗੁਰਪ੍ਰੀਤ ਸੀਗਾ ਉਹਨਾਂ ਦੇ ਵਿੱਚੋਂ, ਹੋਰ ਵੀ 2 ਦੇ ਨਾਂ ਸੀ ਜਿਹੜੇ ਪੰਜਾਬੀ ਸੀਗੇ, ਅਤੇ 3 ਮੁੰਡੇ ਜਵਾਨ ਸੀਗੇ। ਉਹਨਾਂ ਨੇ ਨਹੀਂ ਦੱਸਿਆ ਇੰਟਰਨੈਸ਼ਨਲ ਸਟੂਡੈਂਟ ਸੀ ਜਾਂ ਇੱਥੋਂ ਦੇ ਬੋਰਨ ਸੀ, ਕਿਵੇਂ ਵੀ ਸੀਗੇ ਉਹ ਪੰਜਾਬੀ। ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹਦਾ ਸੋਲਿਊਸ਼ਨ ਕੀ ਹੋਵੇ। ਜਦੋਂ ਕਦੇ ਇਹੋ ਜਿਹੀ ਖਬਰ ਆਉਂਦੀ ਆ ਤਾਂ ਸਾਨੂੰ ਐਜ਼ ਅ ਕਮਿਊਨਿਟੀ ਸੋਚਣਾ ਚਾਹੀਦਾ ਖਬਰ ਬਾਰੇ। ਪੜਚੋਲ, ਹਾਫ ਨੌਲੇਜ ਕਹਿੰਦੇ ਨੇ, ਡੇਂਜਰਸ ਚੀਜ਼ ਹੁੰਦੀ ਹੈ ਸਾਰਿਆਂ ਤੋਂ ਜ਼ਿਆਦਾ। ਸੋ ਉਹੀ ਚੀਜ਼ ਇੱਥੇ ਹੋਈ ਆ। ਜਦੋਂ ਜਿਵੇਂ ਹੀ ਖਬਰ ਆਈ, ਲੋਕਾਂ ਨੇ ਕੀ ਕੀਤਾ, ਨਾਲ ਦੀ ਨਾਲ ਉਹਨੂੰ ਰਿਐਕਟਿਵ ਤਰੀਕੇ ਦੇ ਨਾਲ ਸ਼ੇਅਰ ਕਰਨਾ ਸ਼ੁਰੂ ਕਰਤਾ। ਹੋਣਾ ਕੀ ਚਾਹੀਦਾ ਸੀਗਾ, ਪ੍ਰੋਐਕਟਿਵ ਤਰੀਕੇ ਨਾਲ ਮਾੜੀ ਮੋਟੀ ਉਹਦੀ ਪੜਚੋਲ ਕੀਤੀ ਹੁੰਦੀ ਵੀ ਕੀ ਗੱਲ ਸਹੀ ਆ ਜਾਂ ਕਿਵੇਂ ਆ ਕਿਵੇਂ ਨਹੀਂ। ਕਿਉਂਕਿ ਦੇਖਿਆ ਜਾਵੇ ਨਾ, ਟਾਰਗੇਟ ਕਿੱਥੇ ਹੋ ਰਿਹਾ। ਆਪਾਂ ਜਿਵੇਂ ਜਮਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਵੀ ਆਪਾਂ ਪੰਜਾਬੀ ਆ, ਆਪਾਂ ਪੰਜਾਬੀਆਂ ਨੂੰ ਕਿਉਂ ਭੰਡ ਰਹੇ ਹਾਂ? ਕਿਉਂਕਿ ਟਾਰਗੇਟ ਹੁਣ ਇੱਥੇ ਕਰਨ ਵਾਲੇ ਵੀ ਪੰਜਾਬੀ ਨੇ, ਹੋਣ ਵਾਲੇ ਵੀ ਪੰਜਾਬੀ ਨੇ, ਅੱਗੇ ਸ਼ੇਅਰ ਕਰਨ ਵਾਲੇ ਵੀ ਪੰਜਾਬੀ ਨੇ। ਉਹ ਚੀਜ਼ ਨੂੰ ਆਪਾਂ ਪੜਚੋਲ ਕਰੀਏ ਮਾੜੀ ਜੀ ਵੀ, ਜੇ ਇਹ ਚੀਜ਼ ਹੋ ਰਹੀ ਆ, ਸਾਡੇ ਉੱਤੇ ਵਾਰ ਹੋ ਰਿਹਾ, ਚਾਹੇ ਉਹ ਕਿਸੇ ਵੀ ਤਰੀਕੇ ਨਾਲ ਹੋ ਰਿਹਾ, ਥੋੜ੍ਹਾ ਬਹੁਤਾ ਹੈ ਨਾ, ਅਸੀਂ ਉਸ ਚੀਜ਼ ਦੀ ਪੜਚੋਲ ਕਰੀਏ, ਦੇਖੀਏ ਵੀ ਇਹ ਚੀਜ਼ ਅੱਗੇ ਸ਼ੇਅਰ ਕਰਨ ਵਾਲੀ ਵੀ ਹੈਗੀ ਆ ਜਾਂ ਨਹੀਂ। ਇਸ ਚੀਜ਼ ਦੇ ਉੱਤੇ ਹੋਣਾ ਕੀ ਚਾਹੀਦਾ ਸੀ, ਇਸ ਚੀਜ਼ ਦੇ ਉੱਤੇ ਸਾਨੂੰ ਐਜ਼ ਅ ਕਮਿਊਨਿਟੀ, ਜਿਵੇਂ ਹੀ ਉਹ ਖਬਰ ਆਉਂਦੀ ਆ, ਜੇ ਉਹ ਬੇਬੁਨਿਆਦ ਰਿਪੋਰਟ ਦੇ ਬੇਸ ਦੇ ਉੱਤੇ ਉਹ ਖਬਰ ਛਾਪ ਰਹੇ ਨੇ, ਅੱਗੇ ਉਹ ਸ਼ੇਅਰ ਹੋ ਰਹੀ ਆ, ਸਾਨੂੰ ਐਜ਼ ਅ ਕਮਿਊਨਿਟੀ ਸ਼ੇਅਰ ਕਰਨ ਦੀ ਬਜਾਏ ਉਹਦਾ ਵਿਰੋਧ ਕਰਨਾ ਚਾਹੀਦਾ ਸੀ। ਅਸੀਂ ਨਹੀਂ ਚਾਹੁੰਦੇ ਹੈਗੇ ਵੀ ਵਾਰ-ਵਾਰ ਐਵੇਂ ਦੀ ਕੋਈ ਡਿਬੇਟ ਹੋਵੇ, ਅਸੀਂ ਨਹੀਂ ਚਾਹੁੰਦੇ ਹੈਗੇ ਵੀ ਵਾਰ-ਵਾਰ ਇਸ ਚੀਜ਼ਾਂ ਦੇ ਵਿੱਚ ਅਸੀਂ ਵੀ ਆਪਦਾ ਕੰਮ ਛੱਡ ਕੇ ਇੱਧਰਲੇ ਪਾਸੇ ਨੂੰ ਕਰੀਏ। ਹੋਰ ਪਾਸੇ ਬਹੁਤ ਨੇ ਜਿਹੜੇ ਕੰਮ ਕਰਨ ਧਿਆਨ ਦੇਣ ਵਾਲੇ, ਸਾਰਿਆਂ ਵਾਸਤੇ ਹੋਰ ਪਾਸੇ ਬਹੁਤ ਨੇ, ਪਰ ਇੱਧਰ ਆਉਣਾ ਕਿਉਂ ਪੈ ਰਿਹਾ? ਕਿਉਂਕਿ ਕਮਿਊਨਿਟੀ ਦੇ ਵਿੱਚੋਂ ਕਿਸੇ ਨੇ ਵੀ ਆਵਾਜ਼ ਨਹੀਂ ਉਠਾਈ, ਕਿਸੇ ਨੇ ਵੀ ਇਹ ਨਹੀਂ ਕਿਹਾ ਵੀ ਇਹ ਰਿਪੋਰਟ ਨੂੰ ਭੰਡਿਆ ਜਾਣਾ ਚਾਹੀਦਾ, ਕਿਸੇ ਨੇ ਵੀ ਇਹ ਨਹੀਂ ਕਿਹਾ ਹੈਗਾ ਵੀ ਇਹ ਰਿਪੋਰਟ ਬੇਬੁਨਿਆਦ ਆ। ਗੱਲ ਹੋਣੀ ਚਾਹੀਦੀ ਆ ਇਸ ਚੀਜ਼ ਦੀ। ਜੇ ਕਿਤੇ ਬਾਈ ਚਾਂਸ, ਜਿਵੇਂ ਹੁਣ ਤੁਸੀਂ ਨੇ ਗੱਲ ਕੀਤੀ ਸੀ ਵੀ ਕਿਸੇ ਦੀ ਮਜਬੂਰੀ ਹੋ ਸਕਦੀ ਹੈ, ਹੈ ਨਾ। ਜਿਹੜਾ ਇੱਕ ਕੇਸ ਆਪਾਂ ਗੱਲ ਕੀਤੀ, ਇੱਕ ਖਬਰ ਦੇ ਬਿਨਾਹ ਦੇ ਉੱਤੇ ਜਦੋਂ ਸਾਰੀ ਚੀਜ਼ ਛਪੀ ਆ, ਉਹ ਇੱਕ ਖਬਰ ਆਈ ਆ, ਉੱਥੇ ਜਿਵੇਂ ਜਸ਼ਨ ਨੇ ਗੱਲ ਕੀਤੀ ਸੀ ਵੀ ਲਾਅ ਆਫ ਦਾ ਲੈਂਡ ਲਾਗੂ ਹੋਇਆ, ਅਤੇ ਹਰੇਕ ਕੇਸ ਦੇ ਵਿੱਚ ਲਾਅ ਆਫ ਦਾ ਲੈਂਡ ਲਾਗੂ ਹੋਣਾ ਚਾਹੀਦਾ। ਜੇ ਤਾਂ ਉਹਦੇ 'ਤੇ ਕੋਈ ਕ੍ਰਿਮੀਨਲ ਚਾਰਜਸ ਵਾਲੀ ਚੀਜ਼ ਹੈਗੀ, ਉਹਨਾਂ ਨੂੰ ਕ੍ਰਿਮੀਨਲ ਚਾਰਜਸ ਦੇ ਅਧੀਨ ਉਹਨਾਂ ਨੂੰ ਅਰੈਸਟ ਕੀਤਾ ਜਾਵੇ, ਡਿਪੋਰਟ ਕੀਤਾ ਜਾਵੇ, ਜਾਂ ਜੋ ਵੀ ਸਜ਼ਾ ਬਣਦੀ ਉਹ ਦਿੱਤੀ ਜਾਵੇ। ਪਰ ਉਹਦੇ ਨਾਲ ਸਟੀਰੀਓਟਾਈਪ ਨਾ ਹੋਵੇ, ਉਹਦੇ ਨਾਲ ਸਟੀਰੀਓਟਾਈਪਿੰਗ ਨਾ ਹੋਵੇ, ਉਹਦੇ ਨਾਲ ਇਹ ਨਾ ਹੋਵੇ ਵੀ ਸਾਰੇ ਐਂ ਕਰਦੇ ਨੇ। ਜਿਹੜਾ ਬੰਦਾ ਕਰਦਾ ਉਹਨੂੰ ਦੱਬਣਾ ਵੀ ਨਹੀਂ ਚਾਹੀਦਾ, ਉਹਦੇ 'ਤੇ ਲਾਅ ਆਫ ਦਾ ਲੈਂਡ ਲਾਗੂ ਹੋਣਾ ਚਾਹੀਦਾ, ਪਰ ਬਾਕੀ ਸਾਰੇ ਜਿਹੜੇ ਨੇ ਉਹਨਾਂ ਨੂੰ ਇੱਕੋ ਰੱਸੇ ਨਾਲ ਨਹੀਂ ਬਣ ਸਕਦੇ ਜੀ ਆਪਾਂ। ਬਿਲਕੁਲ ਠੀਕ ਹੈ ਜੀ। ਮੈਂ ਤੁਹਾਡੇ ਵੱਲ ਦੁਬਾਰਾ ਆਉਣਾ, ਸਟੀਰੀਓਟਾਈਪ ਹੋ ਰਿਹਾ ਜੀ, ਕੁਛ ਲੱਗਦਾ?
ਹਾਂਜੀ ਬੇਸ਼ੱਕ ਜਦੋਂ ਆਪਾਂ ਨਿਊਜ਼ ਦੇਖਦੇ ਹਾਂ, ਜਦੋਂ ਆਪਾਂ ਦੇਖਦੇ ਕਿ ਹੌਟਲਾਈਨ ਟੌਪਿਕ ਹੀ ਇੰਟਰਨੈਸ਼ਨਲ ਸਟੂਡੈਂਟਸ ਹੁੰਦੇ ਆ, ਸੋ ਇਹ ਕਾਈਂਡ ਆਫ ਡਿਵਾਈਡ ਕੀਤਾ ਗਿਆ ਕਿ ਜਿਹੜੇ ਇੱਥੇ ਪੁਰਾਣੇ ਆਏ ਨੇ ਜਾਂ ਫਿਰ ਉਹਨਾਂ ਦੇ ਵੀ ਬੱਚੇ ਨੇ ਹੈਗੇ ਨਾ, ਪਰ ਲਾਈਕ ਜਿਹੜੇ ਇੰਟਰਨੈਸ਼ਨਲ ਆ ਰਹੇ ਨੇ ਉਹਨਾਂ ਨੂੰ ਜ਼ਿਆਦਾ ਹਾਈਲਾਈਟ ਕੀਤਾ ਜਾਂਦਾ, ਸੋ ਡੈਫੀਨੇਟਲੀ ਸਟੀਰੀਓਟਾਈਪ ਹੋ ਰਿਹਾ ਹੈ ਨਾ। ਇੱਕ ਮੈਨੂੰ ਹੋਰ ਦੱਸਿਓ, ਤੁਹਾਡਾ 6 ਸਾਲ ਦਾ ਤਜਰਬਾ, ਹਾਂਜੀ ਪੁਰਾਣੇ ਬੰਦੇ ਚੰਗੇ ਵੀ ਬਹੁਤ ਨੇ, ਚੰਗੇ ਵੀ ਤਾਂ ਮਿਲੇ ਹੀ ਹੋਣੇ ਆ। ਚੰਗੇ ਵੀ ਬਹੁਤ ਮਿਲੇ ਨੇ, ਇੰਨਾ ਨਹੀਂ ਕਹਾਂਗੇ ਕਿ ਚੰਗੇ ਵੀ ਬਹੁਤ ਮਿਲੇ ਨੇ, ਸਾਰੇ ਤਰ੍ਹਾਂ ਦੇ ਲੋਕ ਮਿਲੇ ਨੇ ਹੈ ਨਾ, ਪਰ ਤਜਰਬਾ ਸਾਰੀ ਤਰ੍ਹਾਂ ਦਾ ਹੀ ਰਿਹਾ ਹੈ ਕਿ ਅੱਛੇ ਮਾੜੇ ਸਾਰੀ ਕਮਿਊਨਿਟੀ 'ਚ ਹੁੰਦੇ ਨੇ ਹੈ ਨਾ। ਠੀਕ ਹੈ ਜੀ। ਇੱਕ ਮੈਨੂੰ ਹੋਰ ਦੱਸਿਓ ਕਿ ਜਿਹੜੇ ਪੁਰਾਣੇ ਨੇ ਇੱਥੇ ਆਪਣੇ ਭਾਈਚਾਰੇ ਦੇ ਆਏ, ਕਿਉਂਕਿ ਗੁਰੂ ਘਰ ਚੱਲ ਰਹੇ ਨੇ, ਸਾਰਾ ਕੁਝ ਚੱਲ ਰਿਹਾ, ਕਮਿਊਨਿਟੀ ਵਰਕ ਵੀ ਚੱਲ ਰਿਹਾ, ਜੇ ਉਹ ਥੋੜ੍ਹਾ ਜਿਹਾ ਹੋਰ ਬੁੱਕਲ ਦੇ ਵਿੱਚ ਬੱਚਿਆਂ ਵਾਂਗੂ ਨਿੱਘ ਦੇਣ ਤਾਂ ਹੋ ਸਕਦਾ ਕਿ ਜੇ ਕੋਈ ਬੱਚਾ ਰਾਹ ਤੋਂ ਟੇਢਾ ਮੇਢਾ ਹੁੰਦਾ ਸ਼ਾਇਦ ਉਹ ਵੀ ਨਾ ਹੋਵੇ ਫਿਰ। ਮੈਨੂੰ ਲੱਗਦਾ ਕਿ ਡੈਫੀਨੇਟਲੀ ਇਦਾਂ ਹੋ ਸਕਦਾ ਹੈ ਜੇ ਤੁਸੀਂ ਇਹ ਅੰਤਰ ਕਰਨਾ ਹੀ ਬੰਦ ਕਰ ਦਿਓ ਕਿ ਇੰਟਰਨੈਸ਼ਨਲ ਵਿਦਿਆਰਥੀ ਨੇ ਹੈ ਨਾ, ਅਸੀਂ ਇਹਨਾਂ ਨੂੰ ਇਦਾਂ ਟਰੀਟ ਕਰਨਾ ਜਾਂ ਉੱਦਾਂ ਟਰੀਟ ਕਰਨਾ, ਤੁਸੀਂ ਇਹਨਾਂ ਨੂੰ ਸਿੰਪਲੀ ਲਓ ਕਿ ਬੱਚੇ ਨੇ ਹੈ ਨਾ, ਤੇ ਐਜ਼ ਅ ਹਿਊਮੈਨਿਟੀ ਦੇ ਬੇਸਿਸ ਤੇ ਤੁਸੀਂ ਲਓ, ਤਾਂ ਮੈਨੂੰ ਲੱਗਦਾ ਕਿ ਅੰਤਰ ਬਹੁਤ ਛੇਤੀ ਖਤਮ ਹੋ ਸਕਦਾ ਹੈ। ਹਾਂਜੀ ਠੀਕ ਹੈ ਜੀ। ਗੁਰਲੀਨ, ਮੈਂ ਤੁਹਾਡੇ ਤੋਂ ਪਹਿਲਾਂ ਪੁੱਛਣਾ, ਤੁਹਾਡੇ ਵੱਲ ਫੇਰ ਆਉਣਾ, ਮੈਂ ਕਿਹਾ ਲੇਡੀਜ਼ ਫਸਟ ਵਾਲਾ ਕੰਮ ਨਿਬੇੜ ਲਈਏ ਨਾ। ਮੰਨ ਲਓ ਕਦੇ ਹੋਵੇ ਨਾ, ਮੰਨ ਲਓ ਜੇ ਕਿਤੇ ਇੱਦਾਂ ਦੀਆਂ ਘਟਨਾਵਾਂ ਆਉਂਦੀਆਂ ਹੀ ਨੇ, ਕਿਉਂਕਿ ਅਸੀਂ ਸਾਰੇ ਮੀਡੀਆ ਅਦਾਰਿਆਂ ਦਾ ਸਤਿਕਾਰ ਕਰਦੇ ਹਾਂ, ਸਾਰੀਆਂ NGOs ਜਿਹੜੀਆਂ ਇੱਥੇ ਚੱਲਦੀਆਂ, ਜੇ ਕਿਤੇ ਇੱਦਾਂ ਦੀਆਂ ਘਟਨਾਵਾਂ ਆਉਂਦੀਆਂ ਨੇ, ਫਿਰ ਤੁਹਾਡੇ ਮਨ ਦੇ ਵਿੱਚ ਕੀ ਆ ਕਿ ਤੁਰੰਤ ਉਹਦਾ ਸਲਿਊਸ਼ਨ ਹੱਲ ਲੱਭਿਆ ਜਾਵੇ ਜਾਂ ਕਿਸੇ ਹੋਰ ਪਾਸੇ ਜਾਇਆ ਜਾਵੇ? ਕੋਰਸ ਜੇ ਕੋਈ ਐਵੇਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਨੂੰ ਸਾਰਿਆਂ ਨਾਲੋਂ ਪਹਿਲਾਂ ਆਪਣਾ ਇਹੀ ਹੁੰਦਾ ਮਕਸਦ ਕਿ ਆਪਾਂ ਉਸ ਚੀਜ਼ ਬਾਰੇ ਪਹਿਲਾਂ ਤਾਂ ਪਤਾ ਕਰੀਏ ਕਿ ਕੀ ਪ੍ਰੋਬਲਮ ਹੈਗੀ ਆ, ਫਿਰ ਉਹਦੇ ਕੀ ਹੱਲ ਹੋ ਸਕਦੇ ਤੇ ਆਪਾਂ ਕੀ ਇਹੋ ਜਿਹੇ ਸਟੈਪ ਲੈ ਸਕਦੇ ਹਾਂ ਕਿ ਅੱਗੇ ਫਿਊਚਰ ਦੇ ਵਿੱਚ ਉਵੇਂ ਦੀ ਕੋਈ ਪ੍ਰੋਬਲਮ ਨਾ ਹੋਵੇ। ਵੀਕੇਅਰ ਦੇ ਵਿੱਚ ਜਿਵੇਂ ਮੈਂਟਲ ਹੈਲਥ ਦਾ ਇਸ਼ੂ ਸੀਗਾ, ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਹਮੇਸ਼ਾ ਤੋਂ ਇਹ ਪ੍ਰੋਬਲਮ ਆਉਂਦੀ ਸੀ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਿਹੜੀਆਂ ਮੈਂਟਲ ਹੈਲਥ ਸਰਵਿਸਿਜ਼ ਆ ਉਹ ਬਹੁਤ ਘੱਟ ਮਿਲਦੀਆਂ ਸੀ, ਉਹਨਾਂ ਦੇ ਕਾਲਜਸ ਦੇ ਵਿੱਚ ਸੀਗੀਆਂ, ਪਰ ਉਹਨਾਂ ਦਾ ਐਕਸੈਸ ਉਹਨਾਂ ਨੂੰ ਨਹੀਂ ਸੀ, ਉਹਨਾਂ ਨੂੰ ਬਹੁਤ ਘੱਟ ਪਤਾ ਸੀ ਸਟੂਡੈਂਟਸ ਨੂੰ ਕਿ ਅਸੀਂ ਕਿੱਥੋਂ ਮੈਂਟਲ ਹੈਲਥ ਸਰਵਿਸਿਜ਼ ਲੈ ਸਕਦੇ ਹਾਂ, ਕਮਿਊਨਿਟੀ ਦੇ ਵਿੱਚ ਕਿੱਥੇ ਜਾ ਸਕਦੇ ਹਾਂ। ਇੱਥੇ ਇਹੋ ਜਿਹੀਆਂ ਆਰਗੇਨਾਈਜੇਸ਼ਨਸ ਆ ਜੋ ਵਿਦਆਊਟ ਮਨੀ ਤੁਹਾਨੂੰ ਮੈਂਟਲ ਹੈਲਥ ਸਰਵਿਸਿਜ਼ ਪ੍ਰੋਵਾਈਡ ਕਰਦੀਆਂ, ਉਹਨਾਂ ਨੂੰ ਪਤਾ ਨਹੀਂ ਸੀਗਾ। ਸੋ ਸਾਨੂੰ ਇਹ ਲੱਗਿਆ ਕਿ ਇਹ ਪ੍ਰੋਬਲਮ ਹੈਗੀ ਆ, ਤਾਂ ਵੀਕੇਅਰ ਦੇ ਵਿੱਚ ਅਸੀਂ 1 ਸਾਲ ਬਾਅਦ ਇਹ ਮੈਂਡੇਟ ਦੇ ਵਿੱਚ ਐਡ ਕੀਤਾ ਸੀ ਮੈਂਟਲ ਹੈਲਥ ਸਰਵਿਸਿਜ਼। ਉਦੋਂ ਤੋਂ ਲੈ ਕੇ ਹੁਣ ਸਾਨੂੰ ਆਲਮੋਸਟ 2 ਸਾਲ ਹੋਣ ਵਾਲੇ ਆ ਕਿ ਅਸੀਂ ਮੈਂਟਲ ਹੈਲਥ ਸਰਵਿਸਿਜ਼ ਦੇ ਵਿੱਚ ਹੈਲਪ ਕਰਦੇ ਹਾਂ। ਸਾਨੂੰ ਪ੍ਰੋਬਲਮ ਲੱਗੀ ਵੀ ਇੱਦਾਂ ਦੀ ਹੈਗੀ ਆ, ਉਹਦੀ ਜੜ ਤੱਕ ਅਸੀਂ ਗਏ ਕਿ ਸਾਨੂੰ ਲੱਗ ਰਿਹਾ ਕਿ ਇਹ ਐਕਚੁਅਲ ਦੇ ਵਿੱਚ ਇਸ਼ੂ ਹੈਗਾ, ਕਿੱਡਾ ਵੱਡਾ ਇਸ਼ੂ ਆ, ਫਿਰ ਅਸੀਂ ਉਹਦਾ ਇੱਕ ਹੱਲ ਲੱਭਿਆ। ਐਂਡ ਹੁਣ ਅਸੀਂ ਹਮੇਸ਼ਾ ਇਹ ਟਰਾਈ ਕਰਦੇ ਹਾਂ, ਅਸੀਂ ਕੋਵਿਡ ਤੋਂ ਪਹਿਲਾਂ ਇੱਕ ਸਟਾਰਟ ਕੀਤੀ ਸੀ ਬੈਠਕ, ਜਿਹਦੇ ਵਿੱਚ ਸੀਗਾ ਕਿ ਅਸੀਂ ਜਿਵੇਂ ਆਪਣੇ ਸੱਥ ਵਾਲਾ ਮਾਹੌਲ ਹੁੰਦਾ, ਅਸੀਂ ਉਹ ਕ੍ਰੀਏਟ ਕਰਨ ਦੀ ਟਰਾਈ ਕੀਤੀ ਸੀ ਕਿ ਉਹਦਾ ਸੋਲਿਊਸ਼ਨ ਫਿਊਚਰ ਦੇ ਵਿੱਚ ਇਹ ਚੀਜ਼ਾਂ ਨਾ ਆਉਣ, ਉਹਦਾ ਸੋਲਿਊਸ਼ਨ ਇਹ ਆ ਕਿ ਆਪਾਂ ਬੈਠ ਕੇ ਗੱਲਾਂ ਕਰਾਂਗੇ ਸਟੂਡੈਂਟਸ ਨਾਲ, ਬਹਿ ਕੇ ਉਹਨਾਂ ਤੋਂ ਉਹਨਾਂ ਦੀਆਂ ਪ੍ਰੋਬਲਮਸ ਪੁੱਛਾਂਗੇ, ਨਾ ਕਿ ਸਿਰਫ ਇੱਥੇ ਬੈਠ ਕੇ ਕਹਿ ਦਾਂਗੇ ਕਿ ਤੁਸੀਂ ਇੱਦਾਂ ਕਰੋ ਤੇ ਤੁਸੀਂ ਐਵੇਂ ਕਰੋ। ਉਹਨਾਂ ਤੋਂ ਜਾਣੀਏ ਕਿ ਉਹਨਾਂ ਦੀਆਂ ਕੀ ਪ੍ਰੋਬਲਮਸ ਹੈ, ਉਹ ਕੀ ਚਾਹੁੰਦੇ ਆ, ਕਿ ਕਿਵੇਂ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ। ਠੀਕ ਹੈ ਗੁਰਲੀਨ, ਜਾਂਦਿਆਂ ਪੇਰੈਂਟਸ ਜਿਹੜੇ ਪੰਜਾਬ 'ਚ ਬੈਠੇ ਨੇ ਉਹਨਾਂ ਦੇ ਲਈ ਕੋਈ ਸੁਨੇਹਾ? ਮੈਂ ਫੇਰ ਬਾਰ-ਬਾਰ ਉੱਥੇ ਆ ਰਿਹਾ ਕਿ ਜਿਹੜੀਆਂ ਬੱਚੀਆਂ ਨੇ ਆਉਣਾ ਹੈ ਜਾਂ ਮਾਂ-ਬਾਪ ਉੱਥੇ ਹੁਣ ਥੋੜ੍ਹਾ ਦੁਚਿੱਤੀ ਦੇ ਵਿੱਚ ਹੋਣਗੇ ਕਿ ਪਤਾ ਨਹੀਂ ਉੱਥੇ ਕੀ ਹੋਣਾ। ਮਸਲਾ ਸਾਰਾ ਤਿਆਰੀ ਦਾ ਕਿ ਮਾਨਸਿਕ ਤੌਰ ਦੇ ਉੱਤੇ ਤਿਆਰੀ ਕਿੱਦਾਂ ਹੈ, ਕਿਉਂਕਿ ਪਿੱਛੋਂ ਪੇਰੈਂਟਸ ਜਦੋਂ ਫੋਨ ਕਰਦੇ ਆ ਤੇ ਮਜਬੂਰੀ ਕਿਤੇ ਦੁੱਗਣੀ ਨਾ ਹੋ ਜਾਵੇ, ਇੱਥੇ ਉਹ ਘਟਣੀ ਚਾਹੀਦੀ ਆ, ਉਹਦੇ ਬਾਬਤ ਜੇ ਕੁਝ ਕਹਿਣਾ ਚਾਹੁੰਦੇ? ਜਦੋਂ ਆਪਣੇ ਕੋਈ ਵੀ ਬੱਚੇ +2 ਤੋਂ ਬਾਅਦ ਈਵਨ ਇੰਡੀਆ ਦੇ ਵਿੱਚ ਵੀ ਜੇ ਮੰਨ ਲਓ ਚੰਡੀਗੜ੍ਹ ਵੀ ਪੜ੍ਹਨ ਜਾਂਦੇ ਆ, ਪਟਿਆਲੇ ਕਿਤੇ ਵੀ ਜਾਂਦੇ ਆ, ਤਾਂ ਉਹ ਉਦੋਂ ਵੀ ਆਪਦੇ ਘਰ ਤੋਂ ਬਾਹਰ ਰਹਿੰਦੇ ਆ। ਇੱਥੇ ਆਉਣਾ ਇੱਕ ਬੇਸਿਕਲੀ ਚੰਡੀਗੜ੍ਹ ਆਉਣ ਵਰਗਾ ਹੀ ਹੈਗਾ, ਐਕਸੈਪਟ ਕਿ ਤੁਹਾਨੂੰ ਕੰਮ ਕਰਨਾ ਪੈਂਦਾ। ਉਸ ਤੋਂ ਇਲਾਵਾ ਘਰਦਿਆਂ ਨੂੰ ਸਿਰਫ ਇਹੀ ਚੀਜ਼ ਕਹਿਣੀ ਚਾਹਾਂਗੇ ਕਿ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ। ਸਿਰਫ ਜੇ ਤੁਸੀਂ ਥੋੜ੍ਹੀ ਜਿਹੀ ਤਿਆਰੀ ਪਹਿਲਾਂ ਕਰਦੇ ਹੋ, ਬੱਚੇ ਨਾਲ ਬੈਠ ਕੇ ਗੱਲਬਾਤ ਕਰਦੇ ਹੋ ਕਿ ਉਹਨਾਂ ਨੂੰ ਕੀ ਪ੍ਰੋਬਲਮਸ ਆ ਸਕਦੀਆਂ, ਉਹਨਾਂ ਨੇ ਕਿਵੇਂ ਸਿਚੁਏਸ਼ਨ ਹੈਂਡਲ ਕਰਨੀ ਆ, ਉਹਨਾਂ ਨੂੰ ਛੋਟੀ ਏਜ ਦੇ ਵਿੱਚ ਜਿਹੜੀਆਂ ਗੱਲਾਂ ਆਪਣੇ ਇੰਡੀਆ ਦੇ ਵਿੱਚ ਆਪਾਂ ਥੋੜ੍ਹੀ ਲੇਟ ਜਾ ਕੇ ਗੱਲਾਂ ਕਰਦੇ ਹਾਂ ਕਿ ਕਿਵੇਂ ਤੁਸੀਂ ਘਰ-ਬਾਰ ਸੰਭਾਲਣਾ, ਉਹ ਗੱਲਾਂ ਥੋੜ੍ਹੀਆਂ ਪਹਿਲਾਂ ਕਰਨੀਆਂ ਪੈਣੀਆਂ ਇੱਥੇ ਆਉਣ ਤੋਂ ਪਹਿਲਾਂ। ਸਿਰਫ ਉਹਨਾਂ ਨਾਲ ਜੇ ਤੁਸੀਂ ਬੈਠ ਕੇ ਨੋਰਮਲ ਗੱਲਾਂ ਕਰਦੇ ਹੋ, ਉਹਨਾਂ ਨੂੰ ਸਮਝਾਉਣੇ ਹੋ, ਤਾਂ ਉਹ ਡੈਫੀਨੇਟਲੀ ਇੱਥੇ ਆ ਕੇ ਬਹੁਤ ਸਕਸੈਸਫੁਲ ਹੋਣਗੇ। ਬਹੁਤ ਓਪਰਚੁਨਿਟੀਜ਼ ਹੈ ਇਸ ਕੰਟਰੀ ਦੇ ਵਿੱਚ, ਬਹੁਤ ਹੀ ਵਧੀਆ ਕੰਟਰੀ ਆ। ਤੁਸੀਂ ਆਪ ਸਹੀ ਹੋ ਤਾਂ ਤੁਸੀਂ ਬਹੁਤ ਅੱਗੇ ਜਾ ਸਕਦੇ ਹੋ ਇਸ ਕੰਟਰੀ ਦੇ ਵਿੱਚ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਾਂ ਹੁਣ ਗੱਲ ਨਿਬੇੜਨੀ ਆ। ਗੱਲ ਨਿਬੇੜਨ ਦਾ ਮਤਲਬ ਹੈ ਕਿ ਉਧਰਲੇ ਪਾਸਿਓਂ ਖਬਰ ਆਈ ਸੀ, ਅਸੀਂ ਉਮੀਦ ਕਰਦੇ ਹਾਂ ਕਿ ਦੁਬਾਰਾ ਖਬਰਾਂ ਨਾ ਆਉਣ। ਆਪਾਂ ਜਿੰਨਾ ਕੁ ਭੰਡਣਾ ਸੀ ਭੰਡ ਦਿੱਤਾ ਹੈ ਨਾ, ਅਤੇ ਜਾਣੀ ਵੀ ਗਲਤ ਕੀਤਾ ਜੀ, ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਹੁਣ ਗੱਲ ਆਪਾਂ ਨਿਬੇੜਨੀ ਇੱਥੇ ਕਾ ਕਿ ਅੱਗੇ ਕਿੱਧਰਲੇ ਪਾਸੇ ਨੂੰ ਵਧਣਾ ਹੈ। ਹੁਣ ਇੱਕ ਇੰਟਰਨੈਸ਼ਨਲ ਸਟੂਡੈਂਟ ਜਿਹੜਾ, ਹੋ ਸਕਦਾ ਕਿ ਸਾਡਾ ਮਾਈਂਡ ਜਿਹੜਾ, ਸਾਡਾ ਦਿਮਾਗ ਆ, ਉਹ ਤੁਹਾਡੇ ਮੁਤਾਬਕ ਨਾ ਚੱਲ ਸਕਦਾ ਹੋਵੇ ਕਿ ਤੁਹਾਨੂੰ ਕਿਹੜੀਆਂ ਸਮੱਸਿਆਵਾਂ ਆਉਂਦੀਆਂ। ਇੱਕ ਬੱਚਾ ਜਦੋਂ ਇੱਥੇ ਲੈਂਡ ਕਰਦਾ, ਇੰਟਰਨੈਸ਼ਨਲ ਸਟੂਡੈਂਟ, ਤੌਖਲੇ ਕੀ ਹੁੰਦੇ ਆ, ਡਰ ਕੀ ਹੁੰਦੇ ਆ, ਚੁਣੌਤੀਆਂ ਕੀ ਹੁੰਦੀਆਂ ਜਿਹੜੀਆਂ ਬਾਕੀਆਂ ਨੂੰ ਨਹੀਂ ਹੁੰਦੀਆਂ? ਜੀ, ਸੋ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਤੌਰ ਦੇ ਉੱਤੇ ਇਹ ਗੱਲ ਆ ਵੀ ਇੱਥੇ ਕੋਈ ਸ਼ਾਰਟਕੱਟ ਨਹੀਂ ਹੈਗਾ। ਜਦੋਂ ਤੁਸੀਂ ਇੱਥੇ ਆਉਣਾ ਨਾ, ਕਿਉਂਕਿ ਅਸੀਂ ਇਹ ਚੀਜ਼ ਲਗਾਤਾਰ ਵੇਖਦੇ ਹਾਂ, ਜੇ ਅਸੀਂ ਉੱਧਰਲੇ ਪਾਸੇ ਵੀ ਦੇਖੀ ਹੈ ਨਾ, ਜਦੋਂ ਤੁਸੀਂ ਇੱਥੇ ਆਓਗੇ ਤਾਂ ਤੁਹਾਨੂੰ 20 ਘੰਟੇ ਕੰਮ ਕਰਨ ਦੀ ਆਜ਼ਾਦੀ ਹੈ ਜਿਹੜੀ ਉਹ ਮਿਲਣੀ ਆ ਸਰਕਾਰ ਵੱਲੋਂ।
ਆਉਂਦੇ ਟਾਈਮ ਦੇ ਵਿੱਚ ਸਾਨੂੰ ਪੂਰੀ ਉਮੀਦ ਆ ਵੀ ਇਹਦੇ ਵਿੱਚ ਵੀ ਜਿਹੜਾ ਹੈਗਾ ਇਜ਼ਾਫਾ ਉਹ ਹੋਊਗਾ, ਘੰਟੇ ਆ ਜਿਹੜੇ ਉਹ ਵਧਣਗੇ। ਤਾਂ ਜੇ ਤੁਹਾਨੂੰ 20 ਘੰਟੇ ਮਿਲਦੇ ਆ ਤੇ ਜੇ ਉਸ ਤੋਂ ਬਾਅਦ ਤੁਸੀਂ ਕਿਤੇ ਕੈਸ਼ ਕੰਮ ਲੱਭਣ ਦੀ ਕੋਸ਼ਿਸ਼ ਕਰਦੇ ਹੋ ਤਾਂ ਫਿਰ ਉਹ ਤੁਸੀਂ ਰਿਸਕ ਲੈ ਰਹੇ ਹੋ। ਉਹ ਤੋਂ ਬਾਅਦ ਜੋ ਵੀ ਫਿਰ ਉਹਦਾ ਖਾਮਿਆਜ਼ਾ ਹੋਊਗਾ ਉਹਦੇ ਫਿਰ ਨਤੀਜਿਆਂ ਦੇ ਲਈ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ। ਫਿਰ ਬਾਅਦ 'ਚ ਸਾਨੂੰ ਇਹ ਵੀ ਨਹੀਂ ਕਹਿਣਾ ਚਾਹੀਦਾ ਵੀ ਹਾਏ ਹਾਏ ਸਾਨੂੰ ਐਂ ਕਾਹਤੋਂ ਕੀਤਾ ਹੈ ਨਾ। ਫਿਰ ਅਸੀਂ ਮਤਲਬ ਕੋਈ ਕਿਤੇ ਨੂੰ ਕੰਪਲੇਂਟ ਨਹੀਂ ਕਰ ਸਕਦੇ ਕਿਤੇ ਵੀ ਅਸੀਂ ਜਾ ਕੇ ਉਸ ਚੀਜ਼ ਦੀ। ਤਾਂ ਜਿੱਥੇ ਅਸੀਂ ਆਪਣੇ ਆਪ ਨੂੰ, ਜਿਵੇਂ ਗੁਰਲੀ ਨੇ ਗੱਲ ਕੀਤੀ ਕਿ ਸਾਨੂੰ ਮੈਂਟਲੀ ਪ੍ਰਿਪੇਅਰ ਹੋਣਾ ਚਾਹੀਦਾ, ਤਾਂ ਉੱਥੇ ਹਰੇਕ ਚੀਜ਼ ਦੀ ਇੱਕ ਪਲੈਨਿੰਗ ਹੈ। ਹੁਣ ਜਿਵੇਂ ਇੱਕ ਪੱਖ ਦੀ ਗੱਲ ਕਰਦੇ ਆਪਾਂ, ਜਿਵੇਂ ਪਹਿਲਾਂ ਗੱਲ ਕਰਦੇ ਸੀਗੇ ਕਿ ਹੁੰਦਾ ਕਿ ਇੱਕ ਕਮਰੇ ਦੇ ਵਿੱਚ ਇੰਨੇ ਰਹਿੰਦੇ ਆ, ਤਾਂ ਉਹਦਾ ਇੱਕ ਪੱਖ ਇਹ ਵੀ ਤਾਂ ਹੈਗਾ ਨਾ ਕਿ ਉਹਨਾਂ ਨੇ ਆਪਣਾ ਜਿਹੜਾ ਖਰਚਾ, ਹੁਣ ਜਿਵੇਂ ਇੱਥੇ ਹੁਣ $16 ਮੰਨ ਲਓ ਕਿਸੇ ਨੂੰ ਮਿਲਦਾ, ਉਹਦੇ ਮਹੀਨੇ ਦੇ ਜਿਹੜਾ $1300-1400 ਬਣਨਾ, ਉਹ ਵੀ ਜਿਹਨੂੰ 20 ਘੰਟੇ ਕੰਮ ਆ ਜਿਹੜਾ ਮਿਲ ਜੇ। ਹੁਣ ਉਹ 1300-1400 ਤੋਂ ਦੀ ਕੋਸ਼ਿਸ਼ ਇਹੀ ਹੈ ਵੀ ਮੇਰਾ ਰੈਂਟ ਆ ਜਿਹੜਾ ਉਹ 300-400 ਦੇ ਆਸ-ਪਾਸ ਰਵੇ, 200-300 ਮੇਰਾ ਖਾਣ ਦਾ ਖਰਚਾ ਆਊਗਾ, ਤੇ ਜੇ ਮੈਂ ਕੁਝ ਬਚਾ ਸਕਾਂ ਉਹਦੇ ਵਿੱਚੋਂ ਤਾਂ ਜਾ ਕੇ ਹੈ ਨਾ। ਤਾਂ ਅਸੀਂ ਉਹਨਾਂ ਵਿਦਿਆਰਥੀਆਂ ਦੀ ਗੱਲ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਨਹੀਂ ਕਰਦੇ ਵੀ ਜੇ ਕਿਸੇ ਨੇ $1000 ਦੀ ਕਿਸ਼ਤ ਤੇ ਗੱਡੀ ਕਢਾ ਲਿਆਂਦੀ ਆ, ਅਸੀਂ ਦੂਜਿਆਂ ਦੀ ਗੱਲ ਕਰਦੇ ਹਾਂ ਹੈ ਨਾ। ਤਾਂ ਉਹਨਾਂ ਦੀ ਕੋਸ਼ਿਸ਼ ਮੇਨ ਇਹੀ ਰਹਿੰਦੀ ਹੁੰਦੀ ਹੈ ਵੀ ਅਸੀਂ ਉਹਨੂੰ ਬਚਾ ਸਕੀਏ। ਤੇ ਜਿਹੜੇ ਹੋਮ ਓਨਰਸ ਨੇ, ਜਿਹੜੇ ਘਰਾਂ ਦੇ ਮਾਲਕ ਨੇ, ਜਿਨ੍ਹਾਂ ਦੇ ਬੱਚੇ ਆ ਕੇ ਬੇਸਮੈਂਟਾਂ ਦੇ ਵਿੱਚ ਰਹਿੰਦੇ, ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਇੰਨਾ ਕੁ ਐਡਜਸਟ ਕਰਨਾ ਚਾਹੀਦਾ ਉਹਨਾਂ ਦੇ ਨਾਲ ਵੀ ਹੈ ਨਾ, ਜਿੱਥੇ ਸਾਰੀਆਂ ਚੀਜ਼ਾਂ ਸਹੀ ਨੇ। ਤਾਂ ਦੋਨੇ ਪੱਖਾਂ ਤੋਂ ਹੀ ਗੱਲ ਚੱਲੂਗੀ। ਵਿਦਿਆਰਥੀਆਂ ਦੇ ਪੱਖ ਤੋਂ ਵੀ ਜਿਹੜੀ ਗੱਲ ਆ ਉਹ ਚੰਗੇ ਪਾਸੇ ਨੂੰ ਜਾਊਗੀ, ਤੇ ਇੱਥੇ ਜਿਹੜੇ ਸਾਡੀ ਕਮਿਊਨਿਟੀ ਆ ਉਹਨਾਂ ਦੇ ਪੱਖ ਤੋਂ ਵੀ ਜਿਹੜੀ ਮੇਨ ਗੱਲ ਆ। ਹੁਣ ਜਿਵੇਂ ਇਹ ਗੱਲ ਆਈ, ਜਦੋਂ ਇਹ ਗੱਲ ਆਈ ਸੀ ਤਾਂ ਗੱਲ ਬੰਦ ਵੀ ਕੀਤੀ ਜਾ ਸਕਦੀ ਸੀ, ਰੈਦਰ ਦੈਨ ਕਿ ਪੰਜਾਬ 'ਚ ਬੈਠਿਆਂ ਨੇ ਜਿਨ੍ਹਾਂ ਨੇ ਲਾਈਵ ਕੀਤੇ, ਜਿਹੜੀਆਂ ਖਬਰਾਂ ਨੇ ਚੱਕ ਕੇ ਇਹਨਾਂ ਦੀਆਂ ਖਬਰਾਂ ਲਾਈਆਂ, ਪਹਿਲਾਂ ਤਾਂ ਪਤਾ ਤਾਂ ਕਰ ਲੈਂਦੇ ਨਾ। ਕਿਉਂਕਿ ਉਹਦਾ ਜਿਹੜਾ ਜਦੋਂ ਵੀ ਜਾਣੀ ਕਿ ਕੋਈ ਵੀ ਖਬਰ ਆਉਂਦੀ ਆ ਕਿਸੇ ਵੀ ਮਾਪਿਆਂ ਨੂੰ ਜਾਂ ਕਿਸੇ ਵੀ ਸਟੂਡੈਂਟਸ ਨੂੰ, ਉੱਥੇ ਬੈਠਿਆਂ ਨੂੰ ਚਾਹੇ ਇੱਥੇ ਬੈਠਿਆਂ ਨੂੰ, ਉਹਦਾ ਤੁਸੀਂ ਪਹਿਲਾਂ ਪਿੱਛੇ ਜਾ ਕੇ ਪੜਚੋਲ ਕਰੋ ਵੀ ਆਈ ਕਿੱਥੋਂ ਆ ਖਬਰ। ਕਿਉਂਕਿ ਇੱਕ ਇਹ ਬਹੁਤ ਵੱਡੀ ਮਿਸਕਨਸੈਪਸ਼ਨ ਆ, ਗਲਤ ਫਹਿਮੀ ਆ ਸਾਡੇ ਦਿਮਾਗ ਦੇ ਵਿੱਚ ਵੀ ਜੇ ਕੋਈ ਖਬਰ ਅਖਬਾਰ ਦੇ ਵਿੱਚ ਆ ਗਈ ਤਾਂ ਉਹ ਸੱਚ ਹੀ ਹੋਊਗੀ। ਸਾਡੇ ਤੇ ਇਲਜ਼ਾਮ ਲਾਈ ਜਾਂਦੇ। ਤੁਹਾਡੇ ਤੇ ਲਾ ਰਹੇ, ਜਿਹੜੇ ਚੰਗੇ ਆ ਉਹਨਾਂ ਤੇ ਨਹੀਂ, ਪਰ ਜਿਹੜੇ ਵੀ ਕਰਦੇ ਮਤਲਬ ਪੜਚੋਲ ਹੋਣੀ ਚਾਹੀਦੀ। ਹੁਣ ਜਿਵੇਂ ਇਹ ਰਿਪੋਰਟ ਆ, ਸਾਨੂੰ ਰਿਪੋਰਟ ਤੋਂ ਕੋਈ ਉਹ ਨਹੀਂ, ਸਾਨੂੰ ਮੇਨ ਇਹ ਹੈ ਜੇ ਗੱਲ ਹੈਗੀ ਆ ਤਾਂ ਨੰਬਰ ਦੇ ਦਿਓ। ਨੰਬਰ ਦਿੱਤੇ ਹੁਣ, ਉਹਦੀ ਪ੍ਰੋਪਰ ਪੜਚੋਲ ਕੀਤੀ ਹੋਵੇ ਤਾਂ ਫਿਰ ਇਹ ਸਮੱਸਿਆ, ਫਿਰ ਅਸੀਂ ਉਹਦੇ ਹੱਲ ਵੱਲ ਨੂੰ ਤੁਰੀਏ। ਸੋ ਜਦੋਂ ਕੋਈ ਵੀ ਗੱਲ ਆ ਤਾਂ ਅਸੀਂ ਉਹਦੇ ਹੱਲ ਵੱਲ ਨੂੰ ਤੁਰੀਏ। ਹੁਣ ਜਿਹੜੇ ਸਾਨੂੰ ਇਸ਼ੂਜ਼ ਦੇ ਉੱਤੇ ਧਿਆਨ ਦੇਣਾ ਚਾਹੀਦਾ, ਹੁਣ ਸਾਡੇ ਇੱਥੇ ਰੀਸੈਂਟਲੀ ਇੱਕ ਪਟੀਸ਼ਨ ਚੱਲ ਰਹੀ ਹੈ ਵੀ ਕੈਨੇਡਾ ਤੋਂ ਸਿੱਧੀਆਂ ਪੰਜਾਬ ਨੂੰ ਫਲਾਈਟਾਂ ਜਾਣ। 15 ਦਿਨ ਹੋ ਗਏ ਉਹ ਪਟੀਸ਼ਨ ਚੱਲਦੀ ਨੂੰ, 10,000 ਦਸਤਖਤ ਨਹੀਂ ਹੋਏ ਇੱਥੇ। ਲੱਖਾਂ ਦੇ ਵਿੱਚ ਅਸੀਂ ਇੱਥੇ ਬੈਠੇ ਹਾਂ, ਜਿਹੜੇ ਕੰਮਾਂ ਵੱਲ ਸਾਡਾ ਧਿਆਨ ਹੋਣਾ ਚਾਹੀਦਾ ਉੱਥੇ ਸਾਡਾ ਹੈ ਨਹੀਂ। ਤੇ ਇਹੋ ਜਿਹੀਆਂ ਚੀਜ਼ਾਂ ਵੱਲ ਸਾਨੂੰ ਨਹੀਂ ਵਧਣਾ ਚਾਹੀਦਾ। ਸਾਨੂੰ ਜਿਹੜੀ ਤਰੀਕੇ ਸਾਡੀ ਤਰੱਕੀ ਹੋ ਸਕਦੀ ਹੈ ਸਾਰੇ ਭਾਈਚਾਰੇ ਦੀ, ਕਿਸੇ ਇੱਕ ਵਰਗ ਦੀ ਨਹੀਂ, ਸਾਨੂੰ ਉੱਧਰਲੇ ਪਾਸੇ ਧਿਆਨ ਦੇਣਾ ਚਾਹੀਦਾ। ਜੇ ਕੋਈ ਸਮੱਸਿਆ ਆਉਂਦੀ ਆ ਉਹਦੇ ਬਾਰੇ ਬੈਠ ਕੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ, ਹੱਲ ਨਿਕਲ ਆਉਂਦੇ ਹੁੰਦੇ ਆ। ਆਖਰੀ ਗੱਲ ਇੱਕ ਹੋਰ ਪੁੱਛਣੀ ਤੁਹਾਡੇ ਤੋਂ, ਬਹੁਤ ਵਾਰੀ ਨਾ ਇੱਥੇ ਜਾਂਦਿਆਂ ਦੇਖੀਦਾ, ਜਦੋਂ ਇੱਥੇ ਬਰਫ਼ ਸਨੋ ਵੀ ਪਈ ਸੀ ਉਦੋਂ ਵੀ ਸਨੋ ਵਾਲੇ ਬੂਟ ਨਹੀਂ ਸੀ ਉਹਨਾਂ ਦੇ ਕੋਲੇ, ਉਹ ਬੱਚੇ ਨਾਰਮਲ ਬੂਟ ਪਾ ਕੇ ਉੱਥੇ ਖੜੇ ਸੀ, ਬੱਸ ਉਡੀਕਦੇ ਸੀ। ਠੰਡ ਹੁੰਦੀ ਆ ਬਹੁਤ ਜ਼ਿਆਦਾ, ਕੰਮ ਕਰਦੇ ਹੁੰਦੇ ਆ, ਜਾਣੀ ਬਹੁਤੇ ਵਿਦਿਆਰਥੀ ਮਿਹਨਤੀ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਆ, ਪਰ ਜਿਹੜੇ ਥੋੜ੍ਹੇ ਜਿਹੇ ਸ਼ਾਇਦ ਉਹ ਘੱਟ ਬੁਲਾਉਂਦੇ ਆ ਜਾਂ ਗੱਡੀਆਂ ਦੀ ਬਾਂ ਕਰਾਉਂਦੇ ਆ, ਜਿਹਦੇ ਕਰਕੇ ਬਾਕੀ ਵੀ ਤੰਗ ਹੋ ਜਾਂਦੇ ਆ, ਉਹਨਾਂ ਲਈ ਕੋਈ ਸੁਨੇਹਾ? ਸੋ ਉਹੀ ਹੈ ਵੀ ਸਾਰੇ ਆਨਸਰ ਹੀ ਹੁੰਦੇ ਆ ਸਾਰੇ ਪਾਸੇ ਹੈ ਨਾ। ਸਾਰੇ ਚੰਗੇ ਵੀ ਬਹੁਤ ਨੇ ਤੇ ਕੁਛ ਕੁ ਹੁੰਦੇ ਆ, ਕਿਉਂਕਿ ਉਮਰ ਵੀ ਹੈ। ਸਾਨੂੰ ਇਹ ਚੀਜ਼ ਨੂੰ ਵੀ ਸਮਝਣਾ ਚਾਹੀਦਾ। ਇੱਕ ਨਾ ਕੁਛ ਸਮਾਂ ਪਹਿਲਾਂ ਮੈਂ ਕਿਸੇ ਪੰਜਾਬੀ ਗਾਇਕ ਦੀ ਇੰਟਰਵਿਊ ਦੇਖੀ ਸੀਗੀ, ਉਹਨੇ ਇਹ ਗੱਲ ਆਖੀ ਸੀ, ਕਹਿੰਦਾ ਵੀ ਗੱਲ ਤਾਂ ਉਹ ਹੁੰਦੀ ਜਦੋਂ ਜਵਾਨੀ 'ਚ ਉਦੋਂ ਕੀ ਗੱਲ ਕਰਦੇ ਹੋ। ਹੁਣ ਕਹਿੰਦਾ ਮੇਰੀ ਉਮਰ 40 ਪਾਰ ਕਰ ਗਈ, ਹੁਣ ਮੈਂ ਬਾਬਾ ਬਣ ਜਾਂਦਾ, ਕੋਈ ਗੱਲ ਨਹੀਂ। ਸੋ ਉਹਨਾਂ ਦੀ ਉਮਰ ਜਦੋਂ 18-19 ਸਾਲ ਹੈ ਤਾਂ ਸਾਨੂੰ ਇਹ ਸੋਚਣਾ ਚਾਹੀਦਾ। ਮੈਂ ਹਮੇਸ਼ਾ ਮਤਲਬ ਜਦੋਂ ਕੋਈ ਵੀ ਇਹ ਕਹਿੰਦਾ ਨਾ ਵੀ ਇਹ ਤਾਂ ਐਂ ਘੁੰਮਦੇ ਫਿਰਦੇ ਐਂ ਤੁਰੇ ਫਿਰਦਾ, ਉਮਰ ਆ, ਉਮਰ ਮੁੜ ਕੇ ਨਹੀਂ ਆਉਣੀ। ਜੇ ਤੁਸੀਂ ਉਹਨੂੰ 18-19 ਸਾਲਾਂ ਦੀ ਉਮਰ ਦੇ ਵਿੱਚ ਇੱਕ ਕੈਦ ਦੇ ਵਿੱਚ ਕੈਦ ਕਰਕੇ ਰੱਖਣਾ ਚਾਹੁੰਦੇ ਤਾਂ ਉਹਨਾਂ ਦਾ ਕਿਹੜੇ ਤਰੀਕੇ ਨਾਲ ਉਹ ਮੈਂਟਲੀ ਪ੍ਰਿਪੇਅਰ ਹੋਣਗੇ? ਫਿਰ ਅਸੀਂ ਕਹਿ ਦਿੰਦੇ, ਹੁਣ ਅਸੀਂ ਪੰਜਾਬ 'ਚ ਕਦੇ ਸੁਣਿਆ ਸੀਗਾ ਕਿ ਮੈਂਟਲ ਇਲਨੈਸ ਹੁੰਦੀ ਹੈ ਜੀ, ਕਿਸੇ ਨੂੰ ਕੋਈ ਡਿਪਰੈਸ਼ਨ ਹੋ ਗਿਆ? ਕਿਉਂਕਿ ਸਾਡੇ ਉੱਥੇ ਗੱਲ ਹੀ ਚੜ੍ਹਦੀ ਕਲਾ ਦੀ ਹੋਣੀ ਆ, ਅਸੀਂ ਇੱਕ ਦੂਜੇ ਨਾਲ ਗੱਲ ਕਿਤੇ ਸਾਂਝੀ ਕਰ ਸਕਦੇ ਹਾਂ ਹੈ ਨਾ। ਜਦ ਸਾਨੂੰ ਉੱਥੋਂ ਇੱਕ ਦੂਜੇ ਨਾਲ ਜਦੋਂ ਅਸੀਂ ਬੋਲਦੇ ਚੱਲਦੇ ਵੀ ਹਾਂ ਤਾਂ ਉੱਥੋਂ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਆ ਜਿਹੜੇ ਨਿਕਲ ਆਉਂਦੇ ਆ। ਤਾਂ ਜਦੋਂ ਫਿਰ ਅਸੀਂ ਸਾਰੇ ਪਾਸੇ ਸਾਨੂੰ ਵੇਖਣਾ ਚਾਹੀਦਾ ਵੀ ਜਿਹੜੇ 18-19 ਸਾਲ ਦੀ ਉਮਰ 'ਚ ਨੇ, ਸਾਡੀ ਉਸ ਸਮੇਂ ਮੈਂਟੈਲਿਟੀ ਕੀ ਸੀਗੀ, ਉਹਨਾਂ ਦੀ ਕੀ ਹੈ, ਉਹਨਾਂ ਨੂੰ ਸਮਝਾ ਦਿਓ, ਉਹ ਸਮਝ ਵੀ ਜਾਂਦੇ ਆ। ਜੇ ਅਸੀਂ ਵੀ ਹੁਣ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਗੱਲ ਸੁਣਦੇ ਨੇ ਉਸ ਪਾਸੇ ਹੈ ਨਾ। ਅਤੇ ਦੂਜੇ ਪਾਸੇ ਜਿਹੜੇ ਸਟੂਡੈਂਟਸ ਨੇ, ਜਦੋਂ ਸਨੋ ਦਾ ਸਮਾਂ ਹੁੰਦਾ, ਖਾਸ ਤੌਰ 'ਤੇ ਜਦੋਂ ਹਨੇਰਾ ਹੁੰਦਾ, ਤਾਂ ਅਸੀਂ ਉਹਦੇ 'ਚ ਇੱਕ ਬੇਨਤੀ ਵੀ ਕਰਦੇ ਹਾਂ, ਕਿਉਂਕਿ ਤੁਹਾਡਾ ਚੈਨਲ ਬਹੁਤ ਵੱਡਾ, ਇਹਦੇ ਰਾਹੀਂ ਸਾਡਾ ਜਿਹੜਾ ਸੁਨੇਹਾ ਬਹੁਤ ਮਾਪਿਆਂ ਤੱਕ ਵੀ ਪਹੁੰਚੂਗਾ ਵੀ ਬੱਚਿਆਂ ਨੂੰ ਇਹ ਚੀਜ਼ ਜ਼ਰੂਰ ਕਿਹਾ ਕਰੋ ਵੀ ਜੇ ਉੱਥੋਂ ਇੱਕ ਬੂਟਾਂ ਦਾ ਜੋੜਾ ਉਹ ਘੱਟ ਲਿਆਉਣਗੇ ਤਾਂ ਸਰ ਜੂਗਾ, ਪਰ ਇੱਕ ਨਾ ਕੋਈ ਵੈਸਟ ਜਿਹੜੀ ਚੀਜ਼ ਹੋਵੇ ਉਹ ਜ਼ਰੂਰ ਲੈ ਕੇ ਆਉਣ, $5-10 ਦੀ ਹੈ ਨਾ। ਉਹਦੇ ਨਾਲ ਕੀ ਹੋਣਾ, ਕਈ ਵਾਰੀ ਕਿਉਂਕਿ ਜਦੋਂ ਹੁਣ ਮੇਨ ਜਿੱਥੇ ਤੁਰਨ ਵਾਲਾ ਜਿਹੜਾ ਪੈਡਿਸਟਰੀਅਨ ਵਾਕ ਜਿੱਥੇ ਹੋਣੀ ਆ, ਉੱਥੇ ਬਰਫ਼ ਹੈ, ਉਹ ਸੜਕ 'ਤੇ ਤੁਰਦੇ ਆ। ਹੁਣ ਕਈ ਵਾਰੀ ਜਿਹੜੇ ਟਰੱਕਾਂ ਵਾਲੇ ਨੇ ਬਾਈ, ਉਹ ਉੱਚੇ ਬੈਠੇ ਹੁੰਦੇ, ਉਹਨਾਂ ਨੂੰ ਥੱਲੇ ਨਹੀਂ ਕੋਈ ਦਿਖਦਾ ਹੈ ਨਾ। ਤਾਂ ਇਹੋ ਜਿਹੇ ਸਮੇਂ ਜੇ ਕੋਈ ਘਟਨਾ ਵਾਪਰਦੀ ਹੈ ਤਾਂ ਸਾਨੂੰ ਇਹੋ ਜਿਹੀਆਂ ਗੱਲਾਂ ਵੱਲ ਧਿਆਨ ਆ ਜਿਹੜਾ ਉਹ ਵੱਧ ਦੇਣਾ ਚਾਹੀਦਾ। ਬਾਕੀ ਜਿਹੜਾ ਕੁਛ ਹੈਗਾ ਉਹਨਾਂ ਦੇ ਨਾਲ ਵੀ ਨਜਿੱਠਿਆ ਜਾਊਗਾ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਸੋ ਮਸਲਾ ਗੰਭੀਰ ਹੈ ਜੀ, ਸਾਰੇ ਪੰਜਾਬ ਦੇ ਨਾਲ, ਸਾਰੇ ਪੰਜਾਬੀਆਂ ਦੇ ਨਾਲ, ਅਤੇ ਸਗੋਂ ਕਿ ਮਨੁੱਖਤਾ ਦੇ ਨਾਲ ਜਿਹੜਾ ਉਹ ਸੰਬੰਧਿਤ ਹੈ। ਜੇ ਘਟਨਾ ਵਾਪਰੀ ਹੈ, ਅਸੀਂ ਹੱਲ ਵੱਲ ਵਧੀਏ। ਨੰਬਰ ਥੋੜ੍ਹੇ ਨੇ, ਨੰਬਰ ਬਹੁਤੇ ਨੇ, ਚਾਹੇ ਇੱਕ ਵੀ ਘਟਨਾ ਵਾਪਰੀ, ਸਾਨੂੰ ਹੱਲ ਵੱਲ ਵਧਣਾ ਚਾਹੀਦਾ। ਅਤੇ ਦੂਸਰੀ ਗੱਲ,
ਕਿ ਪੰਜਾਬੀਆਂ ਨੇ ਬਹੁਤ ਔਖੇ ਹੋ ਕੇ ਕੈਨੇਡਾ ਦੇ ਵਿੱਚ ਪੈਰ ਲਾਏ ਨੇ, ਬਹੁਤ ਜ਼ਿਆਦਾ ਔਖੇ ਹੋ ਕੇ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਿੱਦਾਂ ਥੋੜ੍ਹਾ ਜਿਹਾ ਰੇਸਿਜ਼ਮ ਵਾਲਾ ਕੰਮ ਵੀ ਚੱਲਦਾ ਸੀ, ਪੱਖਪਾਤ ਵੀ ਹੁੰਦਾ ਸੀ, ਇਹਦੇ ਬਾਵਜੂਦ ਵੀ ਬਹੁਤ ਔਖੇ ਹੋ ਕੇ ਕੰਮ ਕੀਤੇ। ਅਸੀਂ ਸਾਰੇ ਪੁਰਾਣਿਆਂ ਦਾ ਸਤਿਕਾਰ ਕਰਦੇ ਹਾਂ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਆਪਣੀਆਂ ਸਮੱਸਿਆਵਾਂ ਨੇ, ਆਪਣੀਆਂ ਚੁਣੌਤੀਆਂ ਨੇ, ਉਹ ਦੋਹਰੀ ਚੱਕੀ ਦੇ ਵਿੱਚ ਪੀਸ ਹੁੰਦੇ ਆ। ਸੋ ਕਿਤੇ ਨਾ ਕਿਤੇ ਆਪਸ ਦੇ ਵਿੱਚ ਸਾਂਝ ਜਿਹੜੀ ਹੈ ਉਹ ਬਣਾ ਕੇ ਰੱਖੀ ਹੈ ਤਾਂ ਵਧੀਆ ਹੈ। ਅਸੀਂ ਸਾਰੇ ਮੀਡੀਆ ਅਦਾਰਿਆਂ ਦਾ, ਸਾਰੀਆਂ NGOs ਦਾ, ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ, ਸਾਰੇ ਪੁਰਾਣਿਆਂ ਦਾ ਸਤਿਕਾਰ ਕਰਦੇ ਹੋਏ ਇਹ ਪ੍ਰੋਗਰਾਮ ਸਿਰਫ ਤੁਹਾਡੇ ਲਈ ਇਸ ਕਰਕੇ ਲੈ ਕੇ ਆਏ ਕਿ ਪੰਜਾਬ ਦੇ ਵਿੱਚ ਬੈਠੇ ਮਾਪੇ ਬੇਲੋੜੀ ਚਿੰਤਾ ਨਾ ਕਰਨ, ਪਰ ਬੱਚਿਆਂ ਨੂੰ ਮਾਨਸਿਕ ਤੌਰ ਦੇ ਉੱਤੇ ਤਿਆਰ ਕਰਨ। ਇੱਥੇ ਆਰਥਿਕ ਔਕੜਾਂ ਪਹਿਲੇ 2-3 ਸਾਲ ਆਉਂਦੀਆਂ, ਤੁਹਾਡੇ ਪੰਜਾਬ ਤੋਂ ਫੋਨ ਕਿੱਦਾਂ ਦੇ ਆਉਂਦੇ ਆ, ਮੈਟਰ ਕਰਦੇ ਨੇ। ਉਹ ਚੀਜ਼ਾਂ ਦਾ ਧਿਆਨ ਜਿਹੜਾ ਜ਼ਰੂਰ ਰੱਖਿਓ, ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ ਦੇ ਹਾਣੀ ਹੋ ਕੇ, ਦੁਨੀਆ 'ਚ ਕੰਮ ਬੜਾ ਕਰਨ ਵਾਲਾ, ਕਰੋਨਾ ਨਾਲ ਹੀ ਨਹੀਂ ਨਜਿੱਠਿਆ ਜਾਂਦਾ, ਹੋਰ ਬਹੁਤ ਕੁਛ ਹੈ ਜਿਹੜਾ ਆਪਾਂ ਜੇ ਪੰਜਾਬੀਆਂ ਨੇ ਅੱਗੇ ਵਧਣਾ ਹੈ, ਖਾਸ ਤੌਰ ਦੇ ਉੱਤੇ ਬੌਧਿਕਤਾ ਦੇ ਪੱਖ ਤੋਂ। ਤੇ ਉਮੀਦ ਕਰਦੇ ਹਾਂ ਕਿ ਵੱਖੋ ਵੱਖਰੇ ਰਾਹ ਦੇ ਉੱਤੇ ਚੱਲਣ ਦੀ ਜਗ੍ਹਾ ਦੇ ਉੱਤੇ ਆਪਾਂ ਇੱਕ ਹੋ ਕੇ ਚੱਲੀਏ, ਇੱਕ ਦੂਸਰੇ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਦੂਰ ਕਰਨ ਨਾਲ ਵਧਾਂਗੇ ਤਾਂ ਫਿਰ ਥੋੜ੍ਹਾ ਜਿਹਾ ਚੰਗਾ ਰਹੂਗਾ। ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ? ਸੱਭਿਅਕ ਭਾਸ਼ਾ ਦੇ ਵਿੱਚ ਸੱਭਿਅਕ ਟਿੱਪਣੀਆਂ ਦੀ ਹਮੇਸ਼ਾ ਉਡੀਕ ਰਹੇਗੀ। ਇੱਥੇ ਹੀ ਦਿਓ ਪਰਮਵੀਰ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।